वाहिगुरू जी का खालसा वाहिगुरू जी की फतेह। परम सम्मानयोग गुरु प्यारिओ, सिख मिशन कालेज लुधियाना वालों चल रही रोजाना ऑनलाइन गुरमुत क्लास SMC गुरमुत क्लास USA आप सारिਆਂ ਨੂੰ जी आया। सारिਆਂ ਦਾ स्वागत है जी। मंगलवार वीर अमृतपाल सिंह जी साडे नाल हाजिरी भरते हैं और भगत कबीर जी की जो पावन रचना है वार ਉਹਦੀ ਲੜੀਵਾਰ ਵਿਚਾਰ ਆਪ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਪਹਿਲਾਂ ਥਿੱਤਾਂ ਦੀ ਕੀਤੀ ਹੈ, ਹੁਣ ਵਾਰਾਂ ਦੀ ਕੀਤੀ ਹੈ। ਅੱਜ ਇਸ ਦਾ ਆਖਰੀ ਅੰਕ ਹੈ। ਜਬ ਲਾ ਘਟ ਮੈਂ ਦੂਜੀ ਆਨ, ਤੌਲੋ ਮਹਿਲ ਨਾ ਲਾਭੇ ਜਾਨ। ਇੱਥੋਂ ਅੱਜ ਦੀ ਵਿਚਾਰ ਆਰੰਭ ਕਰਨੀ ਹੈ। ਮੈਂ ਬੇਨਤੀ ਕਰ ਰਿਹਾ ਹਾਂ ਗਿਆਨੀ ਅਮਰਤਪਾਲ ਸਿੰਘ ਜੀ ਨੂੰ ਅੱਜ ਦੀ ਵਿਚਾਰ ਆਰੰਭ ਕਰਨ। ਜਬ ਲਗ ਘਟ ਮੈਂ ਦੂਜੀ ਆਨ, ਵੀਰ ਅਮਰਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਇਸ ਕਲਾਸ ਦੇ ਅਤੇ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ 7 ਵਾਰ ਜਿਹੜੀ ਗੌੜੀ ਰਾਗ ਦੀ ਬਾਣੀ ਹੈ ਉਹਦੀ ਅਸੀਂ ਵਿਚਾਰ ਸਾਂਝੀ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ 7 ਪਦਿਆਂ ਦੀ ਵਿਚਾਰ ਹੁਣ ਤੱਕ ਕਰ ਚੁੱਕੇ ਹਾਂ। ਇਸ ਬਾਣੀ ਦੇ ਵਿੱਚ ਭਗਤ ਕਬੀਰ ਜੀ ਨੇ 7 ਵਾਰਾਂ ਦਾ ਜ਼ਿਕਰ ਕੀਤਾ ਹੈ। ਵਾਰਾਂ ਦੇ ਨਾਲ ਸੰਬੰਧਿਤ ਅਨੇਕਾਂ ਵਹਿਮ ਭਰਮ ਜੁੜੇ ਹੋਏ ਹਨ, ਅਨੇਕਾਂ ਕਰਮ ਕਾਂਡ ਜੁੜੇ ਹੋਏ ਹਨ ਕਿ ਇਸ ਵਾਰ ਨੂੰ ਇਹ ਕਰਮ ਕਰਨਾ ਪਏਗਾ ਜਾਂ ਵਰਤ ਰੱਖਣਾ ਪਏਗਾ, ਇਸ ਵਾਰ ਦੀ ਪੂਜਾ ਕਰਨੀ ਪਏਗੀ, ਇਸ ਵਾਰ ਦਾ ਦਾਨ ਕਰਨਾ ਪਏਗਾ, ਤਾਂ ਇਹ ਵਾਰ ਸਾਡੇ ਉੱਪਰ ਪ੍ਰਸੰਨ ਹੋਏਗਾ। ਤੇ ਉਹ ਵਾਰ ਜਿਹੜੇ ਨੇ ਉਹ ਦੇਵਤਿਆਂ ਦੇ ਨਾਂ ਤੇ ਰੱਖੇ ਹੋਏ ਨੇ। ਔਰ ਯਾਦ ਰੱਖਿਓ ਕਿ ਕਿਸੇ ਵੀ ਗ੍ਰਹਿ ਦਾ ਸ਼ੁਭ ਹੋਣਾ ਜਾਂ ਅਸ਼ੁਭ ਹੋਣਾ ਸਾਡੇ ਜ਼ਿੰਦਗੀ ਦੇ ਸੁੱਖ ਦੁੱਖ ਨਾਲ ਸੰਬੰਧਿਤ ਨਹੀਂ ਹੈ। ਸਾਡੇ ਸੁੱਖ ਤੇ ਦੁੱਖ ਦਾ ਸੰਬੰਧ ਸਾਡੇ ਕਰਮਾਂ ਦੇ ਨਾਲ ਹੈ। ਜੈਸੀ ਸਾਡੀ ਸੋਚ ਹੋਏਗੀ, ਜੈਸੀ ਸਾਡੀ ਬੋਲਬਾਣੀ ਹੋਏਗੀ, ਜੈਸਾ ਸਾਡਾ ਬਿਹੇਵੀਅਰ ਹੋਏਗਾ, ਜਾਂ ਜਿਹੋ ਜਿਹਾ ਸਾਡਾ ਕਿਸੇ ਨਾਲ ਵਿਹਾਰ, ਉਹੋ ਹੀ ਸਾਡੇ ਜੀਵਨ ਦੇ ਵਿੱਚ ਸੁੱਖ ਜਾਂ ਦੁੱਖ ਦੇ ਰੂਪ ਦੇ ਵਿੱਚ ਉਹ ਪ੍ਰਗਟ ਹੋਏਗਾ। ਭਾਵ ਸਾਡਾ ਸਮੁੱਚਾ ਜੀਵਨ ਜਿਹੜਾ ਹੈ ਇਹ ਦੱਸਦਾ ਹੈ ਕਿ ਸਾਡਾ ਜੀਵਨ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੋਏਗਾ। ਸਾਡੇ ਸੁੱਖ ਦੁੱਖ ਦਾ ਸੰਬੰਧ ਸਾਡੇ ਕਰਮਾਂ ਤੇ ਆਧਾਰਿਤ ਹੈ। ਸਾਡਾ ਕਰਮਾਂ ਦੇ ਆਧਾਰ ਤੇ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਦਾ ਸਾਡਾ ਵਿਹਾਰ ਹੈ ਜਾਂ ਜਿੱਦਾਂ ਦੀ ਸਾਡੀ ਸੋਚ ਹੈ, ਉਸ ਸੋਚ ਦੇ ਮੁਤਾਬਕ ਹੀ ਸਾਡੀ ਜ਼ਿੰਦਗੀ ਚੱਲਦੀ ਹੈ। ਜਿਹੋ ਜੀ ਸਾਡੀ ਸੋਚ ਹੁੰਦੀ ਹੈ ਤੇ ਉਸ ਸੋਚ ਦੇ ਆਧਾਰਿਤ ਹੀ ਸਾਨੂੰ ਉਹੋ ਜਿਹਾ ਹੀ ਵੈਸਾ ਹੀ ਸਾਨੂੰ ਸੰਸਾਰ ਨਜ਼ਰ ਆਉਂਦਾ ਹੈ। ਇਹਨੂੰ ਜੇ ਹੋਰ ਤਰੀਕੇ ਦੇ ਨਾਲ ਕਹਿਣਾ ਹੋਵੇ ਤੇ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਵੇਂ ਸਤਿਗੁਰੂ ਪਾਤਸ਼ਾਹ ਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਜਿਹਾ ਵੇਖੇ ਤੇਹਾ ਵੇਖ। ਜਿਹੋ ਜੀ ਸਾਡੀ ਸੋਚ ਹੈ, ਜਿਹੋ ਜਿਹਾ ਵੇਖਣ ਦਾ ਨਜ਼ਰੀਆ ਹੈ ਸੰਸਾਰ ਨੂੰ, ਜਿਹੋ ਜਿਹਾ ਜੀਵਨ ਢੰਗ ਹੈ ਸਾਡਾ, ਜਿਹੋ ਜਿਹਾ ਸਾਡਾ ਵਿਜ਼ਨ ਹੈ, ਉਦਾਂ ਦਾ ਸਾਨੂੰ ਸੰਸਾਰ ਨਜ਼ਰ ਆਉਂਦਾ ਹੈ। ਕਿਵੇਂ? ਮੈਂ ਉਦਾਹਰਨ ਦੇ ਦਿੰਦਾ ਵਾਂ। ਜਿਵੇਂ ਮੰਨ ਲਓ ਕੋਈ ਆਦਮੀ ਸਿਨੇਮੇ ਦੇ ਵਿੱਚ ਬੈਠਾ ਹੈ ਔਰ ਮੂਵੀ ਦੇਖ ਰਿਹਾ, ਫਿਲਮ ਦੇਖ ਰਿਹਾ, ਸਾਹਮਣੇ ਪਰਦੇ ਦੇ ਉੱਪਰ ਕੁਝ ਦ੍ਰਿਸ਼ ਚੱਲ ਰਹੇ ਨੇ। ਜਦੋਂ ਸੁੱਖ ਵਾਲੇ ਦ੍ਰਿਸ਼ ਆਉਂਦੇ ਨੇ, ਖੁਸ਼ੀ ਵਾਲੇ ਦ੍ਰਿਸ਼ ਆਉਂਦੇ ਨੇ, ਬੰਦਾ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦਾ ਹੈ। ਹਾਸੇ ਵਾਲੇ ਦ੍ਰਿਸ਼ ਆਉਂਦੇ ਨੇ ਤੇ ਉਦੋਂ ਮਨੁੱਖ ਠਾਕੇ ਮਾਰ ਕੇ ਹੱਸਣ ਲੱਗ ਜਾਂਦਾ ਹੈ। ਰੋਣੇ ਵਾਲੇ ਦ੍ਰਿਸ਼ ਆਉਂਦੇ ਨੇ, ਉਦੋਂ ਮਨੁੱਖ ਇਮੋਸ਼ਨਲ ਹੋ ਜਾਂਦਾ ਵੈ, ਅੱਖਾਂ ਚੋਂ ਹੰਝੂ ਆ ਜਾਂਦੇ ਨੇ। ਹੁਣ ਜੋ ਪਰਦੇ ਉੱਪਰ ਸੀਨ ਚੱਲ ਰਿਹਾ ਹੈ, ਜਿਹੜਾ ਪਰਦਾ ਸਾਨੂੰ ਕੋਈ ਸੀਨ ਦਿਖਾ ਰਿਹਾ ਹੈ ਖੁਸ਼ੀ ਦਾ ਜਾਂ ਦੁੱਖ ਦਾ, ਉਹਦੇ ਮੁਤਾਬਕ ਅਸੀਂ ਕਦੀ ਹੱਸ ਪੈਂਦੇ ਹਾਂ, ਕਦੀ ਰੋ ਪੈਂਦੇ ਹਾਂ। ਉਹ ਪਰਦਾ ਆਪਣੇ ਆਪ ਵਿੱਚ ਕੁਛ ਵੀ ਨਹੀਂ ਹੈ, ਉਹ ਤੇ ਇੱਕ ਕੱਪੜੇ ਦਾ ਛੋਟਾ ਜਿਹਾ ਟੁਕੜਾ ਹੈਗਾ, ਜਾਂ ਉਹ ਸਾਹਮਣੇ ਦੀਵਾਰ ਹੈ। ਬਸ ਪ੍ਰੋਜੈਕਟਰ ਜਿਹੜਾ ਸਾਡੇ ਪਿੱਛੇ ਲੱਗਿਆ ਹੋਇਆ ਹੈ,
उस प्रोजेक्टर के उपर जी रील चल रही है, उस रील के उपर जो चल रहा है वो सामने सानू नजर आ रहा है। इस तरह जिंदगी दे विच साडे अंदर जिहड़ी सोच है, साडा प्रोजेक्टर है। जिद्दां दी साडी सोच हुंदी है, उदां दा सानू संसार फिर नजर आउंदा है। कुछ लोग ऐसे ने जिन्हां नू संसार नजर आउंदा भी संसार ते जो बड़ा दुखां दा घर है, इत्थे ते कोई भी किसी दा नहीं है, इत्थे ते पाप ही पाप ने, इत्थे ते सारे लोग अपराधी ने, आपा तापी मची हुई है, इत्थे कोई तरक्की दे मौके नहीं हैं, इत्थे ते नुकसान है, ढैंदियां कलां ने। इहदे नालों चंगा कि रब सानू चुकी लवे। दूसरा आदमी इस तरह देखदा है कि संसार ते जी रब दा घर है, इत्थे ते कुछ भी बुरा नहीं है, इत्थे ते सब कुछ भला ही भला है, चार चुफेरे सुख ही फैले हुए ने, खुशियां ने, प्रसन्नतावां ने, किन्ने सफलतावां दे मौके ने, किन्ना आनंदमई संसार है। इहनूं कहंदे ने जिहा वेखें तिहा वेख, वेख मैंने दृश्य, कि जिस तरह तुसीं वेखोगे उदां दा संसार नजर आएगा। इसे तरह ही जिस मनुख की जिंदगी दे विच, जिहदी मनुख की सोच दे विच नैगेटिविटी होएगी, ਉਹਦੀ ਜ਼ਿੰਦਗੀ ਚ ਉਹਨੂੰ ਦੁੱਖ, ਰੋਗ, ਵਿਕਾਰ ਜਾਂ ਉਹਨੂੰ ਨਕਾਰਾਤਮਕ ਚੀਜ਼ਾਂ ਹੀ ਨਜ਼ਰ ਆਉਣਗੀਆਂ। ਜਿਸ ਮਨੁੱਖ ਦੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਹੋਏਗੀ, ਪੋਜ਼ਿਟਿਵਿਟੀ ਹੋਏਗੀ, ਉਹਨੂੰ ਸੰਸਾਰ ਸੁੱਖਾਂ ਦਾ, ਆਨੰਦ ਦਾ ਘਰ ਨਜ਼ਰ ਆਏਗਾ, ਉਹਨੂੰ ਕੋਈ ਚੀਜ਼ ਮਾੜੀ ਨਜ਼ਰ ਨਹੀਂ ਆਏਗੀ। ਇਸੇ ਕਰਕੇ ਗੁਰੂ ਜੀ ਆਖਦੇ ਨੇ ਵੀ ਮੈਂ ਸਿੱਖ ਦੀ ਜ਼ਿੰਦਗੀ ਦੀ ਘਾਟ ਇਹੋ ਜਿਹੀ ਕੱਢ ਦਿਆਂਗਾ, ਉਹਦੀ ਸੋਚ ਏਦਾਂ ਦੀ ਬਣਾ ਦਿਆਂਗਾ ਕਿ ਉਹਦੀ ਜ਼ਿੰਦਗੀ ਦੇ ਵਿੱਚ ਹਰ ਚੀਜ਼ ਚੜ੍ਹਦੀ ਕਲਾ ਵਾਲੀ ਹੀ ਹੋਏਗੀ, ਦੁੱਖ ਨਾ ਹੀ, सब सुख ही है रे, एक है एक ही नित है, बुरा नहीं, सब भला ही है रे, हार नहीं, सब जित्ते। ਉਹਨੂੰ ਮਾੜਾ ਨਜ਼ਰ ਆਏਗਾ ਨਹੀਂ, ਉਹਨੂੰ ਇਹ ਨਹੀਂ ਦਿਸੇਗਾ ਵੀ ਲੋਕ ਮੇਰੇ ਆਪਣੇ ਨੇ, ਮੇਰਾ ਨੁਕਸਾਨ ਕਰਦੇ ਨੇ, ਦੁਸ਼ਮਣ ਨੇ। ਉਹਨੂੰ ਲੱਗੇਗਾ ਸਾਰੇ ਚੰਗੇ ਨੇ, ਸਾਰੇ ਆਪਣੇ ਨੇ। ਉਹ ਸਾਰਿਆਂ ਵਿੱਚੋਂ ਰੱਬ ਦੇਖੇਗਾ। 7 ਵਾਰ ਦੀ ਬਾਣੀ ਦਾ ਇਹ ਨਿਚੋੜ ਹੈ ਹੁਣ ਸਾਡੇ ਸਾਹਮਣੇ, ਇਹ ਬਿਲਕੁਲ ਨਿਚੋੜ ਭਗਤ ਕਬੀਰ ਜੀ ਸਾਡੇ ਸਾਹਮਣੇ ਰੱਖ ਰਹੇ ਨੇ ਕਿ ਸੁੱਖ ਦੁੱਖ ਦਾ ਸੰਬੰਧ ਜਿਹੜਾ ਹੈ ਉਹ ਗ੍ਰਹਿਾਂ ਦੇ ਨਾਲ ਨਹੀਂ ਹੈ। ਸ਼ੁਭ ਸ਼ੁਭ ਹੋਣਾ ਨਹੀਂ ਕਿ ਫਲਾਣਾ ਗ੍ਰਹਿ ਸ਼ੁਭ ਜਾਂ ਅਸ਼ੁਭ, ਫਲਾਣਾ ਗ੍ਰਹਿ ਮੇਰੇ ਤੇ ਨਾਰਾਜ਼ ਹੈ ਤਾਂ ਦੁੱਖ ਹੈ, ਉਹਨੂੰ ਖੁਸ਼ ਕਰਾਂਗਾ, ਦਾਨ ਪੁੰਨ ਕਰਾਂਗਾ, ਫਿਰ ਸੁੱਖ ਆਏਗਾ। ਨਹੀਂ, ਜਿਹੋ ਜੀ ਸਾਡੀ ਸੋਚ ਹੋਏਗੀ, ਜਿਹੋ ਜੀ ਸਾਡੀ ਬੋਲ ਬਾਣੀ ਹੋਏਗੀ, ਜਿਹੋ ਜਿਹਾ ਸਾਡਾ ਕਿਸੇ ਨਾਲ ਵਿਹਾਰ ਹੋਏਗਾ, ਉਹੀ ਸਾਡੀ ਸੋਚ, ਬੋਲ ਬਾਣੀ ਤੇ ਵਿਹਾਰ, ਉਹਦਾ ਰਿਜ਼ਲਟ ਸੁੱਖ ਜਾਂ ਦੁੱਖ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਜਾਏਗਾ। ਫਿਰ ਕੀ ਕਰਨਾ ਚਾਹੀਦਾ ਸਾਨੂੰ? ਆਖਰੀ ਇਸ ਪਦੇ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਇੱਕ ਨਿਚੋੜ ਦੇ ਰਹੇ ਨੇ। ਉਹ ਨਿਚੋੜ ਕੀ ਹੈ? ਜਬ ਲਗ ਘਟ ਮਹਿ ਦੂਜੀ ਆਨ, ਘਟ ਕਹਿੰਦੇ ਨੇ ਹਿਰਦੇ ਨੂੰ, ਦੂਜੀ ਮੈਨੇ ਦਵੈਸ਼, ਆਨ ਮੈਨੇ ਮੁਥਾਜੀ, ਲੋਕ ਲਾਜ ਦਾ ਖਿਆਲ। ਜਿੰਨਾ ਚਿਰ ਤੱਕ ਦਿਲ ਦੇ ਵਿੱਚ ਦੂਜੀ ਆਨ ਹੈ, ਜਗਤ ਦੀ ਮੁਥਾਜੀ ਹੈ, ਲੋਕ ਲਾਜ ਹੈ, ਦਵੈਸ਼ ਭਾਵਨਾ ਹੈ, ਮੈਂ ਕੰਮ ਕਰਾਂਗਾ ਲੋਕ ਕੀ ਕਹਿਣਗੇ, ਉਹ ਮੇਰੇ ਆਪਣੇ ਨੇ, ਇਹ ਬੇਗਾਨੇ ਨੇ, ਆ ਚੰਗਾ ਹੈ, ਇਹ ਬੁਰਾ ਹੈ, ਆ ਉੱਚ ਜਾਤੀ ਹੈ, ਨੀਚ ਜਾਤੀ ਹੈ, ਇਹ ਅਮੀਰ ਹੈ, ਇਹ ਗਰੀਬ ਹੈ, ਇਹ ਦੂਜੀ ਆਨ ਦੇ ਵਿੱਚ ਚੀਜ਼ਾਂ ਆ ਜਾਂਦੀਆਂ ਨੇ। ਜਿੰਨਾ ਚਿਰ ਦਵੈਤ ਹੈ ਸਾਡੇ ਮਨ ਦੇ ਵਿੱਚ, ਸਾਡੇ ਹਿਰਦੇ ਦੇ ਵਿੱਚ, ਉਹਨਾਂ ਚਿਰ ਤੱਕ ਸਾਨੂੰ ਰੱਬ ਦੇ ਦਰਸ਼ਨ ਨਹੀਂ ਹੋ ਸਕਦੇ, ਉਹਨਾਂ ਚਿਰ ਸਾਡਾ ਜੀਵਨ ਆਨੰਦਮਈ ਨਹੀਂ ਹੋ ਸਕਦਾ, ਜਿੰਨਾ ਚਿਰ ਦਵੈਤ ਹੈ। ਕਿਉਂਕਿ ਦਵੈਤ ਵਿੱਚ ਅਸੀਂ ਮੇਰ ਤੇਰ ਦੇਖਦੇ ਹਾਂ, ਆਪਣੇ ਬੇਗਾਨੇ ਦੇਖਦੇ ਹਾਂ, ਅਮੀਰ ਗਰੀਬ ਦੇਖਦੇ ਹਾਂ, ਊਚ ਨੀਚ ਦੇਖਦੇ ਹਾਂ। ਤਉ ਲਓ ਮਹਿਲ ਨਾ ਲਾਭੈ ਜਾਨ, ਤਉ ਲਓ ਮੈਨੇ ਤਬ ਤੱਕ, ਉਦੋਂ ਤੱਕ। ਮਹਿਲ, ਮਹਿਲ ਵਿੱਚ ਮੈਨੇ ਪ੍ਰਭੂ ਦੇ ਚਰਨਾਂ ਦੇ ਵਿੱਚ, ਨਾ ਲੱਭੈ ਜਾਨ, ਜਾਣਾ ਨਹੀਂ ਲੱਭਦਾ, ਜਾਣਾ ਮਿਲਦਾ ਨਹੀਂ। ਭਾਵ ਉਹਨਾਂ ਚਿਰ ਰੱਬ ਦੇ ਨਾਲ ਸਾਡੀ ਸਾਂਝ ਨਹੀਂ ਬਣਦੀ, ਰੱਬ ਦੇ ਇਸ ਸੋਹਣੇ ਮਹਿਲ ਚ ਅਸੀਂ ਪ੍ਰਵਾਨ ਨਹੀਂ ਚੜ੍ਹਦੇ, ਰੱਬ ਦੀ ਇਸ ਦੁਨੀਆ ਚ ਅਸੀਂ ਪ੍ਰਵਾਨ ਨਹੀਂ ਹੁੰਦੇ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ ਹੀ ਰੱਬ ਦਾ ਮਹਿਲ ਹੈ। ਫਿਰ ਕੀ ਕਰਨਾ ਪਏਗਾ? ਰਮਤ ਰਾਮ ਸਿਉ ਲਾਗੋ ਰੰਗ, ਰਮੇ ਹੋਏ ਰਾਮ ਦੇ ਨਾਲ ਜਦੋਂ ਪ੍ਰੇਮ ਪੈਦਾ ਹੋ ਗਿਆ, ਰਮਤ ਮੈਨੇ ਰਮਿਆ ਹੋਇਆ, ਰਾਮ ਸਿਉ ਮੈਨੇ ਰਮੇ ਹੋਏ ਰਾਮ ਦੇ ਨਾਲ, ਲਾਗੋ ਰੰਗ, ਰੰਗ ਮੈਨੇ ਪਿਆਰ। ਜਦੋਂ ਰਮੇ ਹੋਏ ਰਾਮ ਦੇ ਨਾਲ ਪਿਆਰ ਬਣ ਜਾਂਦਾ ਕਿ ਉਹੀ ਤੇ ਰਮਿਆ ਹੋਇਆ। ਮੇਰੇ ਮਾਂ-ਬਾਪ ਦੇ ਵਿੱਚ ਵੀ ਉਹੀ ਹੈ, ਮੇਰੇ ਧੀਆਂ ਪੁੱਤਰਾਂ 'ਚ ਵੀ ਉਹੀ ਹੈ, ਮੇਰੇ ਭੈਣ ਭਰਾਵਾਂ ਵਿੱਚ ਵੀ ਉਹੀ ਹੈ, ਮੇਰੇ ਗੁਆਂਢੀਆਂ ਵਿੱਚ ਵੀ ਉਹੀ ਹੈ, ਜਿਹਨੂੰ ਮੈਂ ਦੁਸ਼ਮਣ ਸਮਝਦਾ ਹਾਂ ਉਹਦੇ ਵਿੱਚ ਵੀ ਉਹੀ ਹੈ। ਜਦੋਂ ਉਸ ਰਾਮ ਨਾਲ ਪ੍ਰੇਮ ਪੈਦਾ ਹੋ ਜਾਏਗਾ ਫਿਰ ਕੌਣ ਬੇਗਾਨਾ ਹੋਏਗਾ, ਕੌਣ ਮੇਰਾ ਦੁਸ਼ਮਣ ਹੋਏਗਾ? ਫਿਰ ਕੋਈ ਵੀ ਮੇਰਾ ਦੁਸ਼ਮਣ ਨਹੀਂ ਰਹਿ ਜਾਏਗਾ, ਸਾਰੇ ਆਪਣੇ ਹੋ ਜਾਣਗੇ। ਫਿਰ ਕੀ ਹੋਏਗਾ? ਕਹਿ ਕਬੀਰ ਤਬ ਨਿਰਮਲ ਅੰਗ,
ਕਹੇ ਕਬੀਰ ਮੈਨੇ, ਭਗਤ ਕਬੀਰ ਜੀ ਆਖਦੇ ਨੇ, ਤਬ ਮੈਨੇ ਉਦੋਂ ਨਿਰਮਲ ਮੈਲ ਤੋਂ ਰਹਿਤ ਪਵਿੱਤਰ ਅੰਗ, ਅੰਗ ਮੈਨੇ ਸਰੀਰ, ਸਾਡੇ ਇੰਦਰੇ ਇਹ ਪਵਿੱਤਰ ਹੋ ਜਾਂਦੇ ਨੇ, ਸਾਡੇ ਗਿਆਨ ਇੰਦਰੇ ਪਵਿੱਤਰ ਹੋ ਜਾਂਦੇ ਨੇ। ਜਦੋਂ ਅਸੀਂ ਇਸ ਰਮੇ ਹੋਏ ਰਾਮ ਨਾਲ ਜੁੜ ਜਾਂਦੇ ਹਾਂ, ਉਦੋਂ ਸਾਡਾ ਜੀਵਨ ਪਵਿੱਤਰ ਹੋ ਜਾਂਦਾ ਹੈ, ਸਾਡੀ ਅੱਖਾਂ ਪਵਿੱਤਰ ਹੋ ਜਾਂਦੀਆਂ ਨੇ, ਕਿਉਂਕਿ ਅੱਖਾਂ ਹੁਣ ਰੱਬ ਨੂੰ ਦੇਖਦੀਆਂ ਨੇ, ਪਰ ਤਨ ਪਰ ਰੂਪ ਨਹੀਂ ਦੇਖਦੀਆਂ। ਕੰਨ ਪਵਿੱਤਰ ਹੋ ਜਾਂਦੇ ਨੇ, ਕੰਨ ਨਿੰਦਿਆ ਚੁਗਲੀ ਝੂਠ ਨਹੀਂ ਸੁਣਦੇ, ਸੱਚ ਸੁਣਦੇ ਨੇ। ਜ਼ੁਬਾਨ ਪਵਿੱਤਰ ਹੋ ਜਾਂਦੀ ਹੈ, ਹੁਣ ਝੂਠ ਨਹੀਂ ਬੋਲਦੀ, ਸੱਚ ਬੋਲਦੀ ਹੈ। ਕਹਿਣ ਤੋਂ ਭਾਵ ਉਦੋਂ ਹੀ ਸਰੀਰ ਪਵਿੱਤਰ ਹੈ, ਉਦੋਂ ਹੀ ਜੀਵਨ ਪਵਿੱਤਰ ਹੈ, ਜਦੋਂ ਰਮੇ ਹੋਏ ਪ੍ਰਭੂ ਦੇ ਨਾਲ ਅਸੀਂ ਸਾਂਝ ਪਾ ਲੈਂਦੇ ਹਾਂ, ਉਦੋਂ ਅਸੀਂ ਪਵਿੱਤਰ ਹੋ ਜਾਂਦੇ ਹਾਂ। 7 ਵਾਰਾਂ ਦਾ ਇਹ ਨਿਚੋੜ ਭਗਤ ਕਬੀਰ ਜੀ ਸਾਡੇ ਸਾਹਮਣੇ ਰੱਖ ਰਹੇ ਨੇ। ਉਹ ਨਿਚੋੜ ਇਹ ਹੈ ਕਿ ਕੋਈ ਗ੍ਰਹਿ ਸਾਡੇ ਤੇ ਕਰੋਪਵਾਨ ਨਹੀਂ ਹੁੰਦਾ, ਕੋਈ ਗ੍ਰਹਿ ਨਛੱਤਰ ਜਿਹੜਾ ਹੈ ਸਾਡੇ ਤੇ ਪ੍ਰਸੰਨ ਨਹੀਂ ਹੁੰਦਾ, ਉਹ ਤੇ ਆਪੋ ਆਪਣੀ ਚਾਲ ਚਲੇ ਜਾ ਰਹੇ ਨੇ। ਹਾਂ, ਸਾਡੀ ਸੋਚ, ਸਾਡੀ ਬੋਲਬਾਣੀ ਤੇ ਸਾਡਾ ਬਿਹੇਵੀਅਰ ਜਿਹੜਾ ਹੈ, ਇਹ ਸਾਡੇ ਸੁੱਖ ਦੁੱਖ ਦਾ ਕਾਰਨ ਬਣ ਜਾਂਦੇ ਨੇ। ਪਰ ਜੇ ਅਸੀਂ ਸਾਰਿਆਂ ਵਿੱਚੋਂ ਹੀ ਰਮੇ ਹੋਏ ਰੱਬ ਨੂੰ ਦੇਖਾਂਗੇ, ਫਿਰ ਸਾਡੇ ਲਈ ਦੁਨੀਆ ਤੇ ਕੋਈ ਵੀ ਮਾੜਾ ਨਹੀਂ ਹੋਏਗਾ, ਸਾਰੇ ਹੀ ਚੰਗੇ ਹੋਣਗੇ। ਚੁਣਨਾ ਅਸੀਂ ਵੀ ਅਸੀਂ ਕਿਹੜੀ ਚੀਜ਼ ਚੁਣ ਰਹੇ ਹਾਂ। ਵਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਚੂਜ਼ ਅਸੀਂ ਕਰਨਾ ਵੈ ਕਿ ਵਿਖ ਨੂੰ ਚੁਣਨਾ ਵੈ ਕਿ ਅੰਮ੍ਰਿਤ ਨੂੰ ਚੁਣਨਾ ਹੈ। ਹੁਣ ਆ ਜਿਹੜੇ 7 ਵਾਰਾਂ ਦੇ ਭੁਲੇਖੇ ਪਾਏ ਹੋਏ ਨੇ, ਸ਼ਨੀ ਦੀ ਪੂਜਾ, ਮੰਗਲ ਦੀ ਪੂਜਾ, ਬ੍ਰਹਸਪਤੀ ਦੀ ਪੂਜਾ, ਫਲਾਣੇ ਗ੍ਰਹਿ, ਇਹ ਗ੍ਰਹਿ ਹੈ ਕੀ ਨੇ ਐਕਚੁਅਲੀ? ਇਹਨਾਂ ਗ੍ਰਹਿਆਂ ਦਾ ਮਤਲਬ ਕੀ ਹੈ? ਇਹਨਾਂ ਦੀ ਤਰਤੀਬ ਕੀ ਹੈ? ਮੈਂ ਹੁਣ ਇਸ ਹਫਤੇ ਤੇ ਅਗਲੇ ਹਫਤੇ ਮੈਂ ਇਹਨਾਂ ਗ੍ਰਹਿਆਂ ਨਾਲ ਸੰਬੰਧਿਤ ਹੀ ਇਹ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗਾ। ਵਿੱਚ ਨਾਲ ਮੈਂ ਗੁਰਬਾਣੀ ਦੇ ਤੁਕਾਂ ਵੀ ਫਿਰ ਜ਼ਰੂਰ ਦੱਸ ਦਿਆਂਗਾ ਕਿ ਗੁਰੂ ਜੀ ਦਾ ਨਜ਼ਰੀਆ ਇਸ ਬਾਰੇ ਕੀ ਹੈਗਾ। ਅਸਲ ਦੇ ਵਿੱਚ 2 ਚੀਜ਼ਾਂ ਨੇ, ਇਹ 2 ਚੀਜ਼ਾਂ ਨੇ ਜਿਹੜੀਆਂ ਅਸੀਂ ਅਕਸਰ ਪੜ੍ਹੀਆਂ ਹੋਣਗੀਆਂ ਜਾਂ ਸੁਣੀਆਂ ਹੋਣਗੀਆਂ। ਇੱਕ ਅਸੀਂ ਕਹਿੰਦੇ ਹਾਂ ਫਲਿਤ, ਦੂਜਾ ਅਸੀਂ ਕਹਿੰਦੇ ਹਾਂ ਖਗੋਲ। ਫਲਿਤ ਕਹਿ ਲਓ, ਇੰਗਲਿਸ਼ ਵਿੱਚ ਕਹਿ ਲਓ ਐਸਟਰੋਲੋਜੀ, ਖਗੋਲ ਕਹਿ ਲਓ ਐਸਟਰੋਨੋਮੀ। ਜਿਹੜੇ ਭਾਰਤੀ ਜੋਤਸ਼ੀ ਨੇ ਉਹ ਖਗੋਲ ਨੂੰ ਵਿਗਿਆਨ ਕਹਿੰਦੇ ਨੇ, ਜੋਤਿਸ਼ ਵਿਗਿਆਨ ਕਹਿੰਦੇ ਨੇ। ਜੋਤਿਸ਼ ਜਿਹੜਾ ਸ਼ਬਦ ਹੈ ਇਹ ਯੂਨਾਨ ਦਾ ਸ਼ਬਦ ਹੈ, ਰਾਸ਼ੀ ਜਿਹੜਾ ਹੈ ਯੂਨਾਨ ਦਾ ਸ਼ਬਦ ਹੈ। ਇਹਦਾ ਅਰਥ ਹੁੰਦਾ ਪਸ਼ੂ ਤੇ ਪਸ਼ੂਆਂ ਦਾ ਚੱਕਰ, ਇਹਦਾ ਮਤਲਬ ਇਹ ਹੁੰਦਾ ਹੈ। ਇਸੇ ਕਰਕੇ ਰਾਸ਼ੀਆਂ 'ਚ ਤੁਹਾਨੂੰ ਪਸ਼ੂ ਹੀ ਨਜ਼ਰ ਆਉਣਗੇ, ਉਹਦੇ ਵਿੱਚ ਜਿਹੜੀਆਂ 12 ਰਾਸ਼ੀਆਂ ਨੇ। ਤੇ ਪਸ਼ੂਆਂ ਦਾ ਚੱਕਰ ਜਿਹੜਾ ਹੈ ਉਹਦਾ ਨਾਮ ਹੈ ਜੋਤਿਸ਼। ਰਾਸ਼ੀ ਤੇ ਜੋਤਿਸ਼ ਮੈਨੇ ਪਸ਼ੂ ਤੇ ਪਸ਼ੂਆਂ ਦਾ ਚੱਕਰ, ਇਹ ਯੂਨਾਨ ਦਾ ਸ਼ਬਦ ਹੈਗਾ ਵੈ। ਉਹ ਮੰਨਦੇ ਨੇ ਜੋਤਿਸ਼ ਵਿਗਿਆਨ ਹੈ। ਔਰ ਜੋਤਿਸ਼ ਕਿੰਨਾ ਕੁ ਵਿਗਿਆਨ ਹੈ ਇਹ ਅੱਜ ਅਸੀਂ ਦੇਖ ਲਾਂਗੇ। ਦੂਜੇ ਪਾਸੇ ਇਸ ਜੋਤਿਸ਼ ਨੂੰ ਫਲਿਤ ਜੋਤਿਸ਼ ਵੀ ਕਿਹਾ ਜਾਂਦਾ ਵੈ। ਦੂਜੇ ਪਾਸੇ ਜਿਹੜਾ ਗਣਿਤ ਹੈਗਾ, ਗਣਿਤ ਦੇ ਬੇਸਡ ਉਹ ਹੈਗਾ ਖਗੋਲ, ਖਗੋਲ ਵਿਗਿਆਨ ਮੈਨੇ ਐਸਟਰੋਨੋਮੀ। ਇਹ 2 ਚੀਜ਼ਾਂ ਅਲੱਗ-ਅਲੱਗ ਨੇ। ਮੈਂ ਥੋੜਾ ਜਿਹਾ ਇਹਦੇ ਬਾਰੇ ਆਪ ਜੀ ਨੂੰ ਸਲਾਈਡ ਸ਼ੋ ਦਿਖਾ ਕੇ ਇਹ ਥੋੜਾ ਇਹਦੇ ਬਾਰੇ ਦੱਸ ਦਿੰਦਾ ਵਾਂ, ਤਾਂ ਕਿ ਸਾਨੂੰ ਥੋੜਾ ਹੋਰ ਵੀ ਜ਼ਿਆਦਾ ਇਹਦੇ ਬਾਰੇ ਪਤਾ ਲੱਗ ਜਾਏ। ਨਾਲ ਮੈਂ ਆਪ ਜੀ ਨੂੰ ਇਹਦੇ ਬਾਰੇ ਦੱਸੀ ਜਾਂਦਾ ਵਾਂ। ਮੈਨੂੰ ਪਤਾ ਨਹੀਂ ਸਲਾਈਡ ਚਲਾਈ ਦੀ ਕਿਦਾਂ ਦੀ ਹੈ, ਮੈਂ ਕਦੀ ਚਲਾਈ ਨਹੀਂ ਜ਼ੂਮ ਦੇ ਉੱਤੇ, ਪਰ ਮੈਂ ਟਰਾਈ ਕਰਦਾ ਵਾਂ। ਆ ਗਈ ਕਿ ਨਹੀਂ ਸਾਹਮਣੇ? ਹਾਂਜੀ ਆ ਗਈ ਜੀ, ਚਲੋ ਠੀਕ ਹੈ ਜੀ। ਹਾਂ, ਇੱਕ ਹੈਗਾ ਫਲਿਤ ਜੋਤਿਸ਼ ਜਿਹੜਾ ਝੂਠਾ ਹੈਗਾ, ਲਾਲ ਰੰਗ ਦਾ ਹੋਏਗਾ ਝੂਠਾ। ਦੂਜਾ ਹੈਗਾ ਨੀਲੇ ਰੰਗ ਦਾ, ਉਹ ਹੈਗਾ ਖਗੋਲ। ਖਗੋਲ ਮੈਨੇ ਤਾਰਾ ਵਿਗਿਆਨ, ਜਿਹੜਾ ਤਾਰਿਆਂ ਦਾ ਅਧਿਐਨ ਕਰਨ ਵਾਲੇ ਲੋਕ ਨੇ, ਉਹ ਹੈਗਾ ਐਸਟਰੋਨੋਮੀ। ਹੁਣ ਐਸਟਰੋਲੋਜੀ ਤੇ ਐਸਟਰੋਨੋਮੀ 'ਚ ਫਰਕ ਕੀ ਹੈਗਾ, ਮੈਂ ਥੋੜਾ ਜਿਹਾ ਇਹਦੇ ਬਾਰੇ ਆਪ ਜੀ ਨਾਲ ਜ਼ਿਕਰ ਕਰਦੇ ਹਾਂ। ਜੋਤਿਸ਼ ਜਿਹੜਾ ਹੈ ਇਹ ਕਿਸੇ ਸਮੇਂ ਬਹੁਤ ਚੰਗੀ ਚੀਜ਼ ਸੀ। ਅੱਜ ਤੋਂ 1000 ਸਾਲ ਪਹਿਲਾਂ ਜੋਤਿਸ਼ ਸ਼ੁਰੂ ਹੋਈ ਹੈ, 1000 ਸਾਲ ਲਗਭਗ ਇਹਨੂੰ ਹੋ ਚੁੱਕਿਆ ਹੈ। ਉਦੋਂ ਇਹਦੀ ਸ਼ੁਰੂਆਤ ਬੜੀ ਵਧੀਆ ਸੀਗੀ। ਵਧੀਆ ਇਸ ਕਰਕੇ ਸੀਗੀ
ਕਿਉਂਕਿ ਉਹ ਕਿੰਨੇ ਸਿਆਣੇ ਲੋਕ ਹੋਣਗੇ ਜਿਨ੍ਹਾਂ ਨੇ 1000 ਸਾਲ ਪਹਿਲਾਂ ਤਾਰਿਆਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਸੀ। ਨੰਗੀ ਅੱਖ ਨਾਲ ਤਾਰੇ ਦੇਖ ਕੇ ਉਹਨਾਂ ਨੇ ਪਤਾ ਲਗਾਇਆ ਵੀ ਇਹ ਗ੍ਰਹਿ ਹੈਗੇ ਨੇ ਤੇ ਇਹ ਤਾਰੇ ਨੇ, ਆ ਸੂਰਜ ਹੈ। ਕਿੰਨੇ ਬੁੱਧੀਮਾਨ ਲੋਕ ਹੋਣਗੇ ਕਿ 1000 ਸਾਲ ਪਹਿਲਾਂ ਉਹਨਾਂ ਨੇ ਜੋਤਿਸ਼ ਨਾਮ ਦਾ ਇੱਕ ਸਬਜੈਕਟ ਸ਼ੁਰੂ ਕੀਤਾ ਜਿਹਦਾ ਕੰਮ ਸੀ ਤਾਰਾਂ ਦਾ ਅਧਿਐਨ ਕਰਨਾ। ਤੇ ਉਹ ਤਾਰਿਆਂ ਦਾ ਅਧਿਐਨ ਕਰਦੇ ਸਨ ਵੀ ਤਾਰੇ ਇਸ ਤਰ੍ਹਾਂ ਦੇ ਨੇ, ਫਲਾਣਾ ਤਾਰਾ ਇਸ ਤਰ੍ਹਾਂ ਹੈ, ਫਲਾਣਾ ਤਾਰਾ ਇਸ ਥਾਂ ਤੇ ਹੈ। ਉਹ ਤਾਰਿਆਂ ਦੇ ਨੂੰ ਦੇਖ ਕੇ ਦਿਸ਼ਾ ਦਾ ਪਤਾ ਲਗਾਉਂਦੇ ਸਨ। ਤਾਰਿਆਂ ਨੂੰ ਦੇਖ ਕੇ ਉਹ ਟਾਈਮ ਦਾ ਪਤਾ ਲਗਾ ਲੈਂਦੇ ਸਨ। ਰਾਤ ਨੂੰ ਦਿਸ਼ਾ ਦਾ ਕਿਵੇਂ ਪਤਾ ਲਗਾਉਂਦੇ ਸਨ? ਜਿਹੜਾ ਸਪਤਰਿਸ਼ੀ ਤਾਰਾ ਸੰਗ੍ਰਹਿ ਤੁਸੀਂ ਕਈਆਂ ਨੇ ਦੇਖਿਆ ਹੋਏਗਾ, ਡਿੱਪਰ ਵਾਂਗੂ ਬਣਿਆ ਹੁੰਦਾ, 7 ਤਾਰੇ ਹੁੰਦੇ ਨੇ, ਡਿੱਪਰ ਵਾਂਗ ਹੁੰਦਾ। ਤੇ ਡਿੱਪਰ ਦਾ ਜਿਹੜਾ ਮੂੰਹ ਹੁੰਦਾ ਹੈ, ਮੂੰਹ ਵਾਲਾ ਤਾਰਾ ਜਿਸ ਸੇਧ ਚ ਜਾ ਰਿਹਾ ਹੁੰਦਾ ਹੈ, ਉਹਦੇ ਇੱਕ ਕੋਨੇ ਤੇ ਇੱਕ ਚਮਕਦਾ ਤਾਰਾ ਨਜ਼ਰ ਆਉਂਦਾ ਹੈ। ਉਹ ਉੱਤਰ ਦਿਸ਼ਾ ਚ ਹੁੰਦਾ ਹੈ। ਉਸ ਤਾਰੇ ਤੋਂ ਪਤਾ ਚੱਲਦਾ ਵੀ ਇਹ ਦਿਸ਼ਾ ਉੱਤਰ ਹੈ। ਉਹਨੂੰ ਉੱਤਰੀ ਤਾਰਾ ਵੀ ਕਹਿੰਦੇ ਨੇ। ਤੇ ਉਹ ਸਾਡੀ ਧਰਤੀ ਦੇ ਸੀਧ ਤੇ ਚੱਲਦਾ ਵੈ ਕਿ ਸਾਨੂੰ ਖੜਾ ਪ੍ਰਤੀਤ ਹੁੰਦਾ ਹੈ। ਇਸ ਕਰਕੇ ਜਿਵੇਂ ਧਰੁਵ ਆਪਣੇ ਧਰਮ ਚ ਅਡੋਲ ਸੀ, ਅਡਿੱਗ ਸੀ, ਡੋਲਿਆ ਨਹੀਂ ਸੀ, ਭਾਰਤੀ ਲੋਕਾਂ ਨੇ ਉਸ ਤਾਰੇ ਦਾ ਨਾਮ ਹੀ ਧਰੁਵ ਰੱਖ ਦਿੱਤਾ ਵੀ ਇਹ ਵੀ ਅਡੋਲ ਹੈ, ਡੋਲਦਾ ਨਹੀਂ ਹੈ। ਪਰ ਹਾਲਾਂਕਿ ਉਹ ਵੀ ਘੁੰਮਦਾ ਹੈਗਾ। ਜਿਵੇਂ 2 ਟ੍ਰੇਨਾਂ ਇੱਕੋ ਸਪੀਡ ਤੇ ਇਕੱਠੀਆਂ ਜਾਂਦੀਆਂ ਹੋਣ ਤੇ ਦੂਜੀ ਟ੍ਰੇਨ ਇਹਦਾ ਲੱਗਦਾ ਜਿਵੇਂ ਖੜੀ ਹੈਗੀ ਹੈ। ਏਦਾਂ ਹੀ ਇਹ ਤਾਰਾ ਹੈਗਾ। ਇਹ ਉੱਤਰ ਦੇ ਵਿੱਚ ਹੁੰਦਾ। ਇਸ ਤਾਰੇ ਤੋਂ ਸਾਨੂੰ ਦਿਸ਼ਾ ਦਾ ਗਿਆਨ ਹੁੰਦਾ ਵੈ। ਖੈਰ, ਉਦੋਂ ਲੋਕ ਬੜੇ ਚੰਗੇ ਹੁੰਦੇ ਸਨ ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਸੀ। ਪਰ ਬਾਅਦ ਵਿੱਚ ਆਹ ਜਿਹੜੀ ਚੀਜ਼ ਹੈਗੀ ਹੈ, ਇਹ ਹੱਥ ਆ ਗਈ ਫਿਰ ਬ੍ਰਾਹਮਣਾਂ ਦੇ। ਜਦੋਂ ਉਹਨਾਂ ਦੇ ਹੱਥ ਆਈ, ਉਹਨਾਂ ਨੇ ਫਿਰ ਇਸ ਚੀਜ਼ ਨੂੰ ਵਰਤ ਲਿਆ ਕਮਾਈ ਦੇ ਵਾਸਤੇ। ਭਾਵ ਇਹਦੇ ਨਾਲ ਉਹ ਹੁਣ ਕਮਾਈ ਕਰਨ ਲੱਗ ਪਏ। ਇਸ ਸੰਬੰਧੀ ਮੈਂ ਕਾਫੀ ਖੋਜ ਕੀਤੀ ਸੀਗੀ ਤੇ ਇਹਦੇ ਬਾਰੇ ਬਹੁਤ ਕੁਝ ਮੈਂ ਨੋਟ ਵੀ ਕੀਤਾ ਸੀਗਾ ਤੇ ਉਹਦੇ ਬਾਰੇ ਹੀ ਮੈਂ ਆਪ ਜੀ ਨੂੰ ਥੋੜਾ ਜਿਹਾ ਦੱਸਦੇ ਹਾਂ ਇੱਥੇ। ਹੁਣ ਜਦੋਂ ਉਹਨਾਂ ਨੇ ਅਧਿਐਨ ਕੀਤਾ ਇਹਨਾਂ ਚੀਜ਼ਾਂ ਦਾ, ਤੇ ਅਧਿਐਨ ਕਰਦਿਆਂ ਕਰਦਿਆਂ ਜਦੋਂ 500 ਸਾਲ ਬੀਤ ਗਏ ਤੇ 500 ਸਾਲ ਬਾਅਦ ਗੈਲੀਲੀਓ ਨੇ ਪਹਿਲੀ ਵਾਰ ਦੂਰਬੀਨ ਦੀ ਖੋਜ ਕੀਤੀ। ਜਦੋਂ ਦੂਰਬੀਨ ਦੇ ਨਾਲ ਅਸਮਾਨ ਨੂੰ ਦੇਖਿਆ ਤੇ ਜਿਨ੍ਹਾਂ ਨੇ ਨੰਗੀਆਂ ਅੱਖਾਂ ਨਾਲ ਦੇਖ ਕੇ ਤਾਰਾਂ ਦਾ ਅਧਿਐਨ ਕੀਤਾ ਸੀ, ਉਹਨਾਂ ਦੇ ਲਗਭਗ 50% ਤੋਂ ਘੱਟ ਦਾਅਵੇ ਸੱਚੇ ਸੀਗੇ। 50% ਤੋਂ ਵੱਧ ਉਹਨਾਂ ਦਾ ਝੂਠ ਹੀ ਸੀਗਾ। ਉਹ ਝੂਠ ਸੱਚ ਦਾ ਨਿਤਾਰਾ ਉਸ ਦੂਰਬੀਨ ਨੇ ਕਰ ਦਿੱਤਾ। ਪਰ ਤਬ ਤੱਕ ਬ੍ਰਾਹਮਣ ਦੇ ਹੱਥ ਇਹ ਵਿਦਿਆ ਆ ਚੁੱਕੀ ਸੀ, ਕਿਉਂਕਿ ਉਸ ਜ਼ਮਾਨੇ ਪੜ੍ਹਦੇ ਬ੍ਰਾਹਮਣ ਹੁੰਦੇ ਸਨ। ਸ਼ੂਦਰਾਂ ਨੂੰ ਤੇ ਪੜ੍ਹਨ ਦੀ ਮਨਾਹੀ ਸੀ। ਵੈਸ਼ ਜਿਹੜੇ ਸੀ ਉਹ ਸਿਰਫ ਆਪਣੇ ਵਪਾਰ ਨਾਲ ਸੰਬੰਧਿਤ ਹੀ ਚੀਜ਼ਾਂ ਪੜ੍ਹਦੇ ਸਨ, ਉਸ ਤੋਂ ਉੱਤੇ ਪੜ੍ਹਦੇ ਹੀ ਨਹੀਂ ਸਨ। ਤੇ ਬ੍ਰਾਹਮਣ ਦਾ ਕੰਮ ਹੀ ਪੜ੍ਹਨਾ ਹੁੰਦਾ ਸੀ। ਸਾਰੇ ਗ੍ਰੰਥ ਬ੍ਰਾਹਮਣ ਕੋਲ ਸਨ ਤੇ ਖੱਤਰੀ ਦਾ ਕੰਮ ਸੂਰਮਤਾਈ ਥੋੜਾ ਬਹੁਤਾ ਉਹ ਪੜ੍ਹ ਲੈਂਦੇ ਸਨ। ਭਾਵ ਸਾਰੀ ਪੜ੍ਹਾਈ ਲਿਖਾਈ ਬ੍ਰਾਹਮਣ ਕੋਲ ਸੀ। ਤੇ ਬ੍ਰਾਹਮਣ ਨੇ ਦੇਖਿਆ ਵੀ ਤੇ ਕੰਮ ਬੜਾ ਵਧੀਆ ਹੈ। ਹੁਣ ਉਹਨੇ ਤਾਰਿਆਂ ਦੇ ਉਸ ਅਧਿਐਨ ਨੂੰ ਵਰਤ ਲਿਆ ਆਪਣੀ ਰੋਜ਼ੀ ਰੋਟੀ ਵਾਸਤੇ। ਕਿੱਥੇ ਤੇ ਉਹ ਸਿਆਣੇ ਵਿਦਵਾਨਾਂ ਦਾ ਚੰਗਾ ਕੰਮ ਸੀ ਤਾਰਿਆਂ ਦਾ ਅਧਿਐਨ ਕਰਨਾ, ਪਰ ਬ੍ਰਾਹਮਣ ਨੇ ਆਪਣੀ ਰੋਜ਼ੀ ਰੋਟੀ ਲਈ ਵਰਤ ਲਿਆ। ਉਹਨੇ ਉਸ ਤਾਰੇ ਅਧਿਐਨ ਵਿਗਿਆਨ ਨੂੰ ਆਪਣੀ ਰੋਜ਼ੀ ਰੋਟੀ ਲਈ ਵਰਤ ਕੇ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਕਿਵੇਂ? ਮੈਂ ਉਦਾਹਰਨ ਦਿੰਦਾ ਵਾਂ। ਤੁਸੀਂ ਮੇਰੇ ਕੋਲ ਆਏ, ਮੈਂ ਤੁਹਾਡੀ ਗੱਡੀ ਦੇਖੀ, ਮੈਂ ਕਿਹਾ ਵੀ ਤੁਹਾਡੀ ਗੱਡੀ ਦਾ ਬਲਬ ਜਿਹੜਾ ਨਾ ਫਿਊਜ਼ ਹੈ ਵਾਲਾ, ਹੁਣ ਤੁਹਾਨੂੰ ਰਾਤੀ ਬੁਖਾਰ ਚੜੇਗਾ। ਬੰਦਾ ਸੋਚਦਾ ਵੀ ਹਾਂ ਗੱਡੀ ਦਾ ਬਲਬ ਤੇ ਵਾਕਈ ਫਿਊਜ਼ ਚੱਲ ਨਹੀਂ ਰਿਹਾ, ਠੀਕ ਹੀ ਬੰਦਾ ਕਹਿ ਰਿਹਾ, ਝੂਠ ਤੇ ਕਹਿ ਹੀ ਨਹੀਂ ਰਿਹਾ, ਇਹਦਾ ਮਤਲਬ ਮੈਨੂੰ ਬੁਖਾਰ ਚੜ ਜਾਏਗਾ। ਜਾਂ ਮੈਂ ਕਹਾਂ ਵੀ ਤੁਹਾਡਾ ਕਲਚ ਜਿਹੜਾ ਕੰਮ ਨਹੀਂ ਕਰ ਰਿਹਾ, ਹੁਣ ਤੁਹਾਡਾ ਘਰ ਢਹਿ ਜਾਏਗਾ, ਦੇਖਿਓ। ਬੰਦਾ ਸੋਚਦਾ ਜੀ ਹਾਂ ਕਲਚ ਤੇ ਵਾਕਈ ਨਹੀਂ ਕੰਮ ਕਰ, ਝੂਠ ਤੇ ਮੈਂ ਬੋਲ ਹੀ ਨਹੀਂ ਰਿਹਾ, ਇਹਦਾ ਮਤਲਬ ਮੇਰਾ ਘਰ ਢਹਿ ਜਾਏਗਾ। ਹੁਣ ਸੁੱਖ ਤੇ ਦੁੱਖ ਤੇ ਜ਼ਿੰਦਗੀ ਨਾਲ ਜੁੜੇ ਹੋਏ ਸੀ। ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਗ੍ਰਹਿ ਫਲਾਣੇ ਘਰ ਚ ਹੈ ਨਾ, ਹੁਣ ਤੇਰਾ ਨੁਕਸਾਨ ਹੋ ਜਾਏਗਾ। ਇਹ ਗ੍ਰਹਿ ਜਿਹੜਾ ਫਲਾਣੇ ਘਰ ਚ ਚਲਾ ਗਿਆ, ਹੁਣ ਤੈਨੂੰ ਕੋਈ ਰੋਗ ਹੋ ਜਾਏਗਾ। ਇਹ ਗ੍ਰਹਿ ਹੁਣ ਫਲਾਣੇ ਘਰ ਚ ਚਲਾ ਗਿਆ, ਹੁਣ ਤੇਰਾ ਧਨ ਦਾ ਨੁਕਸਾਨ ਹੋ ਜਾਏਗਾ। ਇਹ ਗ੍ਰਹਿ ਫਲਾਣੇ ਘਰ ਚਲੇਗਾ, ਹੁਣ ਕਾਲ ਯੋਗ ਬਣ ਗਿਆ, ਹੁਣ ਮ੍ਰਿਤੂ ਹੋਏਗੀ, ਕੋਈ ਨਾ ਕੋਈ ਮਰੇਗਾ। ਜੇ ਇਹ ਘਰ ਫਲਾਣੇ ਇਹ ਗ੍ਰਹਿ ਫਲਾਣੇ ਘਰ ਚ ਆ ਜਾਏਗਾ, ਫਿਰ ਤੂੰ ਅਮੀਰ ਹੋ ਜਾਏਗਾ, ਫਿਰ ਤੇਰੇ ਰੋਗ ਕੱਟੇ ਜਾਣਗੇ, ਫਿਰ ਤੈਨੂੰ ਆਹ ਮਿਲ ਜਾਏਗਾ। ਤੇ ਬੰਦਾ ਕਹਿੰਦਾ ਵੀ ਹੁਣ ਮੈਂ ਕੀ ਕਰਾਂ, ਜੇ ਸੱਚਮੁੱਚ ਇਸ ਘਰ ਚ ਆ ਜਾਵੇ ਇਹ ਗ੍ਰਹਿ ਤੇ ਮੇਰੇ ਤਾਂ ਜ਼ਿੰਦਗੀ ਬਣ ਜਾਏਗੀ, ਸਫਲ ਹੋ ਜਾਏਗੀ। ਫਿਰ ਬ੍ਰਾਹਮਣ ਕਹਿੰਦਾ ਸੀ ਤੈਨੂੰ ਦਾਨ ਕਰਨਾ ਪਏਗਾ, ਤੂੰ ਮੈਨੂੰ ਦਾਨ ਕਰ, ਮੈਂ ਇਸ ਗ੍ਰਹਿ ਨੂੰ ਤੇਰਾ ਦਾਨ ਪਹੁੰਚਾ ਦਿਆਂਗਾ ਤੇ ਉਹ ਆਪਣਾ ਘਰ ਇਹ ਛੱਡ ਕੇ ਦੂਜੇ ਘਰ ਚ ਆ ਜਾਏਗਾ, ਫਿਰ ਤੇਰੇ ਘਰ ਧਨ ਦੀ ਵਰਖਾ ਹੋ ਜਾਏਗੀ, ਤੂੰ ਅਮੀਰ ਹੋ ਜਾਏਗਾ, ਤੇਰੇ ਰੋਗ ਕੱਟੇ ਜਾਣਗੇ, ਤੈਨੂੰ ਸਾਰਾ ਕੁਝ ਮਿਲ ਜਾਏਗਾ। ਇਸ ਤਰ੍ਹਾਂ
ਮਤਲਬ ਕੀ ਸੀ? ਕਿਸੇ ਦਾ ਮੈਸੇਜ ਕੋਈ ਆਇਆ ਹੈਗਾ? ਗੁਰਮਤਿ ਉਚਾਰ ਮੰਤਵਾ ਕੇ ਲਈ ਜ਼ਰੂਰੀ ਹੈ। ਮੈਨੂੰ ਸਮਝ ਨਹੀਂ ਆਈ। ਕਿਸੇ ਨੇ ਮੈਸੇਜ ਕੀਤਾ ਹੈ। ਮੈਂ ਬੇਨਤੀ ਕਰਾਂ ਵੀ ਆਪਾਂ ਕਲਾਸ ਤੋਂ ਬਾਅਦ ਸਾਰਾ ਹੁਣ ਕੀ ਜਦੋਂ ਇਹ ਗੱਲ ਜਦੋਂ ਹੋਈ, ਉਹਨਾਂ ਨੇ ਇਸ ਤਾਰਾ ਅਧਿਐਨ ਦੇ ਵਿਗਿਆਨ ਨੂੰ ਆਪਣੀ ਰੋਜ਼ੀ ਰੋਟੀ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਦੂਰਬੀਨ ਦੀ ਖੋਜ ਹੋਈ, ਉਦੋਂ ਬਹੁਤ ਸਾਰੀਆਂ ਗੱਲਾਂ ਉਹਨਾਂ ਦੀਆਂ ਝੂਠੀਆਂ ਸਾਬਤ ਹੋਈਆਂ। 50% ਤੋਂ ਜ਼ਿਆਦਾ ਗੱਲਾਂ ਝੂਠੀਆਂ ਸਾਬਤ ਹੋਈਆਂ। ਪਰ ਉਹ ਸਿਆਣੇ ਲੋਕ ਸੀ ਜਿਨ੍ਹਾਂ ਨੇ ਕੁਝ ਗ੍ਰਹਿ ਦੇ ਨਾਂ ਰੱਖ ਲਏ ਸਨ ਆਪਣੇ ਦੇਵੀ ਦੇਵਤਿਆਂ ਦੇ ਨਾਂ ਤੇ, ਪਰ ਕੁਝ ਐਸੀਆਂ ਚੀਜ਼ਾਂ ਸਨ ਜਿਹੜੀਆਂ ਗਲਤ ਸਾਬਤ ਹੋਈਆਂ। ਉਦਾਹਰਨ ਦੇ ਤੌਰ ਤੇ ਮੈਂ ਕੁਝ ਚੀਜ਼ਾਂ ਆਪ ਜੀ ਨੂੰ ਦੱਸ ਦਿੰਦਾ ਵਾਂ। ਜਿਵੇਂ ਉਹ ਲੋਕ ਮੰਨਦੇ ਨੇ ਕਿ ਧਰਤੀ ਜਿਹੜੀ ਹੈ ਨਾ, ਉਹ ਚੌਰਸ ਹੈ, ਜੋਤਿਸ਼ਮੰਦੀ ਹੈ। ਹੁਣ ਅੱਜ ਪ੍ਰਾਇਮਰੀ ਕਲਾਸ ਦੇ ਬੱਚੇ ਨੂੰ ਵੀ ਪਤਾ ਹੈ ਕਿ ਧਰਤੀ ਗੋਲ ਹੈ, ਉਹ ਵੀ ਜਾਣਦਾ ਹੈ। ਫਿਰ ਉਹ ਕਹਿੰਦੇ ਨੇ ਜਿਹੜੀ ਧਰਤੀ ਹੈਗੀ ਹੈ ਨਾ, ਇਹ ਖੜੀ ਹੈ ਇੱਕ ਥਾਂ ਤੇ। ਉਹ ਇੱਕ ਪ੍ਰਾਇਮਰੀ ਕਲਾਸ ਦੇ ਬੱਚੇ ਨੂੰ ਪਤਾ ਹੈ ਵੀ ਧਰਤੀ ਖੜੀ ਨਹੀਂ ਹੈ, ਉਹ ਘੁੰਮ ਰਹੀ ਹੈ ਗੋਲ ਦਾਇਰੇ ਵਿੱਚ। ਆਪਣੇ ਧੁਰੇ ਤੇ ਵੀ ਚੱਕਰ ਲਗਾ ਰਹੀ ਹੈ ਔਰ ਸੂਰਜ ਦਾ ਵੀ ਚੱਕਰ ਲਗਾ ਰਹੀ ਹੈ ਉਹ। ਫਿਰ ਉਹਨਾਂ ਨੇ ਕਹਿ ਦਿੱਤਾ ਵੀ ਸੂਰਜ ਜਿਹੜਾ ਹੈ ਨਾ, ਉਹ ਤਾਰਾ, ਉਹ ਗ੍ਰਹਿ ਹੈਗਾ ਵੈ। ਸੂਰਜ ਨੂੰ ਗ੍ਰਹਿ ਮੰਨਦੇ ਨੇ ਉਹ। ਦੂਰਬੀਨ ਨੇ ਸਾਬਤ ਕਰ ਦਿੱਤਾ ਵੀ ਸੂਰਜ ਗ੍ਰਹਿ ਨਹੀਂ ਹੈਗਾ, ਸੂਰਜ ਤੇ ਇੱਕ ਤਾਰਾ ਹੈਗਾ। ਉਹਨਾਂ ਨੇ ਕਿਹਾ ਕਿ ਚੰਦਰਮਾ ਜਿਹੜਾ ਹੈਗਾ ਨਾ, ਉਹ ਗ੍ਰਹਿ ਹੈ। ਹੁਣ ਅੱਜ ਸਾਬਤ ਹੋ ਗਈ ਇਹ ਗੱਲ ਕਿ ਚੰਦਰਮਾ ਗ੍ਰਹਿ ਤੇ ਹੈ ਹੀ ਨਹੀਂ, ਚੰਦਰਮਾ ਤੇ ਉਪਗ੍ਰਹਿ ਹੈਗਾ ਵੈ। ਫਿਰ ਉਹਨਾਂ ਨੇ ਕਹਿ ਦਿੱਤਾ ਕਿ ਸਾਰੇ ਗ੍ਰਹਿ ਤੇ ਸੂਰਜ ਵਗੈਰਾ ਜਿੰਨੇ ਨੇ, ਸੂਰਜ ਨੂੰ ਕਿਉਂਕਿ ਗ੍ਰਹਿ ਮੰਨਦੇ ਨੇ, ਸਾਰੇ ਧਰਤੀ ਦੇ ਦੁਆਲੇ ਚੱਕਰ ਲਾ ਰਹੇ ਨੇ। ਹੁਣ ਇਹ ਗੱਲ ਉਹਨਾਂ ਦੀ ਝੂਠ ਸਾਬਤ ਹੋਈ, ਕਿਉਂਕਿ ਗ੍ਰਹਿ ਜਿਹੜੇ ਨੇ ਜਾਂ ਸੂਰਜ ਜਿਹੜਾ, ਉਹ ਧਰਤੀ ਦੁਆਲੇ ਚੱਕਰ ਨਹੀਂ ਲਾ ਰਹੇ, ਬਲਕਿ ਧਰਤੀ ਬਾਕੀ ਗ੍ਰਹਿਆਂ ਸਮੇਤ ਸੂਰਜ ਦੁਆਲੇ ਚੱਕਰ ਲਾ ਰਹੀ ਹੈ। ਦੇਖੋ ਕਿੰਨੀਆਂ ਗੱਲਾਂ ਉਹਨਾਂ ਦੀਆਂ ਝੂਠੀਆਂ ਸਾਬਤ ਹੋਈਆਂ। ਮੈਂ ਇੱਥੇ ਆਪ ਜੀ ਨੂੰ ਦਿਖਾ ਦਿੰਦਾ। ਜਿਹੜਾ ਐਸਟ੍ਰੋਲੋਜੀ ਦਾ ਝੂਠ ਕੀ ਹੈਗਾ ਤੇ ਐਸਟ੍ਰੋਨੋਮੀ ਦਾ ਸੱਚ ਕੀ ਹੈਗਾ ਵੈ। ਉਹ ਕਹਿੰਦੇ ਨੇ ਧਰਤੀ ਚੌਰਸ ਹੈ, ਐਸਟ੍ਰੋਨੋਮੀ ਕਹਿੰਦੀ ਧਰਤੀ ਗੋਲ ਹੈਗੀ ਹੈ। ਫਲਿਤ ਸ਼ਾਸਤਰ ਕਹਿੰਦਾ ਹੈਗਾ ਕਿ ਧਰਤੀ ਸਥਿਰ ਖੜੀ ਹੈ, ਇੱਕ ਫੱਟੀ ਦੀ ਤਰ੍ਹਾਂ ਚੌਰਸ ਹੈ ਔਰ ਖੜੀ ਬਸ ਇੱਕ ਥਾਂ ਤੇ। ਤੇ ਐਸਟ੍ਰੋਨੋਮੀ ਕਹਿੰਦੀ ਵੀ ਧਰਤੀ ਘੁੰਮ ਰਹੀ ਹੈ ਔਰ ਗੋਲ ਹੈ। ਉਹ ਮੰਨਦੇ ਨੇ ਖੜੀ ਹੈ ਧਰਤੀ, ਚੌਰਸ ਫੱਟੀ ਦੀ ਤਰ੍ਹਾਂ। ਤਾਂ ਹੀ ਸਨਾਤਨ ਗ੍ਰੰਥਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਹੈਗਾ ਕਿ ਧਰਤੀ ਨੂੰ ਇੱਕ ਬੈਲ ਨੇ ਆਪਣੇ ਸਿੰਘਾਂ ਤੇ ਚੁੱਕਿਆ ਹੋਇਆ ਹੈ। ਜਦੋਂ ਉਹ ਥੱਕ ਜਾਂਦਾ ਹੈ, ਇੱਕ ਸਿੰਘ ਤੋਂ ਦੂਜੇ ਸਿੰਘ ਤੇ ਧਰਤੀ ਨੂੰ ਲੈ ਕੇ ਆਉਂਦਾ ਹੈ, ਉਦੋਂ ਫਿਰ ਭੁਚਾਲ ਆਉਂਦੇ ਨੇ। ਬੈਲ ਨੇ ਧਰਤੀ ਨੂੰ ਆਪਣੇ ਸਿਰ ਤੇ ਚੁੱਕਿਆ ਹੋਇਆ ਹੈ। ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸਵਾਲ ਕਰ ਦਿੱਤਾ ਸੀ ਕਿ ਜੇ ਬੈਲ ਨੇ ਧਰਤੀ ਨੂੰ ਚੁੱਕਿਆ ਹੋਇਆ ਆਪਣੇ ਸਿੰਘਾਂ ਦੇ ਉੱਪਰ, ਫਿਰ ਬੈਲ ਕਿੱਥੇ ਖੜਾ ਹੈ? ਉਹ ਕਹਿਣ ਲੱਗੇ ਜੀ ਉਹ ਜਿਹੜਾ ਬੈਲ ਹੈ, ਉਹ ਤੇ ਉਹਦੇ ਇੱਕ ਹੋਰ ਤੇ ਥੱਲੇ ਧਰਤੀ, ਉਹ ਤੇ ਧਰਤੀ ਤੇ ਖੜਾ ਹੈ। ਸਤਿਗੁਰੂ ਕਹਿਣਗੇ ਚਲੋ ਠੀਕ ਮੰਨ ਲੈਂਦੇ ਆ, ਜਿਹੜੇ ਥੱਲੇ ਧਰਤੀ ਉਹ ਕਿਹਦੇ ਆਸਰੇ ਖੜੀ ਹੈ? ਕਹਿਣ ਲੱਗੇ ਸਿੱਧੀ ਜੀ ਗੱਲ, ਉਹਦੇ ਥੱਲੇ ਇੱਕ ਹੋਰ ਬੈਲ ਹੈਗਾ ਵਾ। ਸਤਿਗੁਰੂ ਕਹਿਣ ਲੱਗੇ ਉਸ ਬੈਲ ਦੇ ਥੱਲੇ ਹੋਰ ਕੀ ਹੈ? ਕਹਿਣ ਲੱਗੇ ਦੂਜੀ ਧਰਤੀ ਥੱਲੇ ਇੱਕ ਹੋਰ ਬੈਲ। ਸਤਿਗੁਰੂ ਕਹਿਣ ਲੱਗੇ ਉਹ ਤੇ ਮੰਨਿਆ, ਇਹ ਦੱਸੋ ਵੀ ਅਖੀਰ ਤੇ ਕੌਣ ਹੈ, ਬੈਲ ਹੈ ਕਿ ਧਰਤੀ ਹੈ? ਅਖੀਰ ਤੇ ਕਿਹੜੀ ਚੀਜ਼ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਚੁੱਕੀ ਖੜੀ ਹੈ? ਧਰਤੀ ਹੋਰ, ਪਰੈ ਹੋਰ, ਇਸ ਤੇ ਭਾਰ, ਤਲੇ ਕਮਣਜੋਰ। ਧਰਤੀ ਦੇ ਥੱਲੇ ਇੱਕ ਹੋਰ ਬੈਲ, ਇੱਕ ਹੋਰ ਬੈਲ, ਇੱਕ ਹੋਰ। ਇੱਥੇ ਬੈਲ ਦੀ ਗੱਲ ਹੈ, ਤਾਂ ਇਸ ਕਰਕੇ ਹੋਰ ਦੇ ਰਾਰੇ ਨੂੰ ਔਂਕੜ ਹੈ ਉੱਥੇ। ਇਹ ਪੁਲਿੰਗ ਵਾਸਤੇ ਪੜਨਾਮੀ ਵਿਸ਼ੇਸ਼ਣ ਹੈ, ਬੈਲ ਵਾਸਤੇ। ਧਰਤੀ ਹੋਰ, ਪਰੈ ਹੋਰ, ਧਰਤੀ ਦੇ ਥੱਲੇ ਹੋਰ ਬੈਲ, ਪਰੇ ਇੱਕ ਹੋਰ ਬੈਲ, ਉਹਦੇ ਥੱਲੇ ਇੱਕ ਹੋਰ ਬੈਲ। ਤਿਸ ਤੇ ਭਾਰ, ਤਲੇ ਕਮਣਜੋਰ। ਸਭ ਤੋਂ ਅਖੀਰ ਤੇ ਕਿਹੜਾ ਜ਼ੋਰ ਹੈ? ਬ੍ਰਾਹਮਣ ਕੋਲ ਜਵਾਬ ਕੋਈ ਨਹੀਂ ਸੀ। ਇਹੀ ਚਰਚਾ ਕਦੀ ਭਗਤ ਕਬੀਰ ਜੀ ਨਾਲ ਵੀ ਹੋਈ ਬ੍ਰਾਹਮਣ ਦੀ। ਭਗਤ ਕਬੀਰ ਜੀ ਕਹਿਣ ਲੱਗੇ ਮੰਨਿਆ ਵੀ ਧਰਤੀ ਥੱਲੇ ਜਾ ਕੇ ਤੇ ਕਿਸੇ ਨੇ ਦੇਖਿਆ ਨਹੀਂ ਵੀ ਕਿਹਨੇ ਚੁੱਕੀ ਹੈ, ਉਸ ਦੇ ਬੈਲ ਨੇ ਚੁੱਕੀ ਹੋਵੇ। ਧਰਤੀ ਦੇ ਥੱਲੇ ਨਾ ਤੂੰ ਗਿਆ ਨਾ ਮੈਂ ਗਿਆ, ਪਰ ਅਸਮਾਨ 'ਚ ਤਾਰੇ ਤੇ ਨਜ਼ਰ ਆ ਰਹੇ ਨੇ, ਇਹਨਾਂ ਦੇ ਥੱਲੇ ਤੇ ਕੋਈ ਬੈਲ ਨਜ਼ਰ ਨਹੀਂ ਆ ਰਿਹਾ। ਜਿਹੜੇ ਅਸਮਾਨ 'ਚ ਤਾਰੇ ਘੁੰਮ ਰਹੇ ਨੇ, ਇਹਨਾਂ ਦੇ ਥੱਲੇ ਤੇ ਕੋਈ ਬੈਲ ਨਹੀਂ ਦਿਸ ਰਿਹਾ। ਇਹ ਕਿਵੇਂ ਖੜੇ ਨੇ ਦੱਸ? ਮੰਨਿਆ ਧਰਤੀ ਬਲਦ ਦੇ ਸਿੰਘਾਂ ਤੇ ਖੜੀ ਹੈ, ਤਾਰੇ ਕਿਵੇਂ ਖੜੇ ਨੇ? ਉਹ ਬ੍ਰਾਹਮਣ ਕਹਿਣ ਲੱਗਾ ਵੀ ਤੂੰ ਤੇ ਕਮਲਾ, ਤੈਨੂੰ ਤੇ ਪਤਾ ਨਹੀਂ, ਇਹ ਤਾਰੇ ਇਹ ਖੜੇ ਥੋੜੇ ਨੇ, ਇਹ ਤੇ ਅਸਮਾਨ ਦੇ ਨਾਲ ਚਿਪਕੇ ਹੋਏ ਨੇ, ਤੈਨੂੰ ਨਹੀਂ ਪਤਾ ਹੈਗਾ। ਭਗਤ ਕਬੀਰ ਜੀ ਹੱਸ ਪਏ, ਕਹਿਣ ਲੱਗੇ ਚਲੋ ਮੰਨਿਆ ਵੀ ਇਹ ਤਾਰੇ ਜਿਹੜੇ ਨੇ ਅਸਮਾਨ ਨਾਲ ਚਿਪਕੇ ਹੋਏ ਨੇ। ਇਹ ਦੱਸ ਅਸਮਾਨ ਕਿਹਦੇ ਸਹਾਰੇ ਖੜਾ ਹੈ? ਇਹੀ ਦੱਸ ਦੇ। ਓਏ ਜੋ ਦਿਸੈ ਅੰਬਰ ਤਾਰੇ,
किन्नू ये चीते चीत न हारे, कोहरे पंडित अंबर कास्यों लागा। ये दस भी समान किहदे नाल लग्या है, इन्ना ही दस दे, कोहरे पंडित अंबर कास्यों लागा भी आप जरा समान है ये किहदे सारे खड़ा है। ਉਹਦੇ ਕੋਲ ਜਵਾਬ ਕੋਈ ਨਹੀਂ ਸੀ। ਇਹ ਗੱਲਾਂ 1000 ਸਾਲ ਪਹਿਲਾਂ ਪ੍ਰਚਲਿਤ ਸਨ। ਅੱਜ ਸਕੂਲ ਦੇ ਬੱਚੇ ਨੂੰ ਵੀ ਪਤਾ ਹੈ, ਪਰ ਬਦਕਿਸਮਤੀ ਪਤਾ ਕੀ ਹੈ, ਅਸੀਂ ਇਹ ਚੀਜ਼ਾਂ ਪੜ੍ਹੀਆਂ ਨੇ, ਮੰਨੀਆਂ ਨਹੀਂ ਹਨ। ਪ੍ਰਾਇਮਰੀ ਕਲਾਸ ਦੇ ਵਿੱਚ, ਹਾਈ ਕਲਾਸ ਦੇ ਵਿੱਚ, ਮਿਡਲ ਕਲਾਸ ਦੇ ਵਿੱਚ ਜਾਂ ਸੈਕੰਡਰੀ ਤੱਕ ਪਹੁੰਚ ਕੇ ਜਾਂ ਹੋਰ ਵੀ ਅੱਗੋਂ ਕਈਆਂ ਦੇ ਸਬਜੈਕਟ ਹੀ ਅੱਗੋਂ ਇਹ ਆ ਜਾਂਦੇ ਨੇ, ਪੜ੍ਹਿਆ ਉਹਨਾਂ ਨੇ ਸਾਰਾ ਕੁਛ ਹੈ, ਪਰ ਮੰਨਦੇ ਉਹ ਜੋਤਿਸ਼ ਨੂੰ ਹੀ ਹੈ। कल्पना चावला नासा चली गई, नासा जाके इत्थों तक स्पेस विच भी पहुंच गई और साइंस बारे अच्छी तरह जानदी है, वो एस्ट्रोनॉमी बारे अच्छी तरह जानदी है, पर ਉਹਦੇ दिमाग विच भी एस्ट्रोलॉजी बड़ी हुई सी। एस्ट्रोलॉजी तो विश्वास सी, ज्योतिष तो विश्वास सी, हालांकि सारियां उन्हीं चीजां पढ़ियां हुई सन। क्यों? क्योंकि ਅਸੀਂ पढ़ाई सिर्फ पढ़ी, सिर्फ रोजी रोटी वास्ते पढ़ी ਜਾਂ ਚੰਗੀ पोस्ट तक जाने वास्ते पढ़ी, ਉਹਨੂੰ ਅਸੀਂ ਅਪਲਾਈ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ, ਉਹਨੂੰ ਮੰਨਿਆ ਨਹੀਂ ਅਸੀਂ। ਹੁਣ ਉਹ ਜੋਤਿਸ਼ ਸ਼ਾਸਤਰ ਇੰਨਾ ਝੂਠ ਦੇ ਬੇਸ ਤੇ ਖੜਾ ਹੈ, ਉਹ ਕਹਿੰਦਾ ਵੀ ਗ੍ਰਹਿ ਜਿਹੜੇ ਨੇ ਉਹ ਧਰਤੀ ਦੁਆਲੇ ਚੱਕਰ ਕੱਟਦੇ ਨੇ, ਪਰ ਐਸਟਰੋਨੋਮੀ ਕਹਿੰਦੀ ਹੈ ਸਿਰਫ ਚੰਦਰਮਾ ਧਰਤੀ ਦੁਆਲੇ ਚੱਕਰ ਕੱਟਦਾ ਹੈ, ਬਾਕੀ ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦੁਆਲੇ ਚੱਕਰ ਕੱਟਦੇ ਨੇ ਤੇ ਆਪਣੇ ਧੁਰੇ ਦੁਆਲੇ ਘੁੰਮਦੇ ਨੇ। ਜੋਤਿਸ਼ ਦਾ ਬੇਸ ਇੰਨਾ ਝੂਠ ਦੇ ਉੱਪਰ ਹੈ, ਉਹ ਕਹਿੰਦਾ ਵੀ ਧਰਤੀ ਜਿਹੜੀ ਹੈ ਸੂਰਜ ਦੇ ਨੇੜੇ ਹੈ। ਉਹ ਇਹ ਮੰਨਦੇ ਨੇ ਵੀ ਸੂਰਜ ਜਿਹੜਾ ਨਾ ਉਹ ਧਰਤੀ ਦੇ ਨੇੜੇ ਹੈ ਤੇ ਚੰਦਰਮਾ ਦੂਰ ਹੈ। ਕਿਉਂ ਮੰਨਦੇ ਨੇ? ਇਹਦੇ ਪਿੱਛੇ ਉਹਨਾਂ ਦਾ ਕਾਰਨ ਸੀ, ਕਿਉਂਕਿ ਉਹਨਾਂ ਨੇ ਸਿਰਫ ਨੰਗੀਆਂ ਅੱਖਾਂ ਨਾਲ ਦੇਖਿਆ ਸੀ। ਉਹਨਾਂ ਨੇ ਦੇਖਿਆ ਵੀ ਚੰਦਰਮਾ ਦੀ ਰੋਸ਼ਨੀ ਤੇ ਬੜੀ ਘੱਟ ਪਹੁੰਚਦੀ ਹੈ, ਸੂਰਜ ਦੀ ਰੋਸ਼ਨੀ ਬੜੀ ਜ਼ਿਆਦਾ ਪਹੁੰਚਦੀ ਹੈ। ਇਹਦਾ ਮਤਲਬ ਸੂਰਜ ਨੇੜੇ ਹੈ ਧਰਤੀ ਦੇ, ਚੰਦਰਮਾ ਕਿਉਂਕਿ ਬਹੁਤ ਦੂਰ ਹੈ, ਇਸ ਕਰਕੇ ਉਹਦੀ ਰੋਸ਼ਨੀ ਜਿਹੜੀ ਹੈ ਸਾਡੇ ਤੱਕ ਪਹੁੰਚ ਨਹੀਂ ਰਹੀ ਹੈਗੀ, ਉਹਦੀ ਰੋਸ਼ਨੀ ਸਾਡੇ ਤੱਕ ਨਹੀਂ ਪਹੁੰਚ ਰਹੀ ਕਿਉਂਕਿ ਚੰਦਰਮਾ ਦੂਰ ਬੜਾ ਹੈ। ਉਹਨਾਂ ਸੋਚਿਆ ਵੀ ਚੰਦਰਮਾ ਤੇ ਸੂਰਜ ਇੱਕੋ ਜਿਹੇ ਨੇ, ਵੀ ਦੋਨੋਂ ਹੀ ਰੋਸ਼ਨੀ ਦੇਣ ਵਾਲੇ ਨੇ, ਪਰ ਚੰਦਰਮਾ ਦੀ ਰੋਸ਼ਨੀ ਘੱਟ ਆਉਂਦੀ ਇਹਦਾ ਮਤਲਬ ਬੜਾ ਦੂਰ ਹੋਏਗਾ, ਸੂਰਜ ਦੀ ਰੋਸ਼ਨੀ ਜ਼ਿਆਦਾ ਆ ਰਹੀ, ਸੂਰਜ ਨੇੜੇ ਹੈ। ਇਸ ਕਰਕੇ ਉਹਨਾਂ ਨੇ ਕਿਹਾ ਵੀ ਧਰਤੀ ਤੋਂ ਸੂਰਜ ਨੇੜੇ ਹੈ ਤੇ ਚੰਦਰਮਾ ਦੂਰ ਹੈ। ਹਾਲਾਂਕਿ ਐਸਟਰੋਨੋਮੀ ਕਹਿੰਦੀ ਹੈ ਕਿ ਧਰਤੀ ਤੋਂ ਸੂਰਜ ਦੂਰ ਹੈ, 15 ਕਰੋੜ ਕਿਲੋਮੀਟਰ ਦੂਰ ਹੈ, ਤੇ ਚੰਦਰਮਾ ਜਿਹੜਾ ਹੈ ਉਹ ਨੇੜੇ ਹੈਗਾ ਵਾ। ਧਰਤੀ ਤੋਂ ਚੰਦਰਮਾ ਦੂਰ ਹੈ, ਐਸਟਰੋਲੋਜੀ ਕਹਿ ਰਹੀ ਹੈ, ਤੇ ਐਸਟਰੋਨੋਮੀ ਕਹਿੰਦੀ ਹੈ ਧਰਤੀ ਤੋਂ ਚੰਦਰਮਾ ਨੇੜੇ ਹੈ। ज्योतिष कह रहे हैं भी सूरज ग्रह है, पर खगोल शास्त्र कह रहे हैं भी सूरज एक तारा है। कितना फर्क है? ਅੱਜ ਤੱਕ ਜੋਤਿਸ਼ਾਂ ਦੇ ਵਿੱਚ ਸੂਰਜ ਨੂੰ ਗ੍ਰਹਿ ਮੰਨਿਆ ਜਾਂਦਾ ਹੈ। ਸੂਰਜ ਗ੍ਰਹਿ ਤੇਰੇ ਫਲਾਣੇ ਘਰ ਚ ਆ ਗਿਆ, ਸੂਰਜ ਗ੍ਰਹਿ ਤੇਰੇ ਫਲਾਣੇ ਘਰ ਚ ਚਲਾ ਗਿਆ, ਉਹ ਸੂਰਜ ਨੂੰ ਗ੍ਰਹਿ ਮੰਨਦੇ ਨੇ। ਸੂਰਜ ਗ੍ਰਹਿ ਨਹੀਂ ਹੈ, ਕੋਈ ਤਾਰਾ ਹੈਗਾ। ਫਿਰ ਚੰਦਰਮਾ ਨੂੰ ਵੀ ਗ੍ਰਹਿ ਮੰਨਦੇ ਨੇ, ਵੀ ਚੰਦਰਮਾ ਗ੍ਰਹਿ ਹੈ। ਸਾਇੰਟਿਸਟ ਕਹਿੰਦੇ ਵੀ ਚੰਦਰਮਾ ਗ੍ਰਹਿ ਨਹੀਂ ਹੈ, ਚੰਦਰਮਾ ਉਪਗ੍ਰਹਿ ਹੈ, ਉਹ ਗ੍ਰਹਿ ਨਹੀਂ ਹੈਗਾ। ਉਪਗ੍ਰਹਿ ਉਹਨੂੰ ਕਹਿੰਦੇ ਜਿਹੜਾ ਗ੍ਰਹਿ ਦੇ ਦੁਆਲੇ ਚੱਕਰ ਲਾਏ, ਤੇ ਜਿਹੜਾ ਸੂਰਜ ਦੁਆਲੇ ਚੱਕਰ ਲਗਾਏ ਉਹ ਹੁੰਦਾ ਗ੍ਰਹਿ। ਧਰਤੀ ਸੂਰਜ ਦੁਆਲੇ ਚੱਕਰ ਕੱਟਦੀ, ਧਰਤੀ ਗ੍ਰਹਿ ਹੈ ਤੇ ਚੰਦਰਮਾ ਉਪਗ੍ਰਹਿ ਹੈਗਾ। ਹੋਰ ਉਹ ਕਹਿੰਦੇ ਨੇ ਰਾਹੂ ਤੇ ਕੇਤੂ ਦੋ ਗ੍ਰਹਿ ਨੇ, ਤੇ ਸਾਇੰਟਿਸਟ ਕਹਿੰਦੇ ਨੇ ਵੀ ਰਾਹੂ ਕੇਤੂ ਕੋਰੀ ਕਲਪਨਾ ਹੈਗੀ, ਹੈ ਹੀ ਨਹੀਂ ਗ੍ਰਹਿ। ਜਦੋਂ ਕਹਿੰਦੇ ਨੇ ਦਿਖਾਓ ਕਿੱਥੇ ਹੈ, ਫਿਰ ਜੋਤਿਸ਼ ਪਤਾ ਕੀ ਕਹਿੰਦੇ ਨੇ, ਇਹ ਤੇ ਜੀ ਸਾਡੀ ਇਮੈਜਿਨੇਸ਼ਨ ਹੈ, ਸਾਡੇ ਕਾਲਪਨਿਕ ਗ੍ਰਹਿ ਨੇ। ਤੇ ਸਾਇੰਟਿਸਟ ਹੱਸ ਕੇ ਕਹਿੰਦੇ ਨੇ ਜੇ ਕਾਲਪਨਿਕ ਗ੍ਰਹਿ ਹੈਗੇ ਨੇ ਫਿਰ ਸਾਡਾ ਕੀ ਵਿਗਾੜਨਗੇ ਇਹ ਸਾਡਾ ਕੀ ਵਿਗਾੜ ਸਕਦੇ ਨੇ? ਕਾਲਪਨਿਕ ਨੇ ਤੇ ਗੱਲ ਖਤਮ ਹੈ ਹੀ ਕਾਲਪਨਿਕ। ਤੇ ਜਿਹੜੀ ਕਲਪਨਾ ਦੇ ਵਿੱਚ ਹੈ ਝੂਠੇ ਹੀ ਨੇ, ਉਹ ਮੇਰਾ ਕੀ ਵਿਗਾੜਨਗੇ? ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਕਹਾਂ ਵੀ ਤੁਹਾਡੇ ਬਿਲਕੁਲ ਨਾਲ ਸ਼ੇਰ ਬੈਠਾ ਹੈ, ਕਾਲਪਨਿਕ ਸ਼ੇਰ ਬੈਠਾ ਹੈ, ਇਮੈਜਿਨੇਸ਼ਨ ਹੈ, ਤੁਸੀਂ ਕਹੋਗੇ ਬੈਠਾ ਤੇ ਬੈਠਾ ਰਹੇ, ਪਰ ਜੇ ਸੱਚੀ ਆ ਕੇ ਬਹਿ ਜਾਏ ਤੇ ਸਾਡੀਆਂ ਦੌੜਾਂ ਲੰਘ ਜਾਂਦੀਆਂ ਨੇ। ਮਤਲਬ ਕੀ ਹੈਗਾ? ਹੈ ਹੀ ਕਾਲਪਨਿਕ। ਰਾਹੂ ਕੇਤੂ ਨਾਂ ਦੇ ਕੋਈ ਗ੍ਰਹਿ ਹੈ ਹੀ ਨਹੀਂ ਅਸਮਾਨ ਦੇ ਵਿੱਚ, ਔਰ ਇਹ ਗੱਲ ਜੋਤਸ਼ੀ ਆਪ ਮੰਨਦੇ ਨੇ ਵੀ ਇਹ ਸਾਡੇ ਕਾਲਪਨਿਕ ਗ੍ਰਹਿ ਹੈਗੇ ਨੇ, ਸੱਚੀ ਮੁੱਚੀ ਨਹੀਂ ਹੈਗੇ। ਉਹ ਕਹਿੰਦੇ ਨੇ ਸ਼ਨੀ ਸਾਡਾ ਦੁਸ਼ਮਣ ਹੈਗਾ, ਸਾਨੂੰ ਪਤਾ ਹੈ ਸ਼ਨੀ ਸਾਡਾ ਮਿੱਤਰ ਗ੍ਰਹਿ ਹੈਗਾ, ਸਾਡੀ ਧਰਤੀ ਵਾਸਤੇ ਬੜਾ ਫਾਇਦੇਮੰਦ ਹੈ। ਜੋਤਸ਼ੀ ਜਿਹੜੇ ਨਾ ਉਹ ਨਕਲ ਕਰਦੇ ਨੇ ਸਾਇੰਸ ਦੀ। ਨਕਲ ਕਿਵੇਂ ਕਰਦੇ ਨੇ? ਜਦੋਂ ਉਹਨਾਂ ਨੇ ਇਹਨਾਂ ਨੂੰ ਸੂਰਜ ਨੂੰ ਵੀ ਗ੍ਰਹਿ ਮੰਨ ਲਿਆ, ਚੰਦਰਮਾ ਨੂੰ ਵੀ ਗ੍ਰਹਿ ਮੰਨ ਲਿਆ ਆਪਣੀਆਂ ਕਿਤਾਬਾਂ ਦੇ ਵਿੱਚ, ਰਾਹੂ ਕੇਤੂ ਕਾਲਪਨਿਕ ਇਹਨਾਂ ਨੂੰ ਵੀ ਗ੍ਰਹਿ ਮੰਨ ਲਿਆ, ਪਰ ਸਾਇੰਸ ਨੇ ਦੁਨੀਆ ਦੇ ਸਾਹਮਣੇ 7 ਗ੍ਰਹਿ ਲੈ ਕੇ ਆਂਦੇ,
6 ਗ੍ਰਹਿ ਪਹਿਲਾਂ ਲੈ ਕੇ ਆਂਦੇ। ਹੁਣ ਜਦੋਂ ਗ੍ਰਹਿ ਲੈ ਕੇ ਆਂਦੇ ਉਹਨਾਂ ਨੇ ਕਿਹਾ ਵੀ ਆ ਸਾਡੇ ਗ੍ਰਹਿ ਹੈਗੇ ਨੇ, ਬੁੱਧ ਗ੍ਰਹਿ ਹੈ, ਸ਼ੁੱਕਰ ਹੈ, ਧਰਤੀ ਹੈ, ਮੰਗਲ ਹੈ, ਬ੍ਰਹਸਪਤ ਹੈ, ਸ਼ਨੀ ਹੈ। ਸਨ 1781 ਦੇ ਵਿੱਚ ਸਾਇੰਟਿਸਟਾਂ ਨੇ ਇੱਕ ਹੋਰ ਨਵਾਂ ਗ੍ਰਹਿ ਖੋਜ ਲਿਆ ਤੇ ਉਸ ਗ੍ਰਹਿ ਦਾ ਨਾਮ ਰੱਖਿਆ ਯੂਰੇਨਸ। ਇਹਨਾਂ ਜੋਤਸ਼ੀਆਂ ਨੇ ਦੇਖਿਆ ਵੀ ਇਹ ਇੱਕ ਨਵੀਂ ਬਲਾ ਕੱਢ ਮਾਰੀ ਸਾਇੰਟਿਸਟਾਂ ਨੇ। ਯੂਰੇਨਸ ਕਹਿੰਦੇ ਕਿ ਇਹ ਵੀ ਇੱਕ ਗ੍ਰਹਿ ਹੈਗਾ, ਸਾਡੀਆਂ ਕਿਤਾਬਾਂ 'ਚ ਤੇ ਲਿਖਿਆ ਨਹੀਂ ਹੋਇਆ ਤੇ ਅਸੀਂ ਤੇ ਝੂਠੇ ਸਾਬਤ ਹੋਵਾਂਗੇ। ਬੱਚੇ ਕੱਲ ਨੂੰ ਸਵਾਲ ਕਰਨਗੇ, ਫਿਰ ਕੀ ਕਰਾਂਗੇ? ਇਹਨਾਂ ਨੇ ਆਪਣੀ ਜੋਤਿਸ਼ ਦੀਆਂ ਕਿਤਾਬਾਂ ਰੱਦ ਕੀਤੀਆਂ, ਰੱਦ ਕਰਕੇ ਨਵੀਆਂ ਕਿਤਾਬਾਂ ਲਿਖੀਆਂ। ਉਦੋਂ ਟਾਈਪਿੰਗ ਦਾ ਜ਼ਮਾਨਾ ਤਾਂ ਹੈ ਨਹੀਂ ਸੀ ਵੀ ਕਿ ਪ੍ਰੂਫ ਰੀਡਿੰਗ ਕੀਤੀ ਜਾਂ ਕਾਪੀ ਪੇਸਟ ਕੀਤਾ ਤੇ ਚਲੋ ਨਾਮ ਬਦਲ ਦਿੱਤਾ ਜਾਂ ਰਿਪਲੇਸ ਕੀਤਾ ਨਾਮ ਤੇ ਸਾਰੇ ਤੇ ਆ ਜਾ, ਏਦਾਂ ਤਾਂ ਹੈ ਨਹੀਂ ਸੀ। ਉਹਨਾਂ ਨੇ ਆਪਣੀਆਂ ਕਿਤਾਬਾਂ ਰੱਦ ਕਰਕੇ ਉਹਦੇ ਵਿੱਚ ਥਾਂ ਤੇ ਨਵੀਆਂ ਕਿਤਾਬਾਂ ਲਿਖੀਆਂ। ਨਵੀਆਂ ਕਿਤਾਬਾਂ 'ਚ ਉਹਨਾਂ ਨੇ ਯੂਰੇਨਸ ਦਾ ਨਾਮ ਪਾਇਆ। ਫਿਰ ਸਨ 1846 ਦੇ ਵਿੱਚ ਸਾਇੰਟਿਸਟ ਕਹਿਣ ਲੱਗੇ ਵੀ ਅਸੀਂ ਇੱਕ ਹੋਰ ਗ੍ਰਹਿ ਲੱਭ ਲਿਆ, ਨੈਪਚੂਨ। ਇਹਨਾਂ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ ਵੀ ਇੱਕ ਹੋਰ ਨਵੀਂ ਬਲਾ ਕੱਢ ਮਾਰੀ ਇਹਨਾਂ ਨੇ, ਨੈਪਚੂਨ ਇਹ ਵੀ ਗ੍ਰਹਿ। ਇਹਨਾਂ ਨੇ ਆਪਣੀਆਂ ਕਿਤਾਬਾਂ ਫਿਰ ਬੈਂਚ ਸੁੱਟੀਆਂ, ਨਵੀਆਂ ਕਿਤਾਬਾਂ ਲਿਖੀਆਂ, ਉਹਦੇ ਵਿੱਚ ਨੈਪਚੂਨ ਦਾ ਨਾਮ ਪਾਇਆ। ਵੀ ਬੱਚੇ ਕੀ ਕਹਿਣਗੇ, ਤੁਹਾਡੇ ਕਿਤਾਬਾਂ 'ਚ ਹੈ ਹੀ ਨਹੀਂ ਗੱਲ, ਤੁਹਾਡੀ ਕਿਤਾਬਾਂ ਝੂਠੀਆਂ ਨੇ। ਉਸ ਤੋਂ ਬਾਅਦ 1930 ਸਨ ਆਇਆ। 1930 ਦੇ ਵਿੱਚ ਸਾਇੰਟਿਸਟਾਂ ਨੇ ਇੱਕ ਹੋਰ ਅਨਾਉਂਸ ਕੀਤਾ ਵੀ ਅਸੀਂ ਇੱਕ ਹੋਰ ਨਵਾਂ ਗ੍ਰਹਿ ਲੱਭ ਲਿਆ, ਪਲੂਟੋ। ਜਦੋਂ ਪਲੂਟੋ ਉਹਨਾਂ ਨੇ ਗ੍ਰਹਿ ਡਿਕਲੇਅਰ ਕੀਤਾ 1930 ਦੇ ਵਿੱਚ, ਇਹਨਾਂ ਨੂੰ ਫਿਰ ਹੱਥਾਂ ਪੈਰਾਂ ਦੀ ਪੈ ਗਈ, ਹੈ ਇੱਕ ਨਵਾਂ ਗ੍ਰਹਿ ਹੋਰ ਕੱਢ ਮਾਰਿਆ। ਇਹਨਾਂ ਨੇ ਆਪਣੀਆਂ ਕਿਤਾਬਾਂ ਫਿਰ ਰੱਦ ਕੀਤੀਆਂ, ਬੈਂਚ ਸੁੱਟੀਆਂ। ਨਵੀਆਂ ਕਿਤਾਬਾਂ 1930 ਤੋਂ ਬਾਅਦ ਇਹਨਾਂ ਨੇ ਲਿਖਣੀਆਂ ਸ਼ੁਰੂ ਕੀਤੀਆਂ, ਉਹਦੇ 'ਚ ਪਲੂਟੋ ਦਾ ਨਾਂ ਲਿਖਤਾ। ਤੇ ਤੁਹਾਨੂੰ ਪਤਾ ਅੱਜ ਕੱਲ੍ਹ ਇਹਨਾਂ ਦੀਆਂ ਫਿਰ ਭਾਜੜਾਂ ਪਈਆਂ ਹੋਈਆਂ ਨੇ, ਦੌੜਾਂ ਲੱਗੀਆਂ ਹੋਈਆਂ ਨੇ। ਅੱਜ ਕੱਲ੍ਹ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ, ਕਿਉਂ? ਕਿਉਂਕਿ 2005 ਦੇ ਵਿੱਚ ਸਾਇੰਟਿਸਟਾਂ ਨੇ ਫਿਰ ਕਹਿ ਦਿੱਤਾ ਕਿ ਪਲੂਟੋ ਗ੍ਰਹਿ ਹੀ ਨਹੀਂ ਹੈ। ਅਸੀਂ ਜਾਂਚ ਪੜਤਾਲ ਕੀਤੀ, ਇਹਦੇ 'ਚ ਗ੍ਰਹਿ ਵਾਲੇ ਲੱਛਣ ਨਹੀਂ ਹੈਗੇ, ਇਹ ਤੇ ਸਿਰਫ ਆਕਾਸ਼ੀ ਪਿੰਡ ਹੈਗਾ ਵੈ, ਆਕਾਸ਼ੀ ਪਿੰਡਾਂ ਦੀ ਲੜੀ ਹੈਗੀ ਇੱਕ ਇਹ, ਇਸ ਕਰਕੇ ਪਲੂਟੋ ਗ੍ਰਹਿ ਨਹੀਂ ਹੈਗਾ। ਉਹਨਾਂ ਨੇ ਪਲੂਟੋ ਤੋਂ ਗ੍ਰਹਿ ਦਾ ਦਰਜਾ ਖੋਹ ਲਿਆ, ਹੁਣੇ ਆਪਣੀਆਂ ਕਿਤਾਬਾਂ 'ਚ ਲਿਖੀ ਬੈਠੇ ਨੇ। ਮਤਲਬ ਕੀ ਕਰਦੇ ਨੇ, ਇਹ ਸਾਇੰਸ ਦੀ ਨਕਲ ਕਰਦੇ ਨੇ, ਚਾਹੇ ਯੂਰੇਨਸ ਹੈ, ਚਾਹੇ ਨੈਪਚੂਨ ਹੈ, ਚਾਹੇ ਪਲੂਟੋ ਹੈ। ਹੁਣ ਉਹ ਲਿਖੀ ਤੇ ਬੈਠੇ ਨੇ। ਸਾਇੰਟਿਸਟਾਂ ਨੇ ਪਲੂਟੋ ਨੂੰ ਰੱਦ ਕਰ ਦਿੱਤਾ ਵੀ ਗ੍ਰਹਿ ਨਹੀਂ ਹੈ, ਅਸੀਂ ਤੋਂ ਗ੍ਰਹਿ ਦਾ ਦਰਜਾ ਵਾਪਸ ਲੈ ਰਹੇ ਹੈਗੇ ਆ। ਹੁਣ ਇਹ ਲਿਖੀ ਬੈਠੇ ਨੇ, ਹੁਣ ਆਪਣੀਆਂ ਨਵੀਆਂ ਕਿਤਾਬਾਂ 'ਚ ਪਲੂਟੋ ਨੂੰ ਕੱਟਣਗੇ ਔਰ ਕੱਟ ਰਹੇ ਨੇ। ਹੁਣ ਮਤਲਬ ਕੀ ਹੈ, ਇਹਨਾਂ ਦੀ ਖੋਜ ਤੇ ਉੱਥੇ ਰੁਕੀ ਜਿੱਥੇ ਨੰਗੀਆਂ ਅੱਖਾਂ ਨਾਲ ਦੇਖਦੇ ਸੀਗੇ, ਪਰ ਸਾਇੰਸ ਦੀ ਖੋਜ ਜਾਰੀ ਰਹੀ। ਹੁਣ ਇਹਨਾਂ ਦੀ ਖੋਜ ਜਦੋਂ ਉੱਥੇ ਰੁਕ ਗਈ, ਫਿਰ ਇਹ ਨਕਲ ਮਾਰ ਮਾਰ ਕੇ ਆਪਣੀਆਂ ਕਿਤਾਬਾਂ ਲਿਖ ਰਹੇ ਨੇ। ਫਿਰ ਇੱਥੋਂ ਤੱਕ ਫਰਮਾਇਆ ਜਾਂਦਾ ਵੀ ਅਸੀਂ ਤੇ ਕੰਪਿਊਟਰ ਦੇ ਨਾਲ ਜੀ ਕੁੰਡਲੀ ਤਿਆਰ ਕਰਦੇ ਆ, ਕੰਪਿਊਟਰ ਦੇ ਨਾਲ ਟੇਵੇ ਬਣਾਉਂਦੇ ਆ। ਤੇ ਪੜ੍ਹੇ ਲਿਖੇ ਜਿਹੜੇ ਅਨਪੜ੍ਹ ਨੇ, ਪੜ੍ਹੇ ਲਿਖੇ ਅਨਪੜ੍ਹ ਦੀ ਗੱਲ ਕਰ ਰਹੇ ਹਾਂ, ਜਿਹੜੇ ਪੜ੍ਹੇ ਲਿਖੇ ਨੇ ਨਾ, ਐਸੇ ਵੀ ਪੜ੍ਹੇ ਲਿਖੇ ਜਿਹੜੇ ਅਨਪੜ੍ਹ ਨੇ, ਦਿਮਾਗ ਤੋਂ ਪੈਦਲ ਨੇ, ਉਹ ਕਹਿੰਦੇ ਹੈ ਕੰਪਿਊਟਰ ਨਾਲ, ਇਹ ਤੇ ਬਿਲਕੁਲ ਸੱਚ ਹੋਏਗਾ। ਹੁਣ ਕੰਪਿਊਟਰ ਨਾਲ ਕਿਵੇਂ ਟੇਵੇ ਬਣਦੇ ਨੇ, ਕਿਵੇਂ ਕੁੰਡਲੀਆਂ ਬਣਦੀਆਂ ਨੇ? ਕੰਪਿਊਟਰ ਵਿੱਚ ਜੋ ਤੁਸੀਂ ਫੀਡ ਕਰ ਦਿਓਗੇ ਤੁਹਾਨੂੰ ਉਹ ਦੱਸੇਗਾ। ਤੁਸੀਂ ਕੰਪਿਊਟਰ 'ਚ ਫੀਡ ਕਰ ਦਿਓ 2+2 5, ਉਹ 5 ਹੀ ਦੱਸੇਗਾ। 2+2 3 ਕਰ ਦਿਓ ਉਹਦੇ ਵਿੱਚ, ਉਹ 3 ਦੱਸੇਗਾ। ਤੁਸੀਂ 2+2 = ਤੁਸੀਂ 10 ਕਰ ਦਿਓ, 10 ਦੱਸੇਗਾ। ਕੰਪਿਊਟਰ 'ਚ ਪਾਇਆ ਤੇ ਬੰਦੇ ਨੇ ਨਾ, ਤੇ ਪੜ੍ਹੇ ਲਿਖੇ ਸੋਚਦੇ ਨੇ ਵੀ ਹਾਂ ਕੰਪਿਊਟਰ ਦੱਸ ਰਿਹਾ ਇਸ ਕਰਕੇ ਠੀਕ ਹੋਏਗਾ। ਜੋਤਿਸ਼ ਝੂਠ ਦੇ ਬੇਸ ਤੇ ਖੜਾ ਹੈ, ਇਹਦੇ ਕੋਈ ਪੈਰ ਨਹੀਂ ਹੈਗੇ ਇਹਦੇ। ਆ ਸਾਡੇ ਜਿਹੜਾ ਸਾਡਾ ਸੂਰਜ ਮੰਡਲ ਹੈਗਾ, ਉਹਦੀ ਤਰਤੀਬ ਇਸ ਤਰ੍ਹਾਂ ਦੀ ਹੈ। ਸਭ ਤੋਂ ਨੇੜੇ ਹੈਗਾ ਮਰਕਰੀ, ਬੁੱਧ ਗ੍ਰਹਿ। ਉਸ ਤੋਂ ਬਾਅਦ ਫਿਰ ਅਗਲਾ ਗ੍ਰਹਿ ਆ ਗਿਆ ਜੀ ਸ਼ੁੱਕਰ ਗ੍ਰਹਿ, ਵੀਨਸ। ਸਭ ਤੋਂ ਖੂਬਸੂਰਤ ਸੁੰਦਰ ਗ੍ਰਹਿ, ਹਰਿਆ ਭਰਿਆ, ਸਾਡੀ ਧਰਤੀ ਆ ਗਈ, ਅਰਥ। ਉਸ ਤੋਂ ਅੱਗੇ ਆ ਗਿਆ ਜੀ ਫਿਰ ਮੰਗਲ ਗ੍ਰਹਿ, ਮਾਰਸ। ਉਸ ਤੋਂ ਅੱਗੇ ਆ ਗਿਆ ਜੀ ਜੂਪੀਟਰ, ਬ੍ਰਹਸਪਤ ਗ੍ਰਹਿ। ਫਿਰ ਉਸ ਤੋਂ ਅੱਗੇ ਆ ਗਿਆ ਸੈਟਰਨ, ਸ਼ਨੀ ਗ੍ਰਹਿ। ਫਿਰ ਆ ਗਿਆ ਜੀ ਯੂਰੇਨਸ, ਇਹ ਆ ਗਿਆ। ਉਸ ਤੋਂ ਅੱਗੇ ਆ ਗਿਆ ਜੀ ਨੈਪਚੂਨ। ਆ 8 ਗ੍ਰਹਿ ਅੱਜ ਤੱਕ ਸਾਡੇ ਡਿਕਲੇਅਰ ਹੋ ਚੁੱਕੇ ਹੋਏ ਨੇ। 9ਵੇਂ ਗ੍ਰਹਿ ਇੱਕ ਹੋਰ ਵੀ ਅੱਜ ਕੱਲ੍ਹ ਸੁਣਿਆ ਵੀ ਇੱਕ ਹੋਰ ਗ੍ਰਹਿ ਇਹਨਾਂ ਨੂੰ ਲੱਭਿਆ ਹੈਗਾ, ਕਾਫੀ ਦੂਰ ਹੈ ਉਹ, ਪਰ ਅਜੇ ਉਹਦੇ ਬਾਰੇ ਡਿਕਲੇਅਰ ਨਹੀਂ ਕੀਤਾ ਵੀ ਗ੍ਰਹਿ ਹੈ ਕਿ ਨਹੀਂ, ਪਰ ਸੋਚਦੇ ਨੇ ਵੀ ਸ਼ਾਇਦ ਉਹ ਗ੍ਰਹਿ ਹੀ ਹੋਵੇ। ਹੁਣ ਇਹ ਕਿਸ ਤਰ੍ਹਾਂ ਕਰਦੇ ਨੇ ਟੇਬੇ ਵਗੈਰਾ, ਦੂਜੇ ਤੀਜਾ ਆ ਸਾਡਾ ਸਾਈਜ਼ ਹੈਗਾ ਗ੍ਰਹਿਆਂ ਦਾ। ਮੈਂ ਤਾਂ ਦਿਖਾਤਾ ਵੀ ਸਾਈਜ਼ ਵੀ ਦੇਖ ਲਓ ਤੁਸੀਂ। 763 ਧਰਤੀਆਂ ਆ ਜਾਂਦੀਆਂ ਨੇ ਜੂਪੀਟਰ ਦੇ ਵਿੱਚ। ਆ ਧਰਤੀ ਨਿੱਕੀ ਜੀ,
ਸਾਡਾ ਤੀਜੇ ਨੰਬਰ ਦਾ ਨੀਲਾ ਗ੍ਰਹਿ ਧਰਤੀ, ਇਸ ਜੂਪੀਟਰ ਦੇ ਵਿੱਚ 763 ਧਰਤੀਆਂ ਸਮਾ ਜਾਂਦੀਆਂ ਨੇ, ਏਡਾ ਵੱਡਾ ਹੈ। ਦੂਜੇ ਨੰਬਰ ਤੇ ਵੱਡਾ ਸੈਟਰਨ ਹੈਗਾ, ਸ਼ਨੀ, ਛੱਲਿਆਂ ਵਾਲਾ, ਧੂੜ ਕਣ ਦੇ, ਮਿੱਟੀ ਦੇ, ਪੱਥਰਾਂ ਦੇ ਛੱਲੇ ਨੇ ਸਾਰੇ ਇਹ। ਇੱਥੋਂ ਸ਼ੁਰੂ ਹੋ ਜਾਂਦਾ ਜੀ ਇਹ। ਪਹਿਲਾਂ ਆ ਪੀਲੀ ਲਾਈਟ ਜਿਹੜੀ ਹੈਗੀ ਸੂਰਜ ਹੈਗਾ ਵੈ, ਆ ਪੀਲੀ ਲਾਈਟ ਸੂਰਜ ਹੈ, ਬਹੁਤ ਵੱਡਾ ਹੈਗਾ ਵੈ। ਉਸ ਤੋਂ ਅੱਗੇ ਫਿਰ ਮਰਕਰੀ, ਬੁੱਧ ਆ ਗਿਆ, ਫਿਰ ਉਸ ਤੋਂ ਅੱਗੇ ਆ ਗਿਆ ਸ਼ੁੱਕਰ ਗ੍ਰਹਿ ਆ ਗਿਆ, ਵੀਨਸ, ਫਿਰ ਅਰਥ, ਫਿਰ ਉਸ ਤੋਂ ਬਾਅਦ ਮਾਰਸ ਆ ਗਿਆ। ਔਰ ਮਾਰਸ ਗ੍ਰਹਿ ਦੇ ਉੱਪਰ ਜ਼ਿੰਦਗੀ ਦੇ ਬਾਰੇ ਦੱਸਿਆ ਜਾ ਰਿਹਾ ਵੀ ਹੋ ਸਕਦਾ ਵੈ। ਵੀਨਸ ਸ਼ੁੱਕਰ ਤੇ ਨਹੀਂ, ਕਿਉਂਕਿ ਸ਼ੁੱਕਰ ਜਿਹੜਾ ਉਹ ਸੂਰਜ ਦੇ ਨੇੜੇ ਹੋਣ ਕਰਕੇ ਉੱਥੇ ਗਰਮੀ ਜ਼ਿਆਦਾ ਵੈ, ਅੱਗ ਹੈ। ਮਾਰਸ ਕਿਉਂਕਿ ਦੂਰ ਹੈਗਾ ਧਰਤੀ ਤੋਂ, ਸੂਰਜ ਤੋਂ ਦੂਰ ਹੈ, ਉੱਥੇ ਠੰਡ ਹੈ। ਔਰ ਧਰਤੀ ਤੋਂ ਮਾਰਸ ਦੀ ਦੂਰੀ ਘੱਟ ਹੈ ਔਰ ਵੀਨਸ ਦੀ ਜ਼ਿਆਦਾ ਵੈ। ਇਸ ਕਰਕੇ ਜਿਹੜਾ ਨੇੜੇ ਹੈ ਸਭ ਤੋਂ ਧਰਤੀ ਦੀ, ਉਹ ਮੰਗਲ ਗ੍ਰਹਿ ਹੈਗਾ, ਤੇ ਹੈ ਵੀ ਠੰਡੇ ਵਾਲੇ ਪਾਸੇ। ਤੇ ਜੇ ਠੰਡੇ ਵਾਲੇ ਪਾਸੇ ਤੇ ਹੋ ਸਕਦਾ ਉੱਥੇ ਜੰਮਿਆ ਹੋਇਆ ਪਾਣੀ ਮਿਲ ਜਾਏ। ਜੇ ਬਰਫ਼ ਜੰਮੀ ਹੋਈ ਮਿਲ ਜਾਏਗੀ ਤੇ ਉਹਦਾ ਪਾਣੀ ਵੀ ਬਣਾ ਸਕਦੇ ਨੇ। ਇਸ ਕਰਕੇ ਅੱਜ ਕੱਲ ਮਾਰਸ ਦੀ ਉਹ ਖੋਜ ਚੱਲ ਰਹੀ ਹੈ। ਆਹ ਸ਼ੁੱਕਰ ਗ੍ਰਹਿ, ਇਹ ਲਗਭਗ ਸਾਰਿਆਂ ਨੇ ਦੇਖਿਆ ਹੀ ਹੋਣਾ ਵੈ, ਕਿਉਂਕਿ ਮਾਰਸ ਤੋਂ ਬਾਅਦ ਦੂਜੇ ਨੰਬਰ ਤੇ ਸ਼ੁੱਕਰ ਗ੍ਰਹਿ ਸਾਡੇ ਨੇੜੇ ਹੈਗਾ ਵੈ। ਇਹ ਬੜਾ ਸੌਖਾ ਹੈ ਦੇਖਣ ਦਾ ਤਰੀਕਾ। ਜਦੋਂ ਸ਼ਾਮ ਹੁੰਦੀ ਹੈ, ਅਜੇ ਰਾਤ ਪਈ ਨਹੀਂ ਹੁੰਦੀ, ਤੇ ਅਸਮਾਨ ਦੇ ਇੱਕ ਕੋਨੇ ਤੇ ਸਭ ਤੋਂ ਵੱਧ ਤਾਰਾ ਚਮਕਦਾ ਹੁੰਦਾ। ਜਦੋਂ ਸੂਰਜ ਡੁੱਬਦਾ ਹੈ ਨਾ, ਉਦੋਂ ਹੀ ਸਭ ਤੋਂ ਵੱਧ ਚਮਕਦਾ ਜਿਹੜਾ ਤਾਰਾ ਹੈਗਾ ਵੈ, ਉਹ ਅਸਲ 'ਚ ਉਹ ਸ਼ੁੱਕਰ ਗ੍ਰਹਿ ਹੈਗਾ ਉਹ। ਫਿਰ ਇਸੇ ਤਰ੍ਹਾਂ ਜਦੋਂ ਰਾਤ ਹੁੰਦੀ ਹੈ, ਬੜੇ ਤਾਰੇ ਚਮਕਦੇ ਨੇ, ਸਾਰੇ ਇੱਕੋ ਜਿਹੇ ਲੱਗਦੇ ਨੇ, ਪਤਾ ਨਹੀਂ ਲੱਗਦਾ। ਫਿਰ ਜਦੋਂ ਸਵੇਰ ਹੋਣ ਲੱਗਦੀ ਹੈ ਨਾ, ਜਦੋਂ ਸਾਰੇ ਤਾਰੇ ਛੁਪ ਜਾਂਦੇ ਨੇ, ਏਦਾਂ ਕਹਿ ਲਓ ਸੂਰਜ ਦੀ ਰੋਸ਼ਨੀ ਦੇ ਸਾਹਮਣੇ ਧੀਮੇ ਪੈ ਜਾਂਦੇ ਨੇ, ਮੱਧਮ ਪੈ ਜਾਂਦੇ ਨੇ, ਉਦੋਂ ਅਖੀਰ ਦੇ ਉੱਪਰ ਕੋਨੇ ਤੇ ਫਿਰ ਇੱਕ ਤਾਰਾ ਚਮਕਦਾ ਹੁੰਦਾ ਹੈ, ਉਹ ਸ਼ੁੱਕਰ ਹੈ। ਇਹਨੂੰ ਅਸੀਂ ਸ਼ਾਮ ਨੂੰ ਤੇ ਅੰਮ੍ਰਿਤ ਵੇਲੇ ਬੜਾ ਸਾਫ਼ ਦੇਖ ਸਕਦੇ ਹਾਂ। ਅਸਮਾਨ ਦੇ ਇੱਕ ਕੋਨੇ ਦੇ ਉੱਪਰ ਹੁੰਦਾ ਹੈ ਚਮਕਦਾ। ਉਸ ਤੋਂ ਅੱਗੇ ਆ ਗਿਆ ਜੀ ਜੁਪੀਟਰ, ਸੈਟਰਨ, ਯੂਰੇਨਸ ਤੇ ਨੈਪਚੂਨ। ਯੂਰੇਨਸ ਦੀ ਖੋਜ ਜਿਹੜੀ 1781 ਦੇ ਵਿੱਚ ਹੋਈ, ਨੈਪਚੂਨ ਦੀ 1846 ਈਸਵੀ ਦੇ ਵਿੱਚ। ਇਸ ਤੋਂ ਅੱਗੇ ਹੁਣ ਆਪ ਜੀ ਨੂੰ ਇੱਕ ਹੋਰ ਚੀਜ਼ ਦਿਖਾਣਾ ਵਾ। ਆਹ ਚੀਜ਼ ਸਭ ਨੇ ਦੇਖੀ ਹੋਏਗੀ। ਮੈਂ ਕੁੰਡਲੀਆਂ ਵੀ ਬਣਾ ਲੈਣਾ, ਟੇਵੇ ਵੀ ਬਣਾ ਲੈਣਾ, ਸਾਰਾ ਕੁਝ ਸਿੱਖਿਆ ਹੋਇਆ ਮੈਂ, ਤੇ ਅੱਜ ਤੁਹਾਨੂੰ ਵੀ ਸਿਖਾ ਦਿੰਦਾ। ਉਹਨਾਂ ਨੇ ਅਸਮਾਨ ਨੂੰ ਚੌਰਸ ਮੰਨਿਆ ਹੋਇਆ ਵੈ। ਹਾਲਾਂਕਿ ਧਰਤੀ ਦੇ ਉੱਪਰ ਵੀ, ਥੱਲੇ ਵੀ, ਸੱਜੇ ਖੱਬੇ ਸਾਰੇ ਪਾਸੇ ਅਸਮਾਨ ਹੀ ਅਸਮਾਨ ਹੈ, ਪਰ ਉਹਨਾਂ ਨੇ ਇੱਕ ਚੌਰਸ ਟੁਕੜਾ ਬਣਾ ਲਿਆ। ਉਸ ਚੌਰਸ ਟੁਕੜੇ 'ਚ ਕਹਿਤਾ, ਉਹਨਾਂ ਨੂੰ ਨਾਂ ਦੇ ਦਿੱਤੇ ਵੀ ਆਹ ਫਲਾਣਾ ਗ੍ਰਹਿ ਹੈ, 1 ਨੰਬਰ, ਇਹ 2 ਨੰਬਰ ਫਲਾਣਾ ਗ੍ਰਹਿ। 12 ਘਰ ਨੇ, ਮਤਲਬ ਅਸਮਾਨ ਦੇ 12 ਹਿੱਸੇ ਬਣਾਤੇ ਉਹਨਾਂ ਨੇ। ਪਹਿਲੇ ਘਰ ਵਿੱਚ ਜੀ ਸੂਰਜ ਗ੍ਰਹਿ ਹੈਗਾ ਹੈ, ਚੰਦਰ ਗ੍ਰਹਿ ਦੂਜੇ ਘਰ ਵਿੱਚ ਹੈ, ਰਾਹੂ ਕੇਤੂ ਤੀਜੇ ਘਰ 'ਚ ਨੇ, ਚੌਥੇ ਘਰ 'ਚ ਨੇ, ਪੰਜਵੇਂ 'ਚ ਨੇ, ਇਸ ਤਰ੍ਹਾਂ ਕਰਕੇ ਬਣਾ ਲਿਆ। ਹੁਣ ਉਹ ਕੀ ਕਰਦੇ ਨੇ, ਇਹਨਾਂ ਦੇ ਰਾਹੀਂ ਉਹ ਕਹਿੰਦੇ ਨੇ ਅਸੀਂ ਤੁਹਾਡਾ ਭਵਿੱਖ ਦੱਸਦੇ ਹਾਂ ਵੀ ਤੁਹਾਡਾ ਫਿਊਚਰ ਕਿੱਦਾਂ ਦਾ ਹੋਏਗਾ, ਅਸੀਂ ਤੁਹਾਨੂੰ ਟੇਵਾ ਬਣਾ ਕੇ ਦੇਵਾਂਗੇ। ਟੇਵਾ ਕਿਵੇਂ ਬਣਾ ਕੇ ਦੇਵਾਂਗੇ? ਉਹ ਟੇਵਾ ਇਸ ਤਰ੍ਹਾਂ ਕਹਿੰਦੇ ਨੇ ਕਿ ਜਦੋਂ 3 ਚੀਜ਼ਾਂ ਹੁੰਦੀਆਂ ਨੇ, ਸਮਾਂ, ਸਥਾਨ ਤੇ ਦਸ਼ਾ, ਜਿਹਦੇ ਨਾਲ ਉਹ ਕਿਸੇ ਦਾ ਵੀ ਫਿਊਚਰ ਕਹਿੰਦੇ ਅਸੀਂ ਦੱਸ ਦਿਆਂਗੇ। ਸਮਾਂ, ਸਥਾਨ, ਦਸ਼ਾ ਦਾ ਮਤਲਬ ਬੱਚਾ ਕਿਸ ਥਾਂ ਤੇ ਪੈਦਾ ਹੋਇਆ, ਕਿਸ ਸਮੇਂ ਪੈਦਾ ਹੋਇਆ, ਇਹ 2 ਚੀਜ਼ਾਂ ਤੁਸੀਂ ਸਾਨੂੰ ਦੱਸੋ। ਤੀਜੀ ਚੀਜ਼ ਦਸ਼ਾ ਅਸੀਂ ਦੇਖਾਂਗੇ, ਉਸ ਸਮੇਂ ਅਸਮਾਨ ਦੀ ਦਸ਼ਾ ਕੀ ਸੀ, ਗ੍ਰਹਿ ਕਿੱਥੇ ਕਿੱਥੇ ਸਨ, ਤੇ ਅਸੀਂ ਉਸ ਬੱਚੇ ਦੀ ਕੁੰਡਲੀ ਤਿਆਰ ਕਰਕੇ ਦੇਵਾਂਗੇ। ਮੈਂ ਉਦਾਹਰਨ ਦੇ ਦਿੰਦਾ ਵਾਂ, ਥੋੜਾ ਬੋਰਿੰਗ ਜਿਹਾ ਵਿਸ਼ਾ ਜ਼ਰੂਰ ਹੈਗਾ ਇਹ, ਪਰ ਜਿਹੜੇ ਲੋਕ ਮੰਨਦੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਇਹਦੇ ਬਾਰੇ। ਉਦਾਹਰਨ ਦੇ ਤੌਰ ਤੇ ਕੋਈ ਕਵੇ ਵੀ ਜੀ ਸਾਡਾ ਜਿਹੜਾ ਬੱਚਾ ਜੀ 1 ਜਨਵਰੀ ਨੂੰ ਪੈਦਾ ਹੋਇਆ ਹੈ, ਸਵੇਰੇ 8:01 ਤੇ 1 ਸੈਕਿੰਡ ਤੇ ਲੁਧਿਆਣੇ ਦੇ ਵਿੱਚ। 2 ਚੀਜ਼ਾਂ ਦੱਸਦੀਆਂ। ਇਸੇ ਕਰਕੇ ਜਦੋਂ ਵਿਆਹ ਸ਼ਾਦੀ ਹੁੰਦੀ ਨੇ, ਜਦੋਂ ਰਿਸ਼ਤਾ ਦੇਖਿਆ ਜਾਂਦਾ ਹੈ, ਉਦੋਂ ਫਿਰ ਕੁੜੀ ਵਾਲੇ ਜਾਂ ਮੁੰਡੇ ਵਾਲੇ ਇੱਕ ਦੂਜੇ ਨੂੰ ਪੁੱਛਦੇ ਹੁੰਦੇ ਨੇ ਵੀ ਬੱਚੇ ਦੀ ਸਹੀ ਡੇਟ ਆਫ ਬਰਥ ਦੱਸੋ, ਟਾਈਮ ਦੱਸੋ ਤੇ ਕਿੱਥੇ ਪੈਦਾ ਹੋਇਆ ਸੀ ਇਹ ਦੱਸੋ। ਇਹ ਕਿਉਂ ਪੁੱਛਿਆ ਜਾਂਦਾ ਹੈ? ਕਿਉਂਕਿ ਉਹਨਾਂ ਨੇ ਆਪਣੇ ਜੋਤਸ਼ੀ ਕੋਲ ਜਾ ਕੇ ਉਹਦੀ ਕੁੰਡਲੀ ਬਣਵਾਣੀ ਹੁੰਦੀ ਹੈ, ਉਹਦਾ ਭਵਿੱਖ ਕਿੱਦਾਂ ਦਾ ਹੋਏਗਾ। ਸਮਾਂ ਤੇ ਸਥਾਨ, ਡੇਟ ਆਫ ਬਰਥ ਕੀ ਹੈ, ਕਿੰਨੇ ਵਜੇ ਜਨਮ ਹੋਇਆ ਔਰ ਕਿਸ ਥਾਂ ਤੇ ਹੋਇਆ, ਕਿਸ ਸ਼ਹਿਰ 'ਚ ਹੋਇਆ, ਇਹ 2 ਚੀਜ਼ਾਂ। ਫਿਰ ਉਹ ਕੀ ਕਰਦੇ ਨੇ, ਇਹ 2 ਚੀਜ਼ਾਂ ਪੁੱਛ ਕੇ ਫਿਰ ਉਹ ਜੋਤਸ਼ੀ ਨੂੰ ਦੱਸਦੇ ਨੇ। ਉਦਾਹਰਨ ਦੇ ਤੌਰ ਤੇ ਸਥਾਨ ਹੈਗਾ ਲੁਧਿਆਣਾ,
ਸਮਾਂ ਹੈਗਾ 1 ਜਨਵਰੀ ਸਵੇਰੇ 8:01 ਤੇ 1 ਸੈਕਿੰਡ। ਫਿਰ ਉਸ ਸਮੇਂ ਦਾ ਅਸਮਾਨ ਦੀ ਦਸ਼ਾ ਕੱਢਣਗੇ ਵੀ 1 ਜਨਵਰੀ ਨੂੰ 8:01 1 ਸੈਕਿੰਡ ਦੇ ਉੱਪਰ ਸੂਰਜ ਕਿਹੜੇ ਘਰ ਵਿੱਚ ਸੀ, ਚੰਦਰ ਕਿਹੜੇ ਘਰ ਵਿੱਚ ਸੀ, ਸ਼ਨੀ ਕਿਹੜੇ ਘਰ ਵਿੱਚ ਸੀ, ਬ੍ਰਹਸਪਤ ਕਿਹੜੇ ਘਰ ਵਿੱਚ ਸੀ, ਮੰਗਲ ਬੁੱਧ ਕਿੱਥੇ ਸੀ। ਉਹ 12 ਦੇ 12 ਉਹ ਦੇਖਣਗੇ। ਰਾਹੂ ਕੇਤੂ ਕਿਹੜੇ ਘਰ ਵਿੱਚ ਸੀ। 12 ਤਾਂ ਹੀ ਪੂਰੇ ਕਰਨੇ ਪੈਂਦੇ ਨੇ ਨਾ। ਚੰਦਰਮਾ ਨੂੰ ਵੀ ਗ੍ਰਹਿ ਮੰਨਣਾ ਪੈਂਦਾ ਹੈ, ਸੂਰਜ ਨੂੰ ਵੀ ਮੰਨਣਾ ਪੈਂਦਾ ਹੈ, ਰਾਹੂ ਨੂੰ ਵੀ ਮੰਨਣਾ ਪੈਂਦਾ ਹੈ, ਕੇਤੂ ਨੂੰ ਵੀ ਮੰਨਣਾ ਪੈਂਦਾ, ਤਾਂ ਜਾ ਕੇ 12 ਪੂਰੇ ਹੁੰਦੇ ਇਹਨਾਂ ਦੇ। ਫਿਰ ਉਹ ਦੇਖ ਕੇ ਕਹਿੰਦੇ ਨੇ ਵੀ ਹਾਂ ਹੁਣ ਬਿਲਕੁਲ ਠੀਕ, ਵੀ ਇਸ ਸਮੇਂ ਆ ਦਸ਼ਾ ਇਹ ਸੀ ਜਦੋਂ ਤੁਹਾਡੇ ਬੱਚੇ ਨੇ ਜਨਮ ਲਿਆ, ਉਦੋਂ ਆਸਮਾਨ ਦੇ ਵਿੱਚ ਸੂਰਜ ਫਲਾਣੇ ਘਰ ਵਿੱਚ ਸੀ। ਉਦਾਹਰਨ ਦੇ ਤੌਰ ਤੇ ਸੂਰਜ 1 ਘਰ ਵਿੱਚ ਸੀ, ਚੰਦਰਮਾ 2 ਘਰ ਚ ਸੀ, ਜਾਂ ਸ਼ਨੀ ਜਿਹੜਾ ਉਹ 3 ਘਰ ਵਿੱਚ ਸੀ। ਫਿਰ ਉਹ ਟੇਵਾ ਬਣਾ ਕੇ ਦੱਸਦੇ ਨੇ ਵੀ ਇਸ ਬੱਚੇ ਦਾ ਭਵਿੱਖ ਕਿਦਾਂ ਦਾ ਹੋਏਗਾ, ਇਹ ਅਮੀਰ ਹੋਏਗਾ ਕਿ ਗਰੀਬ ਹੋਏਗਾ, ਇਹਦੇ ਬੱਚੇ ਕਿੰਨੇ ਹੋਣਗੇ, ਜਾਂ ਕਿੱਦਾਂ ਦੀ ਇਹਦੀ ਜ਼ਿੰਦਗੀ ਹੋਏਗੀ, ਬਿਮਾਰ ਹੋਏਗਾ, ਤੰਦਰੁਸਤ ਹੋਏਗਾ। ਫਿਰ ਪੂਰਾ ਟੇਵਾ ਬਣਾ ਕੇ ਦੇ ਦਿੰਦੇ ਨੇ। ਔਰ ਟੇਵਾ ਜਿਹੜਾ ਹੈ ਇਹ ਝੂਠ ਦੇ ਬੇਸ ਤੇ ਖੜਾ ਹੈ। ਕਿਵੇਂ? ਕਿਉਂਕਿ ਜਦੋਂ 1 ਜਨਵਰੀ 8:01 1 ਸੈਕਿੰਡ ਤੇ ਕਹਿ ਰਹੇ ਨੇ ਵੀ ਸੂਰਜ ਪਹਿਲੇ ਘਰ ਵਿੱਚ ਹੈ, ਹੋ ਸਕਦਾ ਸੂਰਜ ਪਹਿਲੇ ਘਰ ਚ ਨਾ ਹੋਵੇ, ਉਹ ਦੂਜੇ ਘਰ ਚ ਚਲਾ ਗਿਆ ਹੋਵੇ। ਉਹ ਕਹਿੰਦੇ ਨੇ ਵੀ 8:01 1 ਸੈਕਿੰਡ ਤੇ ਜਿਹੜਾ ਚੰਦਰਮਾ ਹੈ ਉਹ ਦੂਜੇ ਘਰ ਵਿੱਚ ਹੈ, ਹੋ ਸਕਦਾ ਉਹ ਚੌਥੇ ਘਰ ਚ ਪਹੁੰਚ ਗਿਆ ਹੋਵੇ। ਕਿਉਂ? ਕਿਉਂਕਿ ਜੋ ਅਸੀਂ ਦੇਖ ਰਹੇ ਹਾਂ ਅਸਮਾਨ ਦੇ ਵਿੱਚ, ਉਸ ਟਾਈਮ ਤੇ ਉਹ ਹੈ ਹੀ ਨਹੀਂ ਉੱਥੇ, ਉਹ ਤੇ ਕਿਤੇ ਸਫ਼ਰ ਕਰ ਗਏ ਅੱਗੇ। ਜਿਹੜਾ ਅਸੀਂ ਇਸ ਟਾਈਮ ਤੇ ਸੂਰਜ ਦੇਖ ਰਹੇ ਹਾਂ ਅਸਮਾਨ ਦੇ ਵਿੱਚ, ਉਹ ਸੂਰਜ ਉੱਥੇ ਨਹੀਂ ਹੈਗਾ, ਉਹ ਤੇ ਸਫ਼ਰ ਕਰ ਗਿਆ ਕਿੰਨੀ ਅੱਗੇ। ਸਿਰਫ ਉਹਦੀ ਰੋਸ਼ਨੀ ਸਾਡੇ ਕੋਲ ਪਹੁੰਚਦਿਆਂ ਟਾਈਮ ਲੱਗ ਗਿਆ, ਕਿਉਂਕਿ ਰੋਸ਼ਨੀ ਦੀ ਰਫ਼ਤਾਰ ਹੈਗੀ ਹੈ 1 ਸੈਕਿੰਡ ਵਿੱਚ 3 ਲੱਖ ਕਿਲੋਮੀਟਰ ਰੋਸ਼ਨੀ ਰਫ਼ਤਾਰ ਦੇ ਵਿੱਚ ਚੱਲ ਜਾਂਦੀ ਹੈ। 1 ਸੈਕਿੰਡ ਦੇ ਵਿੱਚ 3 ਲੱਖ ਕਿਲੋਮੀਟਰ ਲਾਈਟ ਦੀ ਸਪੀਡ ਹੈ, ਤੇ ਸੂਰਜ ਸਾਡੀ ਧਰਤੀ ਤੋਂ 15 ਕਰੋੜ ਕਿਲੋਮੀਟਰ ਦੂਰ ਹੈ, ਤੇ ਸੂਰਜ ਦੀ ਕਿਰਨ ਨੂੰ ਸਾਡੀ ਜ਼ਮੀਨ ਤੇ ਪਹੁੰਚਣ ਵਾਸਤੇ ਲਗਭਗ 8.5 ਮਿੰਟ ਲੱਗ ਜਾਂਦੇ ਨੇ। ਤੇ 8.5 ਮਿੰਟ ਜੇ ਲੱਗ ਗਏ ਸੂਰਜ ਦੀ ਕਿਰਨ ਨੂੰ ਸਾਡੇ ਤੱਕ ਪਹੁੰਚਦੇ ਆ, ਇਹਦਾ ਮਤਲਬ ਜਿਹੜਾ ਹੁਣ ਅਸੀਂ ਸੂਰਜ ਦੇਖ ਰਹੇ ਹਾਂ ਉਹ 8.5 ਮਿੰਟ ਪਹਿਲਾਂ ਉੱਥੇ ਸੀ, ਹੁਣ ਤੇ ਕਿਤੇ ਅੱਗੇ ਨਿਕਲ ਗਿਆ, ਜਾਂ ਸਾਡੀ ਧਰਤੀ ਕਿਤੇ ਅੱਗੇ ਨਿਕਲ ਗਈ। ਜਿਹੜਾ ਜੁਪੀਟਰ ਮੈਂ ਹੁਣ ਦੇਖ ਰਿਹਾ, ਜਾਂ ਜਿਹੜਾ ਮੈਂ ਬ੍ਰਹਸਪਤ ਗ੍ਰਹਿ ਹੁਣ ਦੇਖ ਰਿਹਾ ਅਸਮਾਨ ਦੇ ਵਿੱਚ, ਉਹ ਤੇ ਮੇਰੀ ਧਰਤੀ ਤੋਂ ਬਹੁਤ ਦੂਰ ਹੈ। ਸੂਰਜ ਦੀ ਪਹਿਲਾਂ ਧੁੱਪ ਉਹਦੇ ਤੇ ਪਈ, ਉਹਦੀ ਰੋਸ਼ਨੀ ਸਾਡੇ ਤੱਕ ਵਾਪਸ ਆਈ, ਤੇ ਜਦੋਂ ਸੂਰਜ ਦੀ ਧੁੱਪ ਉਹਦੇ ਤੱਕ ਗਈ, ਉਸ ਰੋਸ਼ਨੀ ਤੋਂ ਸਾਡੀ ਜ਼ਮੀਨ ਤੱਕ ਪਹੁੰਚਦਿਆਂ ਕਿੰਨੇ ਹੀ ਮਿੰਟ, ਕਿੰਨੇ ਹੀ ਘੰਟੇ ਲੱਗ ਗਏ। ਜਿਹੜਾ ਮੈਂ ਕਹਿ ਰਿਹਾ ਵੀ ਬ੍ਰਹਸਪਤ 5ਵੇਂ ਘਰ 'ਚ ਬੈਠਾ ਹੈਗਾ ਅਸਮਾਨ ਦੇ, ਕੀ ਪਤਾ ਉਹ 8ਵੇਂ 'ਚ ਵੀ ਪਹੁੰਚ ਗਿਆ ਹੋਵੇ। ਕਿਉਂਕਿ ਜਿਹਨੂੰ ਹੁਣ ਮੈਂ ਦੇਖ ਰਿਹਾ 5ਵੇਂ ਘਰ ਦੇ ਵਿੱਚ ਹੈ, ਉਹ ਤੇ ਕਈ ਘੰਟੇ ਪਹਿਲਾਂ ਉੱਥੇ ਸੀ, ਹੁਣ ਤੇ ਹੈ ਹੀ ਨਹੀਂ। ਨੈਪਚੂਨ, ਯੂਰੇਨਸ ਕਈ ਘੰਟੇ ਪਹਿਲਾਂ 8ਵੇਂ ਘਰ ਵਿੱਚ ਸੀ, ਉਹ ਤੇ 12ਵੇਂ 'ਚ ਵੀ ਪਹੁੰਚ ਗਏ। ਜਦੋਂ ਮੈਂ ਦੇਖ ਰਿਹਾ ਵਾਂ, ਮੈਂ ਉਹਦੀ ਪੁਰਾਣੀ ਦਸ਼ਾ ਦੇਖ ਰਿਹਾ, ਲਗਭਗ ਕਈ ਘੰਟੇ ਪੁਰਾਣੀ ਦਸ਼ਾ ਦੇਖ ਰਿਹਾ, ਉੱਥੇ ਤਦ ਤੱਕ ਕਿੰਨੀ ਅੱਗੇ ਨਿਕਲ ਗਏ, ਕਿਉਂਕਿ ਰੋਸ਼ਨੀ ਨੂੰ ਜ਼ਮੀਨ ਤੇ ਪਹੁੰਚਦਿਆਂ ਕਾਫੀ ਟਾਈਮ ਲੱਗ ਜਾਂਦਾ ਹੈ। ਜਿਹੜੇ ਕਰੋੜਾਂ ਕਿਲੋਮੀਟਰ ਸਾਡੇ ਤੋਂ ਦੂਰ ਨੇ, ਉਹਨਾਂ ਦੀ ਰੋਸ਼ਨੀ ਨੂੰ ਸਾਡੀ ਧਰਤੀ ਤੱਕ ਪਹੁੰਚਦਿਆਂ ਕਈ ਘੰਟੇ ਲੱਗ ਜਾਂਦੇ ਨੇ। ਜਿਸ ਯੂਰੇਨਸ ਨੂੰ ਮੈਂ ਕਹਿ ਰਿਹਾ 8ਵੇਂ ਘਰ ਦੇ ਵਿੱਚ ਹੈ, ਉਹ ਤੇ ਕਈ ਘੰਟੇ ਪਹਿਲਾਂ 8ਵੇਂ ਘਰ ਵਿੱਚ ਸੀ, ਉਹਦੀ ਰੋਸ਼ਨੀ ਪਹੁੰਚਦਿਆਂ ਕਈ ਘੰਟੇ ਸਾਡੇ ਕੋਲ ਲੱਗ ਗਏ, ਤੇ ਉਹ ਕਈ ਘੰਟੇ ਪਹਿਲਾਂ ਦੀ ਦਸ਼ਾ ਉਹਦੀ, ਹੋ ਸਕਦਾ ਉਹ 12ਵੇਂ ਘਰ 'ਚ ਵੀ ਪਹੁੰਚ ਜਾਏਗਾ। ਜੋਤਿਸ਼ ਦਾ ਕੁੰਡਲੀ ਤੇ ਇੱਥੇ ਗਲਤ ਹੋ ਗਈ। ਤੇ ਦੂਜੀ ਗੱਲ, ਤੁਸੀਂ ਹੈਰਾਨ ਮੰਨੋਗੇ ਕਿ ਜਿਹੜੇ ਤਾਰੇ ਅੱਜ ਅਸੀਂ ਅਸਮਾਨ 'ਚ ਦੇਖ ਰਹੇ ਹਾਂ, ਹੋ ਸਕਦਾ ਹੋਣ ਹੀ ਨਾ ਉਹ, ਹੋ ਸਕਦਾ 4 ਅਰਬ ਸਾਲ ਪਹਿਲਾਂ ਮਰ ਚੁੱਕੇ ਹੋਣ। ਫਿਰ ਅਸੀਂ ਕਿਵੇਂ ਦੇਖ ਰਹੇ ਹਾਂ? ਅਸੀਂ ਇਸ ਤਰ੍ਹਾਂ ਦੇਖ ਰਹੇ ਹਾਂ ਮਾਨੋ ਕੋਈ ਤਾਰਾ 4 ਅਰਬ ਸਾਲ ਪਹਿਲਾਂ ਬੁੱਝ ਗਿਆ, ਉਹਦੀ ਆਖਰੀ ਕਿਰਨ ਉੱਥੋਂ ਚੱਲ ਪਈ, ਉਹਦੀ ਆਖਰੀ ਕਿਰਨ ਨੂੰ ਧਰਤੀ ਤੇ ਪਹੁੰਚਦਿਆਂ 4 ਅਰਬ ਸਾਲ ਲੱਗ ਗਏ। ਜਿਹੜਾ ਮੈਂ ਹੁਣ ਹੋ ਸਕਦਾ ਤਾਰਾ ਚਮਕਦਾ ਦੇਖ ਰਿਹਾ ਹੋਵਾਂ, ਇਹ 4 ਅਰਬ ਸਾਲ ਪਹਿਲਾਂ ਚੱਲੀ ਹੋਈ ਉਸ ਤਾਰੇ ਦੀ ਰੋਸ਼ਨੀ ਹੋਵੇ, ਤੇ ਉਹ ਤਾਰਾ 4 ਅਰਬ ਸਾਲ ਪਹਿਲਾਂ ਮਿਟ ਗਿਆ ਹੋਵੇ। ਹੋ ਸਕਦਾ ਹੈ ਜਿਹਨੂੰ ਮੈਂ ਚਮਕਦਾ ਦੇਖ ਰਿਹਾ ਅੱਜ 4 ਅਰਬ ਸਾਲ ਪਹਿਲਾਂ ਮਰ ਚੁੱਕਿਆ ਹੋਵੇ ਹੀ ਨਾ। ਇਸ ਤਰ੍ਹਾਂ ਜੋਤਿਸ਼ ਇਸ ਬੇਸ ਦੇ ਉੱਪਰ ਝੂਠਾ ਸਾਬਤ ਹੋ ਜਾਂਦਾ ਹੈ ਕਿ 1 ਜਨਵਰੀ ਨੂੰ 8:01 1 ਸੈਕਿੰਡ ਤੇ ਸੂਰਜ ਇਸ ਘਰ ਵਿੱਚ ਸੀ, ਚੰਦਰਮਾ ਇਸ ਘਰ ਵਿੱਚ ਸੀ, ਯੂਰੇਨਸ ਇਸ ਘਰ ਵਿੱਚ ਸੀ, ਬੁੱਧ ਇਸ ਵਿੱਚ ਸੀ, ਸ਼ਨੀ ਇਸ ਵਿੱਚ ਸੀ। ਉੱਥੇ ਹੈ ਹੀ ਨਹੀਂ ਸਨ 8:01 1 ਸੈਕਿੰਡ ਤੇ, ਕਿਉਂਕਿ ਉਹ ਤੇ ਕਈ ਘੰਟੇ ਪਹਿਲਾਂ ਉੱਥੇ ਸਨ।
ਤੇ ਉਹਨਾਂ ਦੀ ਰੋਸ਼ਨੀ ਧਰਤੀ ਤੇ ਪਹੁੰਚਦਿਆਂ ਇੰਨਾ ਟਾਈਮ ਲੱਗ ਗਿਆ ਤੇ ਕਿਤੇ ਦੀ ਕਿਤੇ ਪਹੁੰਚ ਗਏ। ਇਹਦਾ ਮਤਲਬ ਜੋਤਿਸ਼ ਦੀ ਕੁੰਡਲੀ ਗਲਤ ਹੋ ਗਈ। ਦੂਜੀ ਗੱਲ, ਜੋਤਸ਼ੀ ਆਪ ਅਜੇ ਭੰਬਲ-ਭੁੱਸੇ ਚ ਪਏ ਹੋਏ ਨੇ। ਕਿਵੇਂ? ਕਿਉਂਕਿ ਬੱਚੇ ਦੇ ਜਨਮ ਦਾ ਐਗਜ਼ੈਕਟ ਟਾਈਮ ਚਾਹੀਦਾ ਹੈ। 8:01 1 ਸੈਕਿੰਡ ਚਾਹੀਦਾ ਹੈ, 2 ਸੈਕਿੰਡ ਨਹੀਂ। ਜੇ ਕਿਤੇ 1 ਸੈਕਿੰਡ ਦਾ ਅੱਗੇ ਪਿੱਛੇ ਹੇਰ-ਫੇਰ ਹੋ ਗਿਆ, ਹੋ ਸਕਦਾ ਹੈ ਅਗਲੇ ਸੈਕਿੰਡ ਉਹ ਗ੍ਰਹਿ ਆਪਣਾ ਘਰ ਹੀ ਬਦਲ ਲਵੇ। ਇਸ ਬੇਸ ਦੇ ਉੱਪਰ ਜੋਤਸ਼ੀ ਕਿਵੇਂ ਝੂਠੇ ਸਾਬਤ ਹੁੰਦੇ ਨੇ? ਕਿਉਂਕਿ ਜੋਤਸ਼ੀ ਅਜੇ ਤੱਕ ਆਪ ਕਨਫਰਮ ਨਹੀਂ ਕਰ ਪਾਏ ਕਿ ਬੱਚੇ ਦੇ ਜਨਮ ਦਾ ਸਹੀ ਟਾਈਮ ਕਿਹੜਾ ਮੰਨਿਆ ਜਾਏਗਾ। ਜਦੋਂ ਬੱਚੇ ਨੇ ਧਰਤੀ ਦੇ ਤੇ ਜਨਮ ਲਿਆ ਜਾਂ ਦੁਨੀਆ ਨੂੰ ਦੇਖਿਆ, ਜਦੋਂ ਬਾਹਰ ਆਇਆ, ਉਹ ਵਾਲਾ ਟਾਈਮ ਕਾਊਂਟ ਕਰਾਂਗੇ ਬੱਚੇ ਦੇ ਜਨਮ ਦਾ, ਜਾਂ ਜਦੋਂ ਬੱਚੇ ਦਾ ਨਾੜੂ ਕੱਟਿਆ ਗਿਆ, ਉਹਦਾ ਅਲੱਗ ਜੀਵਨ ਸ਼ੁਰੂ ਹੋਇਆ, ਉਦੋਂ ਕਿਹੜਾ ਜਨਮ ਦਾ ਟਾਈਮ ਅਸਲੀ ਮੰਨਿਆ ਜਾਏਗਾ? ਜਦੋਂ ਬੱਚਾ ਧਰਤੀ ਤੇ ਆਇਆ ਉਹ ਵਾਲਾ ਟਾਈਮ, ਜਾਂ ਜਦੋਂ ਉਹਦਾ ਨਾੜੂ ਕੱਟਿਆ ਗਿਆ ਤੇ ਅਲੱਗ ਹੋ ਕੇ ਉਹਦਾ ਜੀਵਨ ਸ਼ੁਰੂ ਹੋਇਆ, ਉਹ ਬੱਚੇ ਦਾ ਜਨਮ ਮੰਨਿਆ ਜਾਏਗਾ? ਤੇ ਜਨਮ ਤੋਂ ਲੈ ਕੇ ਨਾੜੇ ਕੱਟਣ ਤੱਕ 4-5 ਮਿੰਟ ਦਾ ਫਰਕ ਪੈ ਜਾਂਦਾ ਹੈ। ਹੁਣ ਕਿਹੜਾ ਟਾਈਮ ਸਹੀ ਹੋਏਗਾ ਬੱਚੇ ਦੇ ਜਨਮ ਦਾ? ਜਨਮ ਵਾਲਾ ਜਾਂ ਨਾੜੂ ਕੱਟਣ ਵਾਲਾ? ਅੱਜ ਤੱਕ ਜੋਤਸ਼ੀ ਆਪਸ ਵਿੱਚ ਇਸ ਗੱਲ ਤੇ ਲੜ ਰਹੇ ਨੇ। ਕੋਈ ਕਹਿੰਦਾ ਨਹੀਂ ਨਹੀਂ ਜੀ, ਬੱਚੇ ਦੇ ਜਨਮ ਦਾ ਟਾਈਮ ਬਿਲਕੁਲ ਠੀਕ ਹੈ। ਕੋਈ ਕਹਿੰਦਾ ਜੀ ਨਾੜੂ ਕੱਟਣ ਤੋਂ ਬਾਅਦ ਉਹਦੀ ਆਪਣੀ ਇੰਡੀਵਿਜੂਅਲ ਜ਼ਿੰਦਗੀ ਸ਼ੁਰੂ ਹੁੰਦੀ ਹੈ। ਜਦੋਂ ਨਾੜੀ ਕੱਟੀ ਜਾਂਦੀ ਹੈ, ਉਹ ਪਹਿਲਾ ਸਾਹ ਲੈਂਦਾ ਵੈ, ਉਦੋਂ ਬੱਚੇ ਦਾ ਜਨਮ ਮੰਨਿਆ ਜਾਏਗਾ। ਕੁਝ ਇਸ ਤਰ੍ਹਾਂ ਕਹਿੰਦੇ ਨੇ। ਮਤਲਬ ਆਪ ਹੀ ਉਹ ਕਨਫਰਮ ਨਹੀਂ ਹਨ ਤੇ ਇਹਨਾਂ 3-4 ਮਿੰਟਾਂ ਵਿੱਚ ਤੇ ਬਹੁਤ ਕੁਝ ਬਦਲ ਜਾਂਦਾ ਹੈ। ਤੀਜੀ ਗੱਲ, ਜੀ ਉਹ ਇਸ ਤਰ੍ਹਾਂ ਕਹਿੰਦੇ ਨੇ ਕਿ ਅਸੀਂ ਟੇਬਾ ਬਣਾ ਕੇ ਕਿਸੇ ਦਾ ਭਵਿੱਖ ਦੱਸ ਸਕਦੇ ਹਾਂ, ਫਿਰ ਇਹਨਾਂ ਸਾਰਿਆਂ ਜੋਤਸ਼ੀਆਂ ਦੇ ਬੱਚੇ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਨੇ, ਰਾਸ਼ਟਰਪਤੀ ਹੋਣੇ ਚਾਹੀਦੇ ਨੇ, IAS ਆਫਿਸਰ ਹੋਣੇ ਚਾਹੀਦੇ ਨੇ, IPS ਆਫਿਸਰ ਹੋਣੇ ਚਾਹੀਦੇ ਨੇ, ਬੜੇ ਬੜੇ ਵੱਡੇ ਧਨਾੜ ਅਮੀਰ ਬਿਜ਼ਨਸਮੈਨ ਹੋਣੇ ਚਾਹੀਦੇ ਨੇ। ਕਿਉਂ? ਕਿਉਂਕਿ ਅੱਜ ਬੰਦੇ ਦੇ ਹੱਥ ਵਿੱਚ ਤਿੰਨੇ ਹੀ ਚੀਜ਼ਾਂ ਨੇ, ਸਮਾਂ, ਸਥਾਨ, ਦਸ਼ਾ, ਤਿੰਨੇ ਚੀਜ਼ਾਂ ਨੇ। ਉਹਦੇ ਮੁਤਾਬਕ ਆਪਣੇ ਬੱਚਿਆਂ ਨੂੰ ਜਨਮ ਦੇ ਸਕਦੇ। ਅੱਜ ਮੈਂ ਉਦਾਹਰਨ ਦੇ ਦਿੰਦਾ। ਮੰਨ ਲਓ ਜੋਤਸ਼ੀਆਂ ਨੇ ਕਹਿ ਦਿੱਤਾ ਕਿ 1 ਸਤੰਬਰ ਨੂੰ ਲੁਧਿਆਣੇ ਦੇ ਵਿੱਚ ਸਵੇਰੇ 8 ਵਜੇ ਜਿਹੜਾ ਬੱਚਾ ਜਨਮ ਲਏਗਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੋਏਗਾ। ਕਿਉਂਕਿ ਤਾਰਿਆਂ ਦੀ ਦਸ਼ਾ 1 ਸਤੰਬਰ ਨੂੰ ਸਵੇਰੇ 8 ਵਜੇ ਇਹੋ ਜਿਹੀ ਬਣ ਜਾਏਗੀ, ਉਸ ਦਸ਼ਾ 'ਚ ਲੁਧਿਆਣੇ ਦੀ ਧਰਤੀ ਤੇ ਜਿਹੜਾ ਬੱਚਾ ਜਨਮ ਲਏਗਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। 3 ਚੀਜ਼ਾਂ ਹੋ ਗਈਆਂ ਨਾ, ਸਮਾਂ, ਸਥਾਨ ਤੇ ਦਸ਼ਾ। ਹੁਣ ਇਹਦੇ ਵਿੱਚੋਂ ਸਥਾਨ ਸਾਡੇ ਹੱਥ ਵਿੱਚ ਹੈ। 1 ਸਤੰਬਰ ਨੂੰ ਬੱਚੇ ਨੇ ਜਨਮ ਲੈਣਾ ਮੈਂ ਲੁਧਿਆਣੇ ਦੇ ਵਿੱਚ, ਲੁਧਿਆਣੇ ਅਸੀਂ ਪਹੁੰਚ ਸਕਦੇ ਹਾਂ ਉਸ ਬੀਬੀ ਨੂੰ ਲੈ ਕੇ ਵੀ ਚੱਲ ਲੁਧਿਆਣੇ ਚੱਲੀਏ। ਵੀ 1 ਸਤੰਬਰ ਸਵੇਰੇ 8 ਵਜੇ ਐਸੀ ਦਸ਼ਾ ਆਣੀ ਹੈ ਤਾਰਿਆਂ ਦੀ ਵੀ ਜਿਹੜਾ ਬੱਚਾ ਜਨਮ ਲਏਗਾ 8 ਵਜੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ। ਲੁਧਿਆਣਾ ਸਥਾਨ ਸਾਡੇ ਹੱਥ ਵਿੱਚ ਹੈ ਕਿ ਲੁਧਿਆਣੇ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਬੰਬੇ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਵਿੱਚ ਜਹਾਜ਼ ਫੜ ਕੇ ਬੰਦਾ ਪਹੁੰਚ ਜਾਂਦਾ ਹੈ। ਸਥਾਨ ਸਾਡੇ ਹੱਥ 'ਚ ਹੈ। ਦੂਜਾ, ਬੱਚੇ ਦੇ ਜਨਮ ਦਾ ਸਮਾਂ ਸਾਡੇ ਹੱਥ 'ਚ ਹੈ। ਦਸ਼ਾ ਤੇ ਹੈ ਹੀ ਹੈ। ਉਹ 6 ਮਹੀਨੇ ਤੋਂ ਲੈ ਕੇ 10 ਮਹੀਨੇ ਤੱਕ ਅਸੀਂ ਬੱਚੇ ਨੂੰ ਜਨਮ ਦੇ ਸਕਦੇ ਹਾਂ। ਭਾਵ ਜਲਦੀ ਤੋਂ ਜਲਦੀ 6ਵੇਂ ਮਹੀਨੇ ਵਿੱਚ ਵੀ ਬੱਚੇ ਨੂੰ ਜਨਮ ਦਿੱਤਾ ਜਾ ਸਕਦਾ ਹੈ ਤੇ ਲੇਟ ਤੋਂ ਲੇਟ 10 ਮਹੀਨੇ ਪੂਰੇ ਹੋਣ ਤੋਂ ਬਾਅਦ ਵੀ ਜਨਮ ਦਿੱਤਾ ਜਾ ਸਕਦਾ ਹੈ। ਇਹਦਾ ਮਤਲਬ 4 ਮਹੀਨੇ ਸਾਡੇ ਹੱਥ ਵਿੱਚ ਨੇ ਕਿ 4 ਮਹੀਨਿਆਂ ਦੇ ਵਿੱਚ ਅੱਜ ਮੈਡੀਕਲ ਸਾਇੰਸ ਇੱਥੇ ਤੱਕ ਪਹੁੰਚ ਗਈ ਹੈ, 4 ਮਹੀਨਿਆਂ ਚੋਂ ਕਦੀ ਵੀ ਬੱਚੇ ਨੂੰ ਜਨਮ ਦੇ ਸਕਦੀ ਹੈ। ਇਹਦਾ ਮਤਲਬ ਬੱਚੇ ਦੇ ਜਨਮ ਦਾ ਸਮਾਂ ਵੀ ਸਾਡੇ ਹੱਥ 'ਚ ਹੈ, ਇਸ ਧਰਤੀ ਤੇ ਸਥਾਨ ਵੀ ਸਾਡੇ ਹੱਥ ਵਿੱਚ ਹੈ ਤੇ ਜੋਤਸ਼ੀ ਆਪੋ ਆਪਣੇ ਬੱਚੇ ਲੈ ਕੇ ਉਸ ਤਾਰਿਆਂ ਦੀ ਦਸ਼ਾ ਵਾਲੇ ਉਸ ਜਗ੍ਹਾ ਤੇ ਪਹੁੰਚ ਜਾਣਾ, ਉਸ ਟਾਈਮ ਤੇ ਆਪਣੇ ਬੱਚਿਆਂ ਨੂੰ ਜਨਮ ਦੇ ਦੇਣ, ਉਹਨਾਂ ਦੇ ਬੱਚੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਬਣ ਜਾਣਗੇ। ਪਰ ਇਹ ਸਭ ਝੂਠ ਦੇ ਵਿੱਚ ਤੇ ਖੜਾ ਹੈ। ਡਾਕਟਰ ਇੰਦਰ ਕੁਮਾਰ ਗੁਜਰਾਲ ਜਲੰਧਰ ਵਾਲੇ, ਉਹਨਾਂ ਦੀ ਕੁੰਡਲੀ ਦੇਖ ਚੁੱਕੇ, ਉਹਨਾਂ ਦੀ ਕੁੰਡਲੀ 'ਚ ਐਸੀ ਕੋਈ ਦਸ਼ਾ ਨਹੀਂ ਸੀ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ, ਪਰ ਬਣ ਗਏ। ਅੰਮ੍ਰਿਤਸਰ ਦੇ ਡਾਕਟਰ ਮਨਮੋਹਨ ਸਿੰਘ ਜੀ ਦੀ ਕੁੰਡਲੀ ਚੁੱਕ ਕੇ ਦੇਖ ਲਓ, ਉਹਨਾਂ ਦੀ ਕੁੰਡਲੀ 'ਚ ਐਸੀ ਕੋਈ ਦਸ਼ਾ ਨਹੀਂ ਕਿ ਉਹ ਪ੍ਰਧਾਨ ਮੰਤਰੀ ਬਣਨਗੇ। ਬਲਕਿ ਉਦੋਂ 17 ਜਣੇ ਖੜੇ ਸਨ। ਜੋਤਸ਼ੀਆਂ ਨੇ 17 ਦੇ ਉੱਪਰ ਹੀ ਆਪੋ ਆਪਣੇ ਵਿਚਾਰ ਦਿੱਤੇ, ਇਹ ਪ੍ਰਧਾਨ ਮੰਤਰੀ ਬਣੇਗਾ, ਦੂਜਾ ਬਣੇਗਾ, ਕਿਉਂਕਿ ਉਹਨਾਂ ਨੂੰ ਪਤਾ ਵੀ 17 'ਚ ਇੱਕ ਤਾਂ ਇੱਕ ਬਣੇਗਾ ਹੀ ਨਾ, 16 ਫੇਲ ਹੋਣਗੇ, ਇੱਕ ਬਣ ਜਾਏਗਾ। ਉਹ 17 ਦੇ 17 ਜੋਤਸ਼ੀ ਝੂਠੇ ਸਾਬਤ ਹੋਏ ਤੇ ਪ੍ਰਧਾਨ ਮੰਤਰੀ ਉਹ ਬਣ ਗਿਆ ਜਿਹੜਾ ਇਲੈਕਸ਼ਨ ਨਹੀਂ ਸੀ ਖੜਾ, ਜਿਹਨੂੰ ਸਿਲੈਕਟ ਹੀ ਕਰ ਲਿਆ ਗਿਆ। ਡਾਕਟਰ ਮਨਮੋਹਨ ਸਿੰਘ ਇਲੈਕਸ਼ਨ 'ਚ ਖੜੇ ਹੀ ਨਹੀਂ ਸੀ ਹੋਏ, ਉਹਨਾਂ ਤੋਂ ਸਿਲੈਕਟ ਕੀਤਾ ਗਿਆ। ਉਹ 17 ਦੇ 17 ਉਹਨਾਂ ਦੇ ਦਾਅਵੇ ਝੂਠੇ ਸਾਬਤ ਹੋਏ, ਕਿਉਂਕਿ ਉਹਨਾਂ ਸੋਚਿਆ ਸੀਗਾ ਕਿ ਆਖਰ 17 ਵਿੱਚੋਂ ਇੱਕ ਜੋਤਸ਼ੀ ਤੇ ਸੱਚਾ ਹੋਏਗਾ ਨਾ, ਇੱਕ ਪ੍ਰਧਾਨ ਮੰਤਰੀ ਬਣੇਗਾ ਤੇ ਪੂਰੇ ਅਖਬਾਰਾਂ ਦੇ ਵਿੱਚ, ਮੀਡੀਆ 'ਚ ਫੈਲਾ ਦਿਆਂਗੇ ਵੀ ਫਲਾਣੇ ਜੋਤਸ਼ੀ ਦੀ ਗੱਲ ਸੱਚੀ ਹੋਈ। ਉਹਨੇ ਪਹਿਲਾਂ ਹੀ ਦੇਖ ਲਓ
ਭਵਿੱਖਬਾਣੀ ਕਰ ਦਿੱਤੀ ਸੀ, ਇਸ ਕਰਕੇ ਜੋਤਿਸ਼ ਵਿਗਿਆਨ ਹੈ। ਤੇ ਜਿਹੜੇ 16 ਝੂਠ ਬੋਲ ਕੇ ਉਹਨਾਂ ਨੂੰ ਕੌਣ ਪੁੱਛਦਾ ਵੈ? ਸ਼ੈਕਸਪੀਅਰ ਇੱਕ ਥਾਂ ਤੇ ਇਹ ਗੱਲ ਲਿਖਦਾ ਹੈਗਾ ਹੈ ਕਿ ਜੋਤਸ਼ੀ 100 ਝੂਠ ਬੋਲਣ ਤੇ ਉਹਨਾਂ ਦਾ ਗਲਤੀ ਨਾਲ ਕਿਤੇ ਇੱਕ ਸੱਚ ਹੋ ਜਾਏ ਤੇ ਉਹਦੀ ਬੱਲੇ ਬੱਲੇ ਹੋ ਜਾਂਦੀ ਹੈ। ਆਮ ਬੰਦਾ ਜਿਹੜਾ ਹੈ ਉਹ 100 ਵਾਰ ਸੱਚ ਬੋਲੇ, ਕਿਤੇ ਗਲਤੀ ਨਾਲ ਇੱਕ ਝੂਠ ਬੋਲ ਦੇ ਤੇ ਉਸ ਵਿਚਾਰੇ ਦੀ ਬੇਇੱਜ਼ਤੀ ਹੋ ਜਾਂਦੀ ਹੈ। ਪਰ ਜੋਤਸ਼ੀਆਂ ਦੀ 100 ਝੂਠ ਬੋਲਣ ਤੋਂ ਬਾਅਦ ਵੀ ਇੱਕ ਸੱਚ ਬੋਲ ਕੇ ਬੱਲੇ ਬੱਲੇ ਹੋ ਜਾਂਦੀ ਹੈ। ਕਿਉਂ? ਕਿਉਂਕਿ ਕਿਤੇ ਨਾ ਕਿਤੇ ਇਤਫਾਕਤ ਤੇ ਕੋਈ ਗੱਲ ਸੱਚੀ ਹੋਣੀ ਹੈ ਨਾ। ਪਰ ਉਦੋਂ 17 ਦੇ 17 ਜੋਤਸ਼ੀ ਝੂਠੇ ਸਾਬਤ ਹੋਏ ਜਦੋਂ 17 ਵਿੱਚੋਂ ਇੱਕ ਵੀ ਪ੍ਰਧਾਨ ਮੰਤਰੀ ਨਹੀਂ ਬਣਿਆ। ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਚੁਣੇ ਗਏ। ਕਿੱਥੇ ਗਿਆ ਜੋਤਿਸ਼? ਇਸ ਤੋਂ ਅੱਗੇ ਭਾਈ ਮਹਾਰਾਜ ਸਿੰਘ ਦਾ ਨਾਮ ਪਤਾ ਨਹੀਂ ਕਿਸੇ ਨੇ ਸੁਣਿਆ ਕਿ ਨਹੀਂ ਸੁਣਿਆ। ਸਾਡੀ ਕੌਮ ਦੇ ਬੜੇ ਬੜੇ ਯੋਧੇ ਜਰਨੈਲ ਹੋਏ ਨੇ। ਸੁਨੀਲ ਗਵਾਸਕਰ, ਉਹਦਾ ਲਗਭਗ ਸਭ ਨੇ ਨਾਮ ਸੁਣਿਆ ਹੋਏਗਾ। ਸੁਨੀਲ ਗਵਾਸਕਰ ਜਿਹੜਾ ਹੈ ਉਹਦਾ ਬੜਾ ਨਾਮ ਹੈ, ਫੇਮ ਹੈ, ਇੱਜ਼ਤ ਸ਼ੋਹਰਤ ਸਭ ਕੁਝ ਹੈ ਉਹਦਾ ਨੇਮ ਫੇਮ ਸਾਰਾ ਕੁਝ ਉਹਦੇ ਕੋਲ ਹੈਗਾ ਵੈ। ਜਿਸ ਦਿਨ ਸੁਨੀਲ ਗਵਾਸਕਰ ਦਾ ਜਨਮ ਹੋਇਆ ਸੀ ਮੁੰਬਈ ਦੇ ਵਿੱਚ, ਉਦੋਂ ਉਸੇ ਹੀ ਹਸਪੀਟਲ ਦੇ ਵਿੱਚ ਮਛੇਰਨ ਦੇ ਨੇ ਵੀ ਬੱਚੇ ਨੂੰ ਜਨਮ ਦਿੱਤਾ ਸੀ। ਤੇ ਸੁਨੀਲ ਦੀ ਜਿਹੜੀ ਦਾਦੀ ਸੀਗੀ ਉਹ ਬੜੀ ਤਜਰਬੇਕਾਰ ਔਰਤ ਸੀ। ਉਹ ਆਪ ਆਈ ਸੀਗੀ ਜਦੋਂ ਮਛੇਰਨ ਦੇ ਬੱਚੇ ਨੇ ਜਨਮ ਲਿਆ ਤੇ ਸੁਨੀਲ ਗਵਾਸਕਰ ਨੇ ਜਨਮ ਲਿਆ। ਦੋਨਾਂ ਦਾ ਟਾਈਮ ਇੱਕੋ ਹੀ ਸੀ। ਤੇ ਸੁਨੀਲ ਦੀ ਦਾਦੀ ਨੇ ਆਪ ਬੱਚੇ ਨੂੰ ਨਵਾ ਧਵਾ ਕੇ ਉਹਨੂੰ ਭੂੰਗੜੇ ਚ ਉੱਥੇ ਰੱਖਿਆ, ਉਹਨੂੰ ਨਵਾ ਧਵਾ ਕੇ ਛੱਡ ਕੇ ਆਈ। ਜਦੋਂ ਤੀਜੇ ਦਿਨ ਸੁਨੀਲ ਗਵਾਸਕਰ ਦੀ ਦਾਦੀ ਆਈ, ਉਹਨੇ ਬੱਚੇ ਨੂੰ ਚੁੱਕਿਆ, ਆਪਣੇ ਪੋਤੇ ਨੂੰ ਚੁੱਕਿਆ ਤੇ ਦੇਖ ਕੇ ਹੈਰਾਨ ਰਹਿ ਗਈ। ਕਹਿਣ ਲੱਗੀ ਇਹ ਤਾਂ ਸਾਡਾ ਬੱਚਾ ਹੀ ਨਹੀਂ ਹੈ, ਕਿਉਂਕਿ ਜਦੋਂ ਹੋਇਆ ਸੀ ਸਾਡਾ ਬੱਚਾ ਮੈਂ ਆਪ ਨਵਾ ਕੇ ਗਈ ਸਾਂ ਉਹਨੂੰ, ਇਹ ਸਾਡਾ ਬੱਚਾ ਨਹੀਂ ਹੈ। ਉਹ ਬਾਅਦ ਚੋਂ ਪਤਾ ਲੱਗਿਆ ਟਾਈਮ ਇੱਕੋ ਜਿਹਾ ਹੋਣ ਕਰਕੇ ਮਛੇਰਨ ਦਾ ਬੱਚਾ ਤੇ ਸੁਨੀਲ ਗਵਾਸਕਰ ਇਹ ਬਦਲ ਗਏ ਸਨ, ਆਪਸ ਦੇ ਵਿੱਚ ਇਹ ਬਦਲ ਗਏ ਸਨ। ਹੁਣ ਇੱਕੋ ਟਾਈਮ ਤੇ ਇੱਕੋ ਹਸਪੀਟਲ ਦੇ ਵਿੱਚ ਇੱਕੋ ਸਥਾਨ ਤੇ ਇੱਕੋ ਤਾਰਿਆਂ ਦੀ ਦਸ਼ਾ, ਦੋ ਬੱਚਿਆਂ ਨੇ ਜਨਮ ਲਿਆ। ਸੁਨੀਲ ਗਵਾਸਕਰ 3 ਦਿਨ ਮਛੇਰਨ ਦਾ ਦੁੱਧ ਪੀਂਦਾ ਰਿਹਾ, ਮਛੇਰਨ ਦਾ ਬੱਚਾ ਇਹਦੀ ਮਾਂ ਦੇ ਕੋਲ 3 ਦਿਨ ਰਿਹਾ। ਇੱਕੋ ਦਸ਼ਾ ਵੀ ਸੇਮ ਹੈ, ਸਥਾਨ ਵੀ ਸੇਮ ਹੈ, ਸਮਾਂ ਵੀ ਸੇਮ ਹੈ। ਅੱਜ ਉਸ ਸੁਨੀਲ ਗਵਾਸਕਰ ਦਾ ਨੇਮ ਹੈ, ਫੇਮ ਹੈ, ਸਾਰਾ ਕੁਝ ਹੈ, ਪਰ ਮਛੇਰਨ ਦਾ ਬੱਚਾ ਕਿਸੇ ਹਨੇਰੀਆਂ ਗਲੀਆਂ ਚ ਗਵਾਚ ਗਿਆ। ਕਿੱਥੇ ਗਿਆ ਉਹ? ਉਦੋਂ ਕਿੱਥੇ ਗਿਆ ਹੁਣ ਜੋਤਿਸ਼? ਮਤਲਬ ਜੋਤਿਸ਼ ਝੂਠ ਦੇ ਬੇਸ ਤੇ ਖੜਾ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਜਿਹੜਾ ਵਚਨ ਕਿਹਾ ਨਾ, ਮੈਂ ਨਾਲ ਇਹ ਕਵਿਤ ਲਿਆ ਭਾਈ ਸਾਹਿਬ ਜੀ ਦਾ, ਸੱਜਾ ਖੱਬਾ ਸੌਣ ਨਾ ਮਨ ਵਸਾਇਆ। ਸਿੱਖ ਦਿਸ਼ਾਵਾਂ ਦੀ ਵਿਚਾਰ ਨਹੀਂ ਕਰਦਾ, ਸੱਜੇ ਦੀ ਵਿਚਾਰ, ਖੱਬੇ ਦੀ ਵਿਚਾਰ। ਸੱਜੇ ਪਾਸੇ ਪਿੱਪਲ ਲੱਗਿਆ ਹੋਏਗਾ ਤੇ ਧਨ ਆਏਗਾ, ਖੱਬੇ ਪਾਸੇ ਲੱਗਿਆ ਹੋਏਗਾ ਤੇ ਕਲੇਸ਼ ਹੋਏਗਾ। ਸੱਜੇ ਪਾਸੇ ਖੰਭਾ ਲੱਗਿਆ ਹੋਏਗਾ ਤੇ ਆ ਹੋਏਗਾ, ਖੱਬੇ ਪਾਸੇ ਹੋਏਗਾ ਤੇ ਆ ਹੋਏਗਾ। ਘਰ ਦਾ ਮੂੰਹ ਜਿਹੜਾ ਸੱਜੇ ਪਾਸੇ ਹੋਏਗਾ ਤੇ ਘਰ 'ਚ ਖੁਸ਼ੀਆਂ ਹੋਣਗੀਆਂ, ਖੱਬੇ ਪਾਸੇ ਹੋਏਗਾ ਤੇ ਦੁੱਖ ਹੋਣਗੇ। ਪੂਰਬ 'ਚ ਹੋਏਗਾ ਸੁੱਖ ਹੋਏਗਾ, ਪੱਛਮ 'ਚ ਹੋਏਗਾ ਤੇ ਦੁੱਖ ਹੋਏਗਾ। ਸੱਜੇ ਖੱਬੇ ਦੀ ਵਿਚਾਰ ਜਿਹੜੀ ਹੈ ਆਮ ਲੋਕ ਕਰਦੇ ਨੇ। ਜਿਹੜਾ ਭਾਰਤ ਵਿੱਚ ਵਾਸਤੂ ਸ਼ਾਸਤਰ ਦੇ ਨਾਮ ਨਾਲ ਪ੍ਰਸਿੱਧ ਹੈ ਤੇ ਚਾਈਨਾ ਦੇ ਵਿੱਚ ਫੇਂਗ ਸ਼ੂਈ ਦੇ ਨਾਲ। ਤੇ ਵਾਸਤੂ ਸ਼ਾਸਤਰ ਨੇ ਚੰਗੇ ਚੰਗੇ ਘਰਾਂ ਨੂੰ ਢਾ ਲਿਆ। ਤੁਹਾਡੇ ਬੈਡਰੂਮ ਦਾ ਮੂੰਹ ਇੱਧਰ ਹੋਵੇ, ਤੁਹਾਡੇ ਕਿਚਨ ਦਾ ਮੂੰਹ ਇਸ ਦਿਸ਼ਾ 'ਚ ਹੋਣਾ ਚਾਹੀਦਾ ਹੈ, ਤੁਹਾਡੇ ਵਾਸ਼ਰੂਮ ਦਾ ਮੂੰਹ ਇਸ ਦਿਸ਼ਾ 'ਚ ਹੋਣਾ ਚਾਹੀਦਾ ਹੈ, ਤੁਹਾਡੇ ਘਰ ਦਾ ਮੇਨ ਗੇਟ ਇਸ ਦਿਸ਼ਾ 'ਚ ਹੋਣਾ ਚਾਹੀਦਾ ਹੈ। ਕਹਿੰਦੇ ਕੁੰਦੇ ਲੋਕਾਂ ਨੇ ਆਪਣੇ ਘਰ ਢਾ ਕੇ ਵਾਸਤੂ ਦੇ ਨਾਂ ਤੇ ਆਪਣੇ ਘਰ ਬਣਾਏ। ਤੇ ਹੈਰਾਨੀ ਦੀ ਗੱਲ, ਜਿਨ੍ਹਾਂ ਜੋਤਸ਼ੀਆਂ ਦੇ ਆਪਣੇ ਘਰ ਵਾਸਤੂ ਦੇ ਮੁਤਾਬਕ ਬਣੇ ਸਨ, ਤੇ ਗੁਜਰਾਤ ਵਿੱਚ ਜਦੋਂ ਸੁਨਾਮੀ ਆਈ ਸੀ ਉਦੋਂ 2 ਕਰੋੜ ਲੋਕਾਂ ਦੇ ਘਰ ਢਹਿ ਗਏ, ਲੋਕ ਖਤਮ ਹੋ ਗਏ। ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਘਰ ਕਿੱਦਾਂ ਬਣਾਉਣੇ ਸੀ। ਔਰ 2 ਕਰੋੜ ਜੋਤਸ਼ੀਆਂ ਨੂੰ ਆਪਣੀ ਮੌਤ ਦਾ ਵੀ ਨਹੀਂ ਪਤਾ ਚੱਲਿਆ। 2 ਕਰੋੜ ਲੋਕਾਂ ਵਿੱਚ ਜੋਤਸ਼ੀ ਵੀ ਸਨ ਕਿ ਸਭ ਦੀ ਮੌਤ ਇੱਕੋ ਦਿਨ ਹੋ ਜਾਏਗੀ। 2 ਕਰੋੜ ਲੋਕ ਪ੍ਰਭਾਵਿਤ ਹੋਏ ਔਰ ਲਗਭਗ 35,000 ਮਰ ਗਏ ਸਨ ਤੇ 1 ਲੱਖ ਜ਼ਖਮੀ ਹੋਏ ਸਨ। ਇੱਥੋਂ ਤੱਕ 10 ਲੱਖ ਘਰ ਖਤਮ ਹੋ ਗਏ ਸਨ। ਪਰ ਲੋਕ ਮੰਨਦੇ ਨੇ ਦਿਸ਼ਾਵਾਂ ਨੂੰ, ਸੱਜੇ ਖੱਬੇ ਨੂੰ ਮੰਨਦੇ ਨੇ ਕਿ ਇੱਧਰ ਦਾ ਮੂੰਹ ਹੋਏਗਾ ਤੇ ਆ ਹੋਏਗਾ, ਇੱਧਰ ਮੂੰਹ ਹੋਏਗਾ ਤੇ ਆ ਹੋਏਗਾ। ਇਸ ਦਿਸ਼ਾ 'ਚ ਸਾਡਾ ਘਰ ਹੈਗਾ, ਇਸ ਕਰਕੇ ਸਾਡਾ ਘਰ ਕਲੇਸ਼ ਦਾ ਘਰ ਹੈ, ਇੱਥੇ ਲੜਾਈਆਂ ਝਗੜੇ ਹੁੰਦੇ ਨੇ। ਜਦੋਂ ਫਲਾਣੀ ਦਿਸ਼ਾ 'ਚ ਕਰ ਲਵਾਂਗੇ ਸਾਡੇ ਘਰ ਸੁੱਖ ਸ਼ਾਂਤੀ ਹੋਏਗੀ। ਲੋਕ ਆਪਣਾ ਘਰ ਤੱਕ ਬਦਲ ਦਿੰਦੇ ਨੇ।
ਘਰ ਥੋੜੇ ਮਾੜਾ ਹੈਗਾ। ਕਦੀ ਦੇਖਿਆ ਵੀ ਟੂਟੀ ਜਿਹੜੀ ਵਾਸ਼ ਬੇਸ਼ਨ ਨਾਲ ਲੜਦੀ ਹੋਵੇ, ਜਾਂ ਦੇਖਿਆ ਵੀ ਸੋਫੇ ਜਿਹੜੇ ਨੇ ਉਹ ਟੇਬਲ ਨਾਲ ਲੜ ਰਹੇ ਹੋਣ, ਜਾਂ ਦੋ ਦਰਵਾਜ਼ੇ ਆਪਸ ਚ ਲੜਦੇ ਹੋਣ? ਲੜਦਾ ਕੌਣ ਹੈ? ਲੜਦੇ ਤੇ ਅਸੀਂ ਆ ਘਰ ਚ, ਕ੍ਰੋਧ ਤੇ ਸਾਡੇ ਅੰਦਰ ਹੈ। ਤੇ ਅਸੀਂ ਜੇ ਇਹ ਘਰ ਛੱਡ ਕੇ ਦੂਜੇ ਘਰ ਜਾ ਕੇ ਰਹਿਣ ਲੱਗ ਜਾਵਾਂਗੇ, ਕ੍ਰੋਧ ਸਾਡਾ ਸਾਡੇ ਨਾਲ ਹੀ ਆ ਜਾਏਗਾ, ਲੜਾਈ ਤੇ ਦੂਜੇ ਘਰ ਚ ਵੀ ਹੋਏਗੀ। ਬਦਲਣਾ ਤੇ ਅਸੀਂ ਹੈ, ਘਰ ਥੋੜੇ ਬਦਲਣਾ ਸੀ। ਅਸੀਂ ਬਦਲਣਾ ਸੀ ਆਪਣੇ ਆਪ ਨੂੰ, ਅਸੀਂ ਆਪਣੇ ਆਪ ਨੂੰ ਬਦਲਿਆ ਨਹੀਂ, ਘਰ ਬਦਲ ਲਿਆ। ਇਹੀ ਕੰਮ ਜੋਗੀਆਂ ਨੇ ਕੀਤਾ ਸੀ। ਉਹਨੇ ਕਿਹਾ ਵੀ ਸੰਸਾਰ, ਘਰ ਪਰਿਵਾਰ, ਬੱਚੇ ਕਲੇਸ਼ ਦਾ ਘਰ ਨੇ, ਇਹਨਾਂ ਨੂੰ ਛੱਡ ਦਿਓ, ਜੰਗਲ ਪਹਾੜ ਚਲੇ ਜਾਓ, ਫਿਰ ਨਾ ਕ੍ਰੋਧ ਰਹੇਗਾ, ਨਾ ਲੋਭ ਰਹੇਗਾ, ਨਾ ਮੋਹ ਰਹੇਗਾ, ਨਾ ਹੰਕਾਰ ਰਹੇਗਾ। ਉਹ ਸਾਰਾ ਕੁਝ ਘਰ-ਬਾਰ ਛੱਡ ਕੇ ਜੰਗਲ ਪਹਾੜ ਚਲੇ ਗਏ, ਕਿਉਂਕਿ ਬਿਰਤੀਆਂ ਉਹਨਾਂ ਦੀਆਂ ਆਪਣੀਆਂ ਸੀ। ਜੰਗਲਾਂ ਪਹਾੜਾਂ 'ਚ ਵੀ ਉਹ ਵਿਕਾਰ ਕਰਦੇ ਰਹੇ। ਪਹਿਲਾਂ ਉਹਨਾਂ ਸੋਚਿਆ ਵੀ ਹੰਕਾਰ ਮਾਇਆ ਦਾ, ਮਾਇਆ ਛੱਡ ਦਿਓ, ਨਾ ਮਾਇਆ ਰਹੇਗੀ ਨਾ ਹੰਕਾਰ ਰਹੇਗਾ। ਮਾਇਆ ਛੱਡ ਦਿੱਤੀ, ਹੰਕਾਰ ਉੱਥੇ ਹੀ ਖੜਾ ਹੈ। ਹੁਣ ਕਹਿੰਦੇ ਨੇ ਸਾਡੇ ਵਰਗਾ ਤਿਆਗੀ ਕੋਈ ਨਹੀਂ, ਹੁਣ ਤਿਆਗ ਦਾ ਹੰਕਾਰ ਆ ਗਿਆ। ਕਬੀਰ ਮਾਇਆ ਤਜੀ ਤੋਂ ਕਿਆ ਪਿਆ, ਜੋ ਮਾਨ ਤਜਿਆ ਨਹੀਂ ਜਾਏ। ਛੱਡਣਾ ਤੇ ਮਾਨ ਸੀ, ਛੱਡ ਬੈਠੇ ਮਾਇਆ। ਉਹਨਾਂ ਸੋਚਿਆ ਵੀ ਘਰ ਦਾ ਮੋਹ ਹੈ, ਨਾ ਘਰ ਹੋਏਗਾ ਨਾ ਮੋਹ ਹੋਏਗਾ। ਘਰ ਛੱਡ ਦਿੱਤਾ, ਮੋਹ ਉੱਥੇ ਹੀ ਖੜਾ ਹੈ। ਹੁਣ ਝੌਂਪੜੀ ਦਾ ਮੋਹ ਹੈ, ਹੁਣ ਆਸ਼ਰਮ ਦਾ ਮੋਹ ਹੈ, ਹੁਣ ਡੇਰੇ ਦਾ ਮੋਹ ਹੈ। ਹੁਣ ਕਈ ਗ੍ਰਸਤੀਆਂ ਦੇ ਘਰ ਢਾਹ ਕੇ ਆਪਣੇ ਡੇਰੇ ਵੱਡੇ ਕਰ ਰਹੇ। ਸੋਚਿਆ ਸੀ ਬੱਚਿਆਂ ਦਾ ਮੋਹ ਹੈ, ਉਹਨਾਂ ਨੇ ਆਪਣੇ 2 ਬੱਚੇ ਤਿਆਗ ਦਿੱਤੇ, ਪਰ ਹੁਣ 100 ਚੇਲਿਆਂ ਦਾ ਮੋਹ ਪੈਦਾ ਹੋ ਗਿਆ ਕਿ ਦੂਜੇ ਦੇ ਚੇਲੇ ਮੇਰੇ ਚੇਲੇ ਬਣ ਜਾਣ, ਪਰ ਮੇਰੇ ਚੇਲੇ ਦੂਜੇ ਦੇ ਚੇਲੇ ਨਾ ਬਣਨ। ਪੂਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸਾਂ ਧਾਇਆ, ਪੰਚ ਚੜਾਲ ਨਾਲੇ ਲਿਆਇਆ। ਵਿਕਾਰ ਫਿਰ ਨਾਲ ਗ੍ਰਹਿ ਤਜ ਬਨ ਖੰਡ ਜਾਈਏ, ਚੁਣ ਖਾਈਏ ਕੰਧਾ, ਅਜੂ ਵਿਕਾਰ ਨਾ ਛੋੜੀ ਪਾਪੀ ਮਨ ਮੰਦਾ। ਘਰ ਛੱਡ ਦਿੱਤਾ, ਵਿਕਾਰਾਂ ਨੇ ਖੜ ਨਹੀਂ ਛੱਡਿਆ। ਇਸੇ ਤਰ੍ਹਾਂ ਹੀ ਸੱਜੇ ਖੱਬੇ ਦੀ ਵਿਚਾਰ, ਦਿਸ਼ਾ ਦੀ ਵਿਚਾਰ। ਆਫਿਸਰ ਦੇ ਸੱਜੇ ਪਾਸੇ ਜਾ ਕੇ ਖਲੋਵਾਂਗੇ ਤੇ ਕੰਮ ਬਣ ਜਾਏਗਾ, ਖੱਬੇ ਪਾਸੇ ਖਲੋਵਾਂਗੇ ਤੇ ਨਹੀਂ ਬਣੇਗਾ। ਭਾਈ ਗੁਰਦਾਸ ਜੀ 400 ਸਾਲ ਪਹਿਲਾਂ ਦੇ ਸਿੱਖ ਦੀ ਗੱਲ ਦੱਸ ਰਹੇ ਨੇ ਵੀ ਸਿੱਖ ਕਿਹਨੂੰ ਕਹਿੰਦੇ ਨੇ। ਸੱਜਾ ਖੱਬਾ ਸੌਣ ਨਾ ਮਨ ਵਸਾਇਆ। ਸਿੱਖ ਸੱਜੇ ਖੱਬੇ ਦੀ ਵਿਚਾਰ ਨਹੀਂ ਕਰਦਾ, ਸੌਣ ਸ਼ਗਨ ਦੀ ਵਿਚਾਰ ਨਹੀਂ ਕਰਦਾ। ਐਤਵਾਰ ਚੰਗਾ ਹੁੰਦਾ, ਸੋਮਵਾਰ ਮਾੜਾ ਹੁੰਦਾ, ਮੰਗਲਵਾਰ ਚੰਗਾ ਹੁੰਦਾ, ਬੁੱਧਵਾਰ ਮਾੜਾ ਹੁੰਦਾ। ਉਹ ਦਿਨਾਂ ਦੀ ਵਿਚਾਰ ਨਹੀਂ ਕਰਦਾ, ਉਹ ਗ੍ਰਹਿਆਂ ਦੀ ਵਿਚਾਰ ਨਹੀਂ ਕਰਦਾ, ਉਹ ਦਿਸ਼ਾਵਾਂ ਦੀ ਵਿਚਾਰ ਨਹੀਂ ਕਰਦਾ ਸਿੱਖ। ਸਾਡੇ ਵਾਲੇ ਵੀ ਕਈ ਕਹਿੰਦੇ ਨੇ, ਦੇਖੋ ਜੀ ਅਸੀਂ ਤੇ ਕਦੀ ਵਿਆਹ ਤੇ ਕਦੀ ਕਿਸੇ ਪੰਥ ਦੇ ਪ੍ਰੋਹਤ ਕੋਲ ਨਹੀਂ ਗਏ ਵੀ ਮੂਰਤ ਕੱਢ ਵਿਆਹ ਕਰਨਾ ਬੱਚੇ ਦਾ। ਅਸੀਂ ਤੇ ਗੁਰਦੁਆਰੇ ਭਾਈ ਜੀ ਕੋਲੋਂ ਪੁੱਛ ਲਈਦਾ। ਮਤਲਬ ਕੰਮ ਨਹੀਂ ਛੱਡਣਾ, ਕੰਮ ਕਰਨਾ ਹੀ ਕਰਨਾ ਹੈ। ਪੰਡਿਤ ਪ੍ਰੋਹਤ ਪਾਂਦਾ ਨਹੀਂ ਤੇ ਭਾਈ ਸਹੀ, ਕਰਮ ਕਾਂਡ ਨਹੀਂ ਛੱਡਣਾ। ਭਾਈ ਜੀ ਤੁਸੀਂ ਦੱਸੋ ਵੀ ਕਿਹੜਾ ਦਿਨ ਚੰਗਾ ਹੈਗਾ ਵਿਆਹ ਵਾਸਤੇ, ਸ਼ੁਭ ਦਿਨ ਕੱਢੋ। ਸ਼ੁਭ ਦਿਨ ਵੀ ਨਿਕਲ ਆਉਂਦਾ ਵੈ, ਵਿਆਹ ਵੀ ਹੋ ਜਾਂਦਾ ਹੈ। ਸਾਲ ਬਾਅਦ ਲੜਾਈ ਝਗੜੇ ਕਲੇਸ਼ ਤੇ ਤਲਾਕ ਤੱਕ ਨੌਬਤ ਆ ਜਾਂਦੀ ਹੈ। ਸਭ ਤੋਂ ਪਹਿਲਾਂ ਪੰਡਿਤ ਪ੍ਰੋਹਤ ਨੂੰ ਫੜੋ, ਪਹਿਲਾਂ ਭਾਈ ਨੂੰ ਫੜੋ ਜਿਹਨੇ ਕਿਹਾ ਸੀ ਦਿਨ ਸ਼ੁਭ ਹੈ, ਉਹਨੂੰ ਫੜੋ ਵੀ ਤੇਰੇ ਤੇ ਕੇਸ ਕਰੀਏ ਪਹਿਲਾਂ ਫਰਾਡ ਦਾ 420 ਦਾ, ਤੂੰ ਸਾਨੂੰ ਧੋਖਾ ਦਿੱਤਾ ਹੈ। ਸਾਡੇ ਘਰ ਤੇ ਕਲੇਸ਼ ਨਹੀਂ ਮੁੱਕਦਾ। ਦਿਨ ਚੁਣਨਾ ਹੋਵੇ ਤੇ ਇਹਨਾਂ ਕੋਲ ਜਾਣ ਦੀ ਲੋੜ ਨਹੀਂ, ਦਿਨ ਤੇ ਸਾਰੇ ਇੱਕੋ ਜਿਹੇ ਨੇ। ਹਾਂ ਵੈਸੇ ਸਿੱਖਾਂ ਦੇ ਵਿੱਚ ਜੀ ਵਿਆਹ ਵਾਸਤੇ ਸ਼ਰਾਧਾਂ ਦੇ ਦਿਨ ਬੜੇ ਚੰਗੇ ਨੇ, ਨਰਾਤਿਆਂ ਦੇ ਦਿਨ ਬੜੇ ਚੰਗੇ ਨੇ, ਕਿਉਂਕਿ ਇਹਨਾਂ ਦਿਨਾਂ 'ਚ ਪੈਂਚਕਾਂ ਨੂੰ ਕੋਈ ਵਿਆਹ ਨਹੀਂ ਕਰਾਉਂਦਾ। ਤੁਸੀਂ ਕਰਾਓਗੇ ਤੁਹਾਨੂੰ ਹਰ ਚੀਜ਼ ਸੌਖੀ ਤੇ ਸਸਤੀ ਮਿਲ ਜਾਏਗੀ, ਸੌਖੀ ਅਵੇਲੇਬਲ ਹੋਏਗੀ। ਨਾਲੇ ਲੋਕਾਂ ਦੇ ਭਰਮ ਕੱਟੇ ਜਾਣਗੇ ਵੀ ਫਲਾਣੇ ਨੇ ਸ਼ਰਾਧਾਂ 'ਚ ਵਿਆਹ ਕਰਾਇਆ ਸੀ। ਵੈਸੇ ਤੇ ਗੁਰਦੁਆਰਿਆਂ 'ਚ ਵਿਆਹ ਹੋਣੇ ਚਾਹੀਦੇ ਨੇ, ਪਰ ਜਿਨ੍ਹਾਂ ਨੇ ਹਾਲ ਲੈਣੇ ਨੇ, ਹਾਲ ਸਸਤੇ ਮਿਲ ਜਾਣਗੇ, ਕਰੋਕਰੀ ਸਸਤੀ ਮਿਲ ਜਾਏਗੀ, ਟੈਂਟ ਸਸਤੇ ਮਿਲ ਜਾਣਗੇ, ਵੇਟਰ ਸਸਤੇ ਮਿਲ ਜਾਣਗੇ, ਕਿਉਂਕਿ ਸ਼ਰਾਧਾਂ ਪੈਂਚਕਾਂ ਨਰਾਤਿਆਂ 'ਚ ਕੋਈ ਵਿਆਹ ਕਰਾਉਂਦਾ ਹੀ ਨਹੀਂ। ਵਿਆਹ ਰੱਖਣਾ ਹੈ ਤੇ ਦੋਨੋਂ ਧਿਰਾਂ ਮਿਲ ਕੇ, ਵੀ ਬੱਚਿਆਂ ਦੇ ਪੇਪਰ ਤੇ ਨਹੀਂ, ਦੂਰੋਂ ਰਿਸ਼ਤੇਦਾਰ ਆ ਸਕਦੇ ਨੇ, ਆਪਸ 'ਚ ਮਿਲ ਕੇ ਦਿਨ ਨਿਯਤ ਕੀਤਾ ਜਾ ਸਕਦਾ ਹੈ। ਸਿੱਖ ਸੱਜੇ ਖੱਬੇ ਦੀ ਵਿਚਾਰ ਨਹੀਂ ਕਰਦਾ, ਸੌਣ ਸ਼ਗਨ ਦੀ ਵਿਚਾਰ ਨਹੀਂ ਕਰਦਾ। ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕੰਕਾਰ। ਇਸ ਕਰਕੇ ਸੱਜੇ ਖੱਬੇ ਦੀ ਸਿੱਖ ਵਿਚਾਰ ਨਹੀਂ ਕਰਦਾ। ਜੋਤਸ਼ੀਆਂ ਦੇ, ਤਾਂਤਰਿਕਾਂ ਦੇ ਜਿਹੜੇ ਕਹਿਣੇ ਨੇ ਉਹ ਲਗਭਗ ਝੂਠ ਹੁੰਦੇ ਨੇ, ਉਹਨਾਂ ਦੇ ਅੰਦਾਜ਼ੇ ਹੁੰਦੇ ਨੇ। ਇਸੇ ਕਰਕੇ ਸ਼ੇਕਸਪੀਅਰ ਕਹਿੰਦਾ ਹੈ ਕਿ ਜੋਤਸ਼ੀ ਕਿਸਮਤ ਵਾਲੇ, ਉਹਨਾਂ ਦੀਆਂ ਕਈਆਂ ਗੱਲਾਂ 100 ਗੱਲਾਂ ਵਿੱਚੋਂ 99 ਝੂਠ ਹੋਣ ਤੇ ਬੇਇੱਜ਼ਤੀ ਨਹੀਂ ਹੁੰਦੀ, ਪਰ ਇੱਕ ਠੀਕ ਨਿਕਲੇ ਤੇ ਉਹਨਾਂ ਦੀ ਗੁੱਡੀ ਅਸਮਾਨੇ ਚੜ ਜਾਂਦੀ ਹੈ। ਮਨੁੱਖ ਆਪਣੀ ਸ਼ਖਸੀਅਤ ਦੇ ਰਚਨਹਾਰੇ ਆਪ ਹੁੰਦੇ ਨੇ, ਪਰ ਕਸੂਰ ਬੇਜ਼ਾਨ ਸਿਤਾਰਿਆਂ ਨੂੰ ਠਹਿਰਾਇਆ ਜਾਂਦਾ ਹੈ। ਫਰਾਂਸਿਸਕੋ ਲਿਖਦਾ ਹੈ ਕਿ ਜੋਤਸ਼ੀ ਕਿੰਨੇ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਸੈਂਕੜੇ ਝੂਠ ਬੋਲਣ ਪਿੱਛੋਂ ਵੀ ਇੱਕ ਸੱਚਾਈ ਦੱਸਣ ਨਾਲ ਉਹਨਾਂ ਦੀ ਬੱਲੇ ਬੱਲੇ ਹੋ ਜਾਂਦੀ ਹੈ।
ਜਦੋਂ ਕਿ ਦੂਜੇ ਲੋਕ ਇੱਕ ਝੂਠ ਬੋਲਣ ਨਾਲ ਆਪਣੀ ਇੱਜ਼ਤ ਗਵਾ ਬੰਦੇ ਨੇ। ਸੱਜਾ ਖੱਬਾ ਸੌਣ ਨਾ ਮਨ ਵਸਾਇਆ, ਨਾਰ ਪੁਰਖ ਨੂੰ ਵੇਖ ਨਾ ਪੈਰ ਹਟਾਇਆ। ਦੇਖੋ ਗੁਰਬਾਣੀ ਕਹਿੰਦੀ ਹੈ ਸਾਹਾ ਗਣੇ ਨਾ ਕਰੇ ਵਿਚਾਰ। ਸਿੱਖਾ ਤੂੰ ਟੇਵੇ ਨਾ ਬਣਵਾਉਂਦਾ ਫਿਰੀ, ਕੁੰਡਲੀਆਂ ਨਾ ਬਣਵਾਉਂਦਾ ਫਿਰੀ, ਸਾਹੇ ਮੂਰਤ ਨਾ ਕਢਾਉਂਦਾ ਫਿਰੀ। ਇੱਕ ਰੱਬ ਅੱਗੇ ਅਰਦਾਸ ਕਰਕੇ ਤੂੰ ਕਾਰਜ ਕਰਿਆ ਕਰ। ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕੰਕਾਰ। ਇਹ ਪੰਡਿਤ ਤੂੰ ਵਿਆਹ ਆਦਿਕ ਸਮਿਆਂ ਤੇ ਜਜ਼ਮਾਨਾਂ ਵਾਸਤੇ ਸਭ ਲਗਨ ਮੂਰਤ ਗਿਣਦਾ ਹੈ, ਪਰ ਤੂੰ ਇਹ ਵਿਚਾਰ ਨਹੀਂ ਕਰਦਾ ਕਿ ਸ਼ੁਭ ਸਮਾਂ ਬਣਾਉਣ ਵਾਲਾ ਪ੍ਰਮਾਤਮਾ ਆਪ ਹੈ। ਜੋਤਸ਼ੀਆਂ ਬਾਰੇ ਦੇਖੋ ਗੁਰਬਾਣੀ ਕਿੰਨਾ ਸਪਸ਼ਟ ਕਹਿੰਦੀ ਸੀ, ਫਿਰ ਜੋਤਸ਼ੀਆਂ ਪਿੱਛੇ ਤੁਰੇ ਹੋਏ ਆ। ਸਾਡੇ ਮੈਡੀਕਲ ਦੇ ਸਟੂਡੈਂਟ, ਸਾਇੰਸ ਦੇ ਸਟੂਡੈਂਟ ਸਵੇਰੇ ਉੱਠਦਿਆਂ ਸਾਰੋ ਪੇਪਰ ਦੇਖਣਗੇ ਵੀ ਸਾਡੀ ਰਾਸ਼ੀ ਚ ਕੀ ਆਇਆ। ਗੁਰੂ ਜੀ ਕਹਿੰਦੇ ਨੇ ਗਣ ਗਣ ਜੋਤਕ ਕਾਂਡੀ ਕੀਨੀ, ਪੜ੍ਹੈ ਸੁਣਾਵੇ ਤਤ ਨਾ ਚੀਨੀ। ਪੰਡਿਤ ਜਿਹੜਾ ਹੈ ਉਹ ਜੋਤਿਸ਼ ਦੇ ਲੇਖੇ ਗਿਣ ਗਿਣ ਕੇ ਕਿਸੇ ਜਜ਼ਮਾਨ ਦੇ ਪੁੱਤਰ ਦੀ ਜਨਮ ਪੱਤਰੀ ਬਣਾਉਂਦਾ ਹੈ, ਜੋਤਿਸ਼ ਦਾ ਹਿਸਾਬ ਆਪ ਪੜ੍ਹਦਾ ਹੈ ਤੇ ਜਜ਼ਮਾਨ ਦੀਆਂ ਸਾਰੀਆਂ ਵਿਚਾਰਾਂ ਤੇ ਜਜ਼ਮਾਨ ਨੂੰ ਸੁਣਾਉਂਦਾ ਹੈ, ਪਰ ਅਸਲੀਅਤ ਨੂੰ ਨਹੀਂ ਪਛਾਣਦਾ। ਸ਼ੁਭ ਮਹੂਰਤ ਆਦਿਕ ਦੀਆਂ ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਕਿਹੜੀ ਹੈ? ਉਹ ਇਹ ਹੈਗੀ ਹੈ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਔਰ ਕਥਨੀ ਬਦੋ ਨਾ ਸਗਲੀ ਛਾਰ। ਗੁਰੂ ਦੇ ਸ਼ਬਦ ਨੂੰ ਮਨੁੱਖ ਆਪਣੇ ਮਨ ਚ ਵਸਾਏ, ਨੇ ਗੁਰੂ ਸ਼ਬਦ ਦੇ ਟਾਕਰੇ ਸ਼ੁਭ ਮਹੂਰਤ ਤੇ ਜਨਮ ਪੱਤਰੀ ਆਦਿਕ ਦੀ ਕਿਸੇ ਹੋਰ ਗੱਲ ਦੀ ਪਰਵਾਹ ਨਹੀਂ ਕਰਦਾ, ਉਹ ਸਾਰੀਆਂ ਵਿਚਾਰਾਂ ਵਿਅਰਥ ਹਨ। ਗੁਰੂ ਜੀ ਇਹ ਕਹਿ ਰਹੇ ਨੇ ਕਿ ਗਣ ਗਣ ਜੋਤਕ ਕਾਂਡੀ ਕੀਨੀ, ਪੜ੍ਹੈ ਸੁਣਾਵੇ ਤਤ ਨਾ ਚੀਨੀ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਔਰ ਕਥਨੀ ਬਦੋ ਨਾ ਸਗਲੀ ਛਾਰ। ਇੱਕ ਫਰਾਂਸ ਦਾ ਵਿਗਿਆਨੀ ਹੋਇਆ, ਉਹਦਾ ਨਾਮ ਹੈ ਗਾਕੁਲਿਨ। ਉਹਨੇ ਅਖਬਾਰ ਦੇ ਵਿੱਚ ਇੱਕ ਇਸ਼ਤਿਹਾਰ ਦਿੱਤਾ। ਇਸ਼ਤਿਹਾਰ ਉਹਨੇ ਦਿੱਤਾ ਵੀ ਸਾਰੇ ਲੋਕ ਆਪੋ ਆਪਣੇ ਡੇਟ ਆਫ ਬਰਥ ਭੇਜਣ, ਨਾਮ ਭੇਜਣ ਤੇ ਜਿਹੜਾ ਜਨਮ ਸਥਾਨ ਹੈ ਉਹ ਭੇਜਣ। ਠੀਕ ਜਨਮ ਸਥਾਨ ਤੇ ਠੀਕ ਡੇਟ ਆਫ ਬਰਥ, ਟਾਈਮ ਜਨਮ ਦਾ ਤੇ ਆਪਣਾ ਨਾਮ ਲਿਖ ਕੇ ਮੈਨੂੰ ਭੇਜਣ। ਮੈਂ ਉਹਨਾਂ ਦੀ ਫ੍ਰੀ ਕੁੰਡਲੀ ਬਣਾ ਕੇ ਵਾਪਸ ਭੇਜਾਂਗਾ ਉਹਨਾਂ ਨੂੰ। ਉਹਨੇ ਅਖਬਾਰ 'ਚ ਇਸ਼ਤਿਹਾਰ ਦਿੱਤਾ। 1500 ਲੋਕਾਂ ਨੇ ਆਪਣਾ ਨਾਮ, ਡੇਟ ਆਫ ਬਰਥ ਤੇ ਜਨਮ ਸਥਾਨ ਲਿਖ ਕੇ ਭੇਜਿਆ। ਗਾਕੁਲੇ ਨੇ ਕੀ ਕੀਤਾ? ਉਹਨਾਂ 1500 ਦੀਆਂ ਜਨਮ ਪੱਤਰੀਆਂ ਤਿਆਰ ਕਰਕੇ, ਕੁੰਡਲੀਆਂ ਬਣਾ ਕੇ, ਉਹਨਾਂ ਦਾ ਫਿਊਚਰ ਭਵਿੱਖ ਲਿਖ ਕੇ ਵੀ ਤੁਸੀਂ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੈ, ਤੁਹਾਡਾ ਸਾਰਾ ਕੁਝ ਕਿਹੋ ਜਿਹਾ। ਉਹਨੇ 1500 ਲੋਕਾਂ ਨੂੰ ਵਾਪਸ ਭੇਜਿਆ ਤੇ ਨਾਲ ਇੱਕ ਚੀਜ਼ ਲਿਖੀ ਵੀ ਆਹ ਜਿਹੜੀ ਕੁੰਡਲੀ ਮੈਂ ਬਣਾਈ ਹੈ ਤੁਹਾਡੇ ਉੱਪਰ ਕਿੰਨੀ ਕੁ ਟੁਕਦੀ ਹੈ, ਵਾਪਸੀ ਜਵਾਬ ਭੇਜੋ। ਉਹਨਾਂ ਲੋਕਾਂ ਨੇ ਵਾਪਸੀ ਜਵਾਬ ਭੇਜਿਆ ਗਾਕੁਲਿਨ ਨੂੰ। 94% ਲੋਕਾਂ ਨੇ ਕਿਹਾ ਵੀ ਜਿਹੜੀ ਤੁਸੀਂ ਮੈਨੂੰ ਮੇਰੀ ਜਨਮ ਪੱਤਰੀ ਬਣਾ ਕੇ ਭੇਜੀ ਹੈ 100% ਮੇਰੇ ਉੱਪਰ ਟੁਕਦੀ ਹੈ, ਬਿਲਕੁਲ ਏਦਾਂ ਦਾ ਹੀ ਮੇਰਾ ਜੀਵਨ ਹੈ ਜਿੱਦਾਂ ਦੀ ਤੂੰ ਲਿਖ ਕੇ ਭੇਜੀ ਹੈ। ਸੱਚਮੁੱਚ ਮੇਰੀ ਜਨਮ ਕੁੰਡਲੀ ਤੂੰ ਬਿਲਕੁਲ ਠੀਕ ਬਣਾਈ ਹੈ। 96% ਲੋਕਾਂ ਨੇ ਕਿਹਾ 100% ਠੀਕ ਹੈ। ਫਿਰ ਉਹਨੇ ਕੀ ਕੀਤਾ ਗਾਕੁਲਿਨ ਨੇ? ਉਹਨਾਂ ਸਾਰਿਆਂ ਨੂੰ ਵਾਪਸੀ ਚਿੱਠੀ ਪਾਈ ਤੇ ਵਾਪਸੀ ਚਿੱਠੀ ਪਾ ਕੇ ਉਹਨੇ ਕਿਹਾ ਕਿ ਜਿਹੜੀ ਮੈਂ ਜਨਮ ਪੱਤਰੀ ਭੇਜੀ ਹੈ, ਮੈਂ 1500 ਲੋਕਾਂ ਨੂੰ ਭੇਜੀ ਹੈ, ਇੱਕੋ ਹੀ ਜਨਮ ਪੱਤਰੀ ਦੀਆਂ ਮੈਂ 1500 ਫੋਟੋ ਕਾਪੀਆਂ ਕਰਕੇ ਸਾਰਿਆਂ ਨੂੰ ਭੇਜੀਆਂ ਨੇ। ਤੇ ਇਹ ਜਿਹੜੀ ਜਨਮ ਪੱਤਰੀ ਹੈ ਤੁਹਾਡੀ ਨਹੀਂ ਹੈਗੀ, ਇਹ ਇੱਕ ਕ੍ਰਿਮੀਨਲ ਆਦਮੀ ਦੀ ਹੈ। ਉਸ ਕ੍ਰਿਮੀਨਲ ਆਦਮੀ ਦੀ ਜਿਹਨੇ 27 ਬੰਦੇ ਚੂਨੇ ਦੇ ਟੱਬ ਦੇ ਵਿੱਚ ਡੋਬ ਕੇ ਮਾਰੇ ਸੀ। ਕਾਤਲ ਸੀ ਬੜਾ ਵੱਡਾ ਉਹ, ਜਿਹਨੇ 27 ਬੰਦਿਆਂ ਨੂੰ ਚੂਨੇ ਦੇ ਟੱਬ 'ਚ ਡੋਬ ਕੇ ਮਾਰਿਆ ਸੀ। ਉਸ ਕਾਤਲ ਬੰਦੇ ਦੀ ਇਹ ਜਨਮ ਪੱਤਰੀ ਹੈ। ਇਹਦੀਆਂ ਮੈਂ 1500 ਫੋਟੋ ਕਾਪੀਆਂ ਕਰਕੇ ਤੁਹਾਨੂੰ ਭੇਜੀਆਂ ਨੇ ਤੇ ਉਸ ਬੰਦੇ ਨੂੰ ਬਕਾਇਦਾ 1946 ਚ ਫਾਂਸੀ ਹੋ ਚੁੱਕੀ ਹੈ, ਜਿਹਦੀ ਮੈਂ ਪੱਤਰੀ ਤੁਹਾਨੂੰ ਭੇਜ ਰਿਹਾ। ਮਤਲਬ ਜਿਹੜੀਆਂ ਪੱਤਰੀਆਂ ਬਣਦੀਆਂ ਨੇ ਅਸੀਂ ਸੋਚਦੇ ਹਾਂ ਸਾਡੀਆਂ ਬਣੀਆਂ ਨੇ, ਪਰ ਉਹ ਨੋਰਮਲ ਜਿਹੀਆਂ ਗੱਲਾਂ ਹੁੰਦੀਆਂ ਨੇ, ਕੋਈ ਖਾਸ ਨਹੀਂ ਹੁੰਦੀਆਂ, ਉਹ ਸਾਰਿਆਂ ਨਾਲ ਹੀ ਟੁੱਕ ਜਾਂਦੀਆਂ ਨੇ। ਬੰਦਾ ਸੋਚਦਾ ਵੀ ਮੇਰੀ ਪੱਤਰੀ ਬਣਾਈ ਹੈ। ਉਹ ਆਮ ਜਿਹੀਆਂ ਕਿਹੜੀਆਂ ਗੱਲਾਂ ਹੁੰਦੀਆਂ ਨੇ? ਜਿਹੜੇ ਹੱਥ ਦੇਖਣ ਵਾਲੇ ਨੇ ਉਹ ਕਿਵੇਂ ਬਿਲਕੁਲ ਠੀਕ ਸਾਡੇ ਬਾਰੇ ਹੱਥ ਦੇਖ ਕੇ ਦੱਸ ਦਿੰਦੇ ਨੇ, ਜੋ ਕਹਿੰਦੇ ਨੇ ਬਿਲਕੁਲ ਸੱਚ ਹੁੰਦਾ ਹੈ। ਉਹ ਵਾਲੀਆਂ ਗੱਲਾਂ ਮੈਂ ਅਗਲੀ ਕਲਾਸ 'ਚ ਦੱਸਾਂਗਾ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਸਿੱਖਾ ਤੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿ। ਭਾਈ ਗੁਰਦਾਸ ਜੀ ਕਹਿੰਦੇ ਨੇ ਪੂਛਤ ਨਾ ਜੋਤਕ ਔਰ ਵੇਦ ਥਿਤ ਬਾਰ ਕੱਛ, ਗ੍ਰਹਿ ਔਰ ਨਿਖੱਤਰ ਕੀ ਨਾ ਸ਼ੰਕਾ ਉਰਤਾਰੀ ਹੈ। ਸਿੱਖ ਇਹਨਾਂ ਗ੍ਰਹਿਆਂ ਨਛੱਤਰਾਂ ਦੇ ਵਿੱਚ ਕਦੀ ਨਹੀਂ ਫਸਦਾ, ਜੋਤਸ਼ੀਆਂ ਦੇ ਪਿੱਛੇ ਕਦੀ ਨਹੀਂ ਤੁਰਦਾ। ਪੰਡਿਤ ਪੜ੍ਹਦੇ ਜੋਤਕੀ ਨਾ ਬੂਝੈ ਵਿਚਾਰਾ,
ਸਭ ਕੁਛ ਤੇਰਾ ਖੇਲ ਹੈ, ਸੱਚ ਸਿਰਜਣਹਾਰਾ। ਗੁਰੂ ਜੀ ਸਾਨੂੰ ਜੋਤਸ਼ੀਆਂ ਕੋਲ ਜਾਣ ਤੋਂ ਰੋਕਦੇ ਨੇ ਕਿ ਜੋਤਸ਼ੀ ਆਦਿਕ ਵਿਦਵਾਨ ਲੋਕ ਵਿਚਾਰ ਵਾਲੀਆਂ ਪੁਸਤਕਾਂ ਪੜ੍ਹਦੇ ਹਨ, ਪਰ ਪ੍ਰਭੂ ਦੇ ਸਕੋਤਕ ਦੇ ਵਿਚਾਰ ਨੂੰ ਨਹੀਂ ਸਮਝਦੇ। ਗਣਤ ਗਣੀਐ ਸਹਿਸਾ ਦੁਖ ਜੀਐ, ਗੁਰ ਕੀ ਸ਼ਰਨ ਪਵੈ ਸੁਖ ਥੀਐ। ਜਿਵੇਂ ਜਿਵੇਂ ਸ਼ੁਭ ਅਸ਼ੁਭ ਮੂਰਤਾਂ ਦੇ ਲੇਖੇ ਗਿਣਦੇ ਰਹੀਏ, ਤਿਉਂ ਜਿੰਦ ਨੂੰ ਸਦਾ ਸਹਿਮ ਦਾ ਰੋਗ ਲੱਗਿਆ ਰਹਿੰਦਾ ਹੈ। ਜਦੋਂ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਤਦੋਂ ਇਹਨੂੰ ਆਤਮਿਕ ਆਨੰਦ ਮਿਲਦਾ ਹੈ। ਗੁਰਬਾਣੀ ਨੇ ਕਿੰਨੀਆਂ ਥਾਵਾਂ ਤੇ ਜੋਤਸ਼ੀਆਂ ਦਾ ਖੰਡਨ ਕੀਤਾ ਹੈ, ਜੋਤਸ਼ੀਆਂ ਤੋਂ ਸਿੱਖ ਨੂੰ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ ਕਿ ਸਿੱਖਾ ਤੂੰ ਇਹਨਾਂ ਜੋਤਸ਼ੀਆਂ ਤੋਂ ਦੂਰ ਰਹੀ। ਪੜ ਪੜ ਪੰਡਿਤ ਜੋਤ ਕੀ, ਵਾਦ ਕਰੈ ਵਿਚਾਰ। ਮਤ ਬੁੱਧ ਭਵੀ ਨਾ ਬੁੱਝਈ, ਅੰਤਰ ਲੋਭ ਵਿਕਾਰ। ਲੱਖ 84 ਭਰਮ ਦੇ ਭ੍ਰਮ ਭ੍ਰਮ ਹੋਏ, ਖੁਆਰ। ਪੂਰਬ ਲਿਖਿਆ ਕਮਾਵਣਾ, ਕੋਏ ਨਾ ਮੇਟਣਹਾਰ। ਪੰਡਿਤ ਤੇ ਜੋਤਸ਼ੀ ਲੋਕ ਸ਼ਾਸਤਰ ਪੜ੍ਹ ਪੜ੍ਹ ਕੇ ਨਿਰੀਆਂ ਬਹਿਸਾਂ ਦੀ ਵਿਚਾਰ ਕਰਦੇ ਹਨ। ਇਸ ਤਰ੍ਹਾਂ ਉਹਨਾਂ ਦੀ ਮੱਤ, ਉਹਨਾਂ ਦੀ ਅਕਲ ਕੁਰਾਹੇ ਪੈ ਜਾਂਦੀ ਹੈ। ਉਹ ਜੀਵਨ ਦੇ ਸਹੀ ਰਸਤੇ ਨੂੰ ਨਹੀਂ ਸਮਝਦੇ। ਉਹਨਾਂ ਦੇ ਅੰਦਰ ਲੋਭ ਵਿਕਾਰ ਪ੍ਰਬਲ ਹੁੰਦਾ ਹੈ। ਉਹ ਮਾਇਆ ਪਿੱਛੇ ਭਟਕ ਕੇ ਲੋਭ ਲੈਣ ਚ ਖੁਆਰ ਹੋ ਕੇ 84 ਲੱਖ ਜੂਨਾਂ ਦੇ ਗੇੜ ਚ ਭਟਕਦੇ ਹਨ। ਪਰ ਉਹਨਾਂ ਦੇ ਕੀ ਵਸ, ਪੂਰਬਲੇ ਜੀਵਨ ਦੇ ਕੀਤੇ ਕਰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਕਮਾਈ ਕਰੀਦੀ ਹੈ। ਕੋਈ ਆਪਣੇ ਉਦਮ ਨਾਲ ਉਹਨਾਂ ਸੰਸਕਾਰਾਂ ਨੂੰ ਮਿਟਾ ਨਹੀਂ ਸਕਦਾ। ਮਤਲਬ ਗੁਰਬਾਣੀ ਸਾਨੂੰ ਵਰਜਦੀ ਹੈ ਬਹੁਤ ਥਾਵਾਂ ਦੇ ਉੱਪਰ, ਪੜ ਪੰਡਿਤ ਜੋਤ ਕੀ ਥਕੇ, ਪੇਕੀ ਪ੍ਰਭੂ ਬੁਲਾਏ, ਗੁਰੂ ਭੇਟੇ ਸਹਿਜ ਪਾਏ, ਆਪਣੀ ਕਿਰਪਾ ਕਰੇ ਚਾਹੇ। ਇਸ ਕਰਕੇ ਗੁਰੂ ਜੀ ਨੇ ਬੜਾ ਸਪਸ਼ਟ ਕਹਿ ਦਿੱਤਾ, ਭਾਈ ਮਤ ਕੋਈ ਜਾਣੋ ਕਿਸੇ ਕੇ ਸ਼ਹਾਹਤ ਹੈ, ਸਭ ਕਰਿਆ ਕਰਾਇਆ। ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੇ ਬਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਕੋਈ ਸਿਰ ਪੀੜ ਵੀ ਸਾਨੂੰ ਲਾ ਨਹੀਂ ਸਕਦਾ ਹੈਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਮਾਣ ਨੇ ਗੁਰਬਾਣੀ ਦੇ ਵਿੱਚ, ਜਿਹਦੇ ਬਾਰੇ ਅਸੀਂ ਅੱਗੇ ਵੀ ਵਿਚਾਰ ਕਰਾਂਗੇ ਤੇ ਨਾਲ ਨਾਲ ਸਾਡਾ ਉਹ ਭਵਿੱਖ ਕਿਵੇਂ ਦੱਸਦੇ ਨੇ, ਇਸ ਬਾਰੇ ਵੀ ਅਸੀਂ ਅਗਲੀ ਕਲਾਸ ਦੇ ਵਿੱਚ ਵਿਚਾਰ ਕਰਾਂਗੇ। ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ। ਹੱਥ ਰੇਖਾ ਕੀ ਹੁੰਦੀਆਂ ਨੇ, ਮੰਗਲੀਕ ਕਿਹਨੂੰ ਕਹਿੰਦੇ ਨੇ, ਇਹਦੇ ਤੋਂ ਇਲਾਵਾ ਕਿਸੇ ਦੀ ਮਨ ਦੀ ਗੱਲ ਕਿਵੇਂ ਬੁੱਝੀ ਜਾਂਦੀ ਹੈ। 3 ਤਰੀਕੇ ਨੇ ਕਿਸੇ ਦੀ ਮਨ ਦੀ ਗੱਲ ਬੁੱਝਣ ਦੇ। ਉਹਨਾਂ 3 ਤਰੀਕਿਆਂ ਦੀ ਵੀ ਵਿਚਾਰ ਕਰਾਂਗੇ ਵੀ ਉਹ ਕਿਹੜੇ 3 ਤਰੀਕੇ ਨੇ ਜਿਹਦੇ ਨਾਲ ਅਸੀਂ ਕਿਸੇ ਦੀ ਮਨ ਦੀ ਗੱਲ ਬੁੱਝ ਲੈਂਦੇ ਹਾਂ। ਔਰ ਸਾਧ ਸੰਤ ਵੀ ਅੱਜ ਕੱਲ੍ਹ ਉਹੀ ਟ੍ਰਿਕਾਂ ਅਪਣਾ ਰਹੇ ਨੇ ਜਿਹੜੇ ਜੋਤਸ਼ੀ ਤੇ ਬ੍ਰਾਹਮਣ ਅਪਣਾਉਂਦੇ ਸਨ, ਤੇ ਉਹੀ ਟ੍ਰਿਕਾਂ ਅੱਜ ਕੱਲ੍ਹ ਸਾਡੇ ਡੇਰਿਆਂ ਦੇ ਸਾਧ ਸੰਤ ਅਪਣਾ ਰਹੇ ਨੇ ਕਿ ਕਿਸੇ ਦੀ ਮਨ ਦੀ ਗੱਲ ਕਿਵੇਂ ਬੁੱਝੀਦੀ ਹੈ। 3 ਤਰੀਕੇ ਉਹ ਦੱਸਾਂਗਾ। ਕਿਸੇ ਦਾ ਭਵਿੱਖ ਕਿਵੇਂ ਦੱਸੀਦਾ ਹੈ, ਹੱਥ ਰੇਖਾ ਕਿਵੇਂ ਦੇਖ ਕੇ ਕਿਸੇ ਦੇ ਗੱਲ ਅੰਦਰ ਦੀ ਗੱਲ ਦੱਸ ਦਈਦੀ ਹੈ, ਉਹ ਸਾਰਾ ਕੁਝ ਮੈਂ ਅਗਲੀ ਕਲਾਸ ਵਿੱਚ ਦੱਸਣ ਦਾ ਯਤਨ ਕਰਾਂਗਾ। ਹੋਈਆਂ ਭੁੱਲਾਂ ਖਿਮਾ ਕਰਨੀਆਂ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।